ਅੱਜ ਆਪਾਂ ਕਰਾਂਗੇ ਸੈਕਸ਼ਨ ਡੀ ਪੰਜਾਬੀ ਬੀਕਾਮ ਬੀਬੀਏ ਸਮੈਸਟਰ 3 ਐਂਡ ਇਹਦੇ ਵਿੱਚ ਅੱਜ ਆਪਾਂ ਕਰਾਂਗੇ ਵਿਆਕਰਣ ਵਾਲਾ ਟੌਪਿਕ। ਸੈਕਸ਼ਨ ਡੀ ਵਿੱਚ ਪੂਰੀ ਵਿਆਕਰਣ ਆਏਗੀ ਜਿਹਦੇ ਵਿੱਚ 5 ਟੌਪਿਕਸ ਆਣਗੇ। ਵਾਕ, ਉਪਵਾਕ, ਵਾਕੰਸ਼ ਤੇ ਹੋਰ 2 ਟੌਪਿਕਸ ਹੈਗੇ ਆ ਤੇ ਇਹ ਆਪਾਂ ਸਾਰੇ ਟੌਪਿਕਸ ਦੇਖਾਂਗੇ। ਇੱਕ ਸ਼ਬਦ ਵੀ ਟੌਪਿਕ ਹੈ ਕਿ ਇੱਕ ਵਰਡ ਕਿੱਦਾਂ ਬਣਦਾ ਹੈ, ਤਾਂ ਆਪਾਂ ਇਹ ਸਾਰੇ ਟੌਪਿਕ ਵੇਖਾਂਗੇ। ਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਵਾਕ। ਇਹ ਵਿਆਕਰਣ ਦਾ ਸਭ ਤੋਂ ਮੇਨ ਜਾਂ ਸਭ ਤੋਂ ਸਟਾਰਟਿੰਗ ਦਾ ਟੌਪਿਕ ਹੈ। ਠੀਕ ਹੈ, ਹੁਣ ਵਾਕ ਕੀ ਹੁੰਦਾ ਹੈ? ਜੇ ਆਪਾਂ ਵਾਕ ਨੂੰ ਇੰਗਲਿਸ਼ 'ਚ ਦੇਖੀਏ ਤਾਂ ਉਹਦਾ ਮਤਲਬ ਹੁੰਦਾ ਸੈਂਟੈਂਸ। ਇੱਕ ਸੈਂਟੈਂਸ ਕੀ ਹੁੰਦਾ ਹੈ ਜੇ ਆਪਾਂ ਆਪਣੀ ਲੈਂਗੁਏਜ ਵਿੱਚ ਸੋਚੀਏ ਬਿਨਾਂ ਇਹਦੀ ਪਰਿਭਾਸ਼ਾ ਪੜ੍ਹੇ? ਆ ਇੱਕ ਵਰਡ ਹੈ ਪਲੱਸ ਆ ਇੱਕ ਵਰਡ ਹੈ ਪਲੱਸ ਇਹ ਇੱਕ ਵਰਡ ਹੈ ਪਲੱਸ ਇੱਕ ਵਰਡ ਹੈ, ਇੱਕ ਬਣ ਗਿਆ ਸੈਂਟੈਂਸ। ਠੀਕ ਹੈ, ਹੁਣ ਆਪਾਂ ਜੇ ਲਾ ਦਈਏ ਮੈਂ ਅੱਜ ਸਕੂਲ ਗਈ। ਠੀਕ ਹੈ, ਆ 4 ਸ਼ਬਦਾਂ ਨੂੰ ਬਣ ਕੇ ਇੱਕ ਵਾਕ ਬਣਿਆ, ਇਹਨੂੰ ਕਹਿ ਦਿੰਦੇ ਆਪਾਂ ਵਾਕ। ਠੀਕ ਹੈ, ਵਾਕ ਕੀ ਹੁੰਦਾ? ਇੱਕ ਸੈਂਟੈਂਸ ਹੁੰਦਾ ਜਿਹੜਾ ਕਿ ਡਿਫਰੈਂਟ ਵਰਡਸ ਤੋਂ ਬਣਿਆ ਹੁੰਦਾ ਹੈ। ਆ ਹੋਗੀ ਬੇਸਿਕ ਡੈਫੀਨੇਸ਼ਨ ਵਾਕ ਦੀ। ਵਾਕ ਕੀ ਹੁੰਦਾ ਹੈ? ਵਾਕ ਦੀ ਰੂਪ ਤੇ ਕਾਰਜ ਦੇ ਆਧਾਰ ਤੇ ਪਰਿਭਾਸ਼ਾ ਲਿਖੋ, ਯਾਨੀ ਕਿ ਵਾਕ ਦੀ ਆਪਾਂ ਪਰਿਭਾਸ਼ਾ ਯਾਨੀ ਕਿ ਡੈਫੀਨੇਸ਼ਨ ਲਿਖਣੀ ਹੈ। ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਵਿਆਕਰਣ ਇਕਾਈ ਹੁੰਦੀ ਹੈ। ਸ਼ਬਦ, ਹੁਣ ਆ ਕੀ ਇੱਕ ਸ਼ਬਦ ਹੈ। ਹੁਣ ਪੰਜਾਬੀ ਵਿੱਚ ਜੇ ਆਪਾਂ ਦੇਖੀਏ ਮੈਂ ਤੋਂ ਛੋਟਾ ਸ਼ਬਦ ਹੋ ਸਕਦਾ ਕੋਈ ਨਹੀਂ, ਤਾਂ ਜਿਹੜਾ ਸ਼ਬਦ ਹੈ ਇਹ ਸਭ ਤੋਂ ਛੋਟੀ ਇਕਾਈ ਹੁੰਦੀ ਹੈ, ਯਾਨੀ ਕਿ ਸਭ ਤੋਂ ਛੋਟਾ ਇੱਕ ਯੂਨਿਟ ਹੁੰਦਾ ਹੈ। ਠੀਕ ਹੈ, ਸ਼ਬਦਾਂ ਦੇ ਸਮੂਹ ਤੋਂ ਵਾਕੰਸ਼ ਬਣਦੇ ਹਨ, ਵਾਕੰਸ਼ਾਂ ਦੇ ਸਮੂਹ ਤੋਂ ਉਪਵਾਕ ਦੀ ਰਚਨਾ ਹੁੰਦੀ ਹੈ ਤੇ ਉਪਵਾਕਾਂ ਦੇ ਸਮੂਹ ਤੋਂ ਵਾਕ ਦੀ ਰਚਨਾ ਹੁੰਦੀ ਹੈ। ਬੇਸਿਕਲੀ ਜਿਹੜੇ ਸਾਡੇ ਵਰਡਸ ਹੁੰਦੇ ਆ ਇਹ ਸਾਨੂੰ ਸਾਰੀਆਂ ਚੀਜ਼ਾਂ ਬਾਅਦ 'ਚ ਸਮਝ ਆਉਣਗੀਆਂ, ਪਰ ਜੇ ਆਪਾਂ ਸਿੰਪਲ ਇੱਕ ਵਾਕ ਨੂੰ ਦੇਖੀਏ ਤਾਂ ਵਾਕ ਕਿੱਦਾਂ ਬਣਦਾ ਹੈ? ਬਹੁਤ ਸਾਰੇ ਸ਼ਬਦਾਂ ਨੂੰ ਮਿਲਾ ਕੇ ਇੱਕ ਵਾਕ ਬਣਦਾ ਹੈ। ਇਹ ਤੁਸੀਂ ਡੈਫੀਨੇਸ਼ਨ ਯਾਦ ਕਰ ਲੈਣੀ ਹੈ। ਇਨ ਫਿਊਚਰ ਜਦੋਂ ਆਪਾਂ ਪੜਾਂਗੇ ਕਿ ਵਾਕੰਸ਼ ਕੀ ਹੁੰਦਾ ਹੈ, ਉਪਵਾਕ ਕੀ ਹੁੰਦੇ ਹਨ, ਠੀਕ ਹੈ, ਤੇ ਇਹ ਆਪਾਂ ਜਦੋਂ ਪੜਾਂਗੇ ਸ਼ਬਦ ਦੇ ਬਾਰੇ ਵੀ ਪੜਾਂਗੇ। ਇਹ ਜਦੋਂ ਆਪਾਂ ਪੜਾਂਗੇ ਤਾਂ ਸਾਨੂੰ ਸਮਝ ਆਏਗਾ ਕਿ ਪੂਰੀ ਡੈਫੀਨੇਸ਼ਨ ਕੀ ਹੈ। ਬਸ ਅਸੀਂ ਯਾਦ ਰੱਖਣ ਲਈ ਇੰਨਾ ਯਾਦ ਰੱਖਣਾ ਹੈ ਕਿ ਜਿਹੜੇ ਵਰਡਸ ਹੁੰਦੇ, ਜਿਹੜੇ ਸ਼ਬਦ ਹੁੰਦੇ ਉਹਨਾਂ ਨੂੰ ਜੋੜ ਕੇ ਇੱਕ ਵਾਕ ਬਣਦਾ ਹੈ। ਇਸ ਤਰ੍ਹਾਂ ਵਾਕ ਭਾਸ਼ਾ ਸਭ ਤੋਂ ਵੱਡੀ ਇਕਾਈ ਹੁੰਦੀ ਹੈ। ਹੁਣ ਜੇ ਆਪਾਂ ਇਹ ਛੋਟਾ ਇੱਕ ਮੈਂ ਦੇਖੀਏ ਤੇ ਆਪਾਂ ਪੂਰਾ ਦੇਖੀਏ ਮੈਂ ਅੱਜ ਸਕੂਲ ਗਈ, ਛੋਟਾ ਕਿਹੜਾ ਹੈ? ਆਬਵੀਅਸਲੀ ਸਿਰਫ ਮੈਂ ਅੱਜ ਸਕੂਲ ਗਈ ਬਹੁਤ ਵੱਡਾ ਹੈ, ਤਾਂ ਵਾਕ ਜਿਹੜੀ ਹੁੰਦੀ ਉਹ ਵੱਡੀ ਇਕਾਈ ਹੁੰਦੀ ਹੈ। ਯੋਗ ਸ਼ਬਦਾਂ ਦੀ ਚੋਣ, ਯਾਨੀ ਕਿ ਸਾਨੂੰ ਸਹੀ ਤਰੀਕੇ ਨਾਲ ਸ਼ਬਦ ਚੁਣਨੇ ਚਾਹੀਦੇ ਹਨ, ਯਾਨੀ ਕਿ ਸਹੀ ਤਰਤੀਬ ਦੇ ਵਿੱਚ, ਯਾਨੀ ਕਿ ਸਹੀ ਆਰਡਰ ਦੇ ਵਿੱਚ। ਕੁੜੀ ਚਾਹ ਪੜ੍ਹਦੀ ਹੈ, ਹੁਣ ਇਹਦੀ ਆਪਾਂ ਕੁਝ ਐਗਜ਼ਾਮਪਲ ਦੇਖ ਲੈਂਦੇ ਹਾਂ। ਕੁੜੀ ਚਾਹ ਪੜ੍ਹਦੀ ਹੈ, ਕੁੜੀ ਚਾਹ ਪੀਂਦੀ ਹੈ, ਕੁੜੀ ਚਾਹ ਪੀਂਦਾ ਹੈ। ਹੁਣ ਇਹਦੇ ਵਿੱਚੋਂ ਕੀ ਸਹੀ ਹੈ? ਇਹ ਵਾਲਾ, ਕੁੜੀ ਚਾਹ ਪੀਂਦੀ ਹੈ। ਨਾ ਇੱਥੇ ਪੜ੍ਹਦੀ ਆ ਸਕਦਾ ਹੈ ਨਾ ਪੀਂਦਾ ਆ ਸਕਦਾ ਹੈ, ਤਾਂ ਇਹ ਕੀ ਹੋ ਗਿਆ? ਇੱਕ ਵਾਕ, ਯਾਨੀ ਕਿ ਵਾਕ ਇੱਕਦਮ ਸਹੀ ਤਰੀਕੇ ਨਾਲ ਲਿਖਿਆ ਹੋਣਾ ਚਾਹੀਦਾ ਹੈ। ਵਾਕ ਵਿੱਚ ਸ਼ਬਦਾਂ ਦੀ ਤਰਤੀਬ ਦਾ ਠੀਕ ਹੋਣਾ ਜ਼ਰੂਰੀ ਹੈ। ਹੈ ਕੁਲਵੰਤ ਫੁੱਟਬਾਲ ਖੇਡਦਾ, ਫੁੱਟਬਾਲ ਖੇਡਦਾ ਹੈ ਕੁਲਵੰਤ, ਕੁਲਵੰਤ ਫੁੱਟਬਾਲ ਖੇਡਦਾ। ਇਹ ਚੋਂ ਸਹੀ ਕਿਹੜਾ ਹੈ? ਆ ਵਾਲਾ। ਇਹ ਆਪਾਂ ਪੰਜਾਬੀ ਭਾਸ਼ਾ ਬੋਲਦੇ ਤਾਂ ਸਾਨੂੰ ਚੀਜ਼ਾਂ ਸਮਝ ਆਉਂਦੀਆਂ ਹਨ। ਠੀਕ ਹੈ, ਜੇ ਸਾਨੂੰ ਪੰਜਾਬੀ ਭਾਸ਼ਾ ਨਾ ਆਉਂਦੀ ਹੁੰਦੀ ਤਾਂ ਆਪਾਂ ਨੂੰ ਨਹੀਂ ਸੀ ਸਮਝ ਆਣਾ। ਹੁਣ ਆ ਜਿਹੜੇ ਇਹਦੇ ਰੂਲਸ ਹੈ, ਜਿਹੜੇ ਮੈਂ ਮਾਰਕ ਕਰਾਵਾਂਗੇ ਤੁਸੀਂ ਸਿਰਫ ਉਹੀ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਬਾਕੀ ਆਪਾਂ ਸਿਰਫ ਪੰਜਾਬੀ ਕੀ ਹੁੰਦੀ ਹੈ ਆਪਾਂ ਸਿਰਫ ਉਹ ਦੇਖਣਾ ਹੈ। ਠੀਕ ਹੈ, ਗ੍ਰਾਮਰ ਪਾਰਟ ਕੀ ਹੁੰਦਾ ਹੈ। ਹੁਣ ਇੱਕ ਵਾਕ ਕਿੱਦਾਂ ਬਣਦਾ ਹੈ? ਵਾਕ ਕਿੱਦਾਂ ਬਣਦਾ ਹੈ? ਕਰਤਾ, ਯਾਨੀ ਕਿ ਜਿਹੜਾ ਬੰਦਾ ਕਰਦਾ ਹੈ, ਕਰਮ, ਯਾਨੀ ਕਿ ਉਹ ਕੀ ਕਰ ਰਿਹਾ, ਤੇ ਕਿਰਿਆ। ਕੁਲਵੰਤ, ਕੁਲਵੰਤ ਕੀ ਹੈ? ਕਰਤਾ, ਯਾਨੀ ਕਿ ਕੋਈ ਪਰਸਨ। ਕਰਮ, ਕਰਮ ਯਾਨੀ ਕਿ ਉਹ ਕਿਸ ਚੀਜ਼ ਨਾਲ ਇਨਵੋਲਵਡ ਹੈ? ਫੁੱਟਬਾਲ ਦੇ ਨਾਲ। ਠੀਕ ਹੈ, ਉਹ ਫੁੱਟਬਾਲ ਖੇਡ ਰਿਹਾ ਹੈ। ਔਰ ਖੇਡਦਾ, ਖੇਡਦਾ ਕੀ ਹੈ? ਪਲੇ, ਯਾਨੀ ਕਿ ਉਹ ਕੰਮ ਕਰ ਰਿਹਾ ਹੈ। ਠੀਕ ਹੈ, ਕੋਈ ਵੀ ਕੰਮ ਕਰਨਾ। ਏਦਾਂ ਬੰਦਾ ਇੱਕ ਵਾਕ। ਕਰਤਾ ਯਾਨੀ ਕਿ ਉਹ ਬੰਦਾ, ਕਰਮ ਉਹ ਕੀ ਕਰ, ਮਤਲਬ ਉਹ ਕਿਸ ਚੀਜ਼ ਨਾਲ ਕੀ ਕਰ ਰਿਹਾ, ਦੂਜਾ ਆਬਜੈਕਟ ਕੀ ਇਨਵੋਲਵ ਹੈ,
ਤੇ ਕਿਰਿਆ, ਕਿਰਿਆ ਯਾਨੀ ਕੀ ਉਹ ਕੀ ਕਰ ਰਿਹਾ ਹੈ, ਠੀਕ ਹੈ। ਏਦਾਂ ਬਣਦਾ ਵਾਕ। ਜੇਕਰ ਅਸੀਂ ਇਸ ਦੀਪ ਨੂੰ ਬਦਲ ਦਈਏ ਤਾਂ ਵਾਕ ਸਹੀ ਨਹੀਂ ਬਣੇਗਾ। ਹੁਣ ਜੇ ਆਪਾਂ ਦੇਖੀਏ ਆ ਉੱਪਰ ਹੈ ਕੁਲਵੰਤ ਫੁੱਟਬਾਲ ਖੇਡਦਾ, ਕੀ ਇਹ ਸਹੀ ਹੈ? ਨਹੀਂ, ਇੱਕ ਆਰਡਰ 'ਚ ਹੋਣੇ ਚਾਹੀਦੇ ਆ। ਹੁਣ ਇੱਕ ਸੈਂਟੈਂਸ ਨੂੰ ਆਪਾਂ ਬਹੁਤ ਸਾਰੀ ਉਹਦੇ ਵਿੱਚ ਵੀ ਲਿਖ ਸਕਦੇ ਹਾਂ। ਹੁਣ ਇਹ ਜਿਹੜੇ ਮਾਰਕਸ ਹੁੰਦੇ ਆ, ਕੁਐਸਚਨ ਮਾਰਕ, ਐਕਸਪਲੇਨੇਸ਼ਨ ਮਾਰਕ ਤੇ ਡੰਡੀ, ਇਹ ਸਾਨੂੰ ਵਾਕ ਦਾ ਮਤਲਬ ਸਮਝਾਉਂਦੀ ਹੈ। ਉਹ ਚੋਰ ਹੈ, ਇਹ 'ਚ ਕੀ ਪੁੱਛ ਰਿਹਾ? ਕੁਐਸਚਨ ਪੁੱਛ ਰਿਹਾ ਹੈ। ਉਹ ਚੋਰ ਹੈ, ਇਹਦੇ ਵਿੱਚ ਯਾਨੀ ਕਿ ਐਕਸਕਲਾਮੇਟਰੀ, ਯਾਨੀ ਕਿ ਬਹੁਤ ਭਾਵੁਕ ਹੋ ਕੇ, ਹੈ ਨਾ, ਬਹੁਤ ਮਤਲਬ ਸਰਪ੍ਰਾਈਜ਼ ਹੋ ਕੇ ਦੱਸ ਰਿਹਾ, ਠੀਕ ਹੈ। ਕੋਈ ਵੀ ਐਕਸਪ੍ਰੈਸ਼ਨ ਨਾ, ਉਹ ਚੋਰ ਹੈ। ਸਿੰਪਲ ਇੱਕ ਸੈਂਟੈਂਸ ਬੋਲਣਾ। ਤਾਂ ਕਈ ਵਾਰੀ ਆਪਾਂ ਸੈਂਟੈਂਸ ਸੇਮ ਹੁੰਦਾ ਹੈ ਤੇ ਕਈ ਵਾਰੀ ਬਸ ਜਿਹੜਾ ਆਪਾਂ ਪਿੱਛੇ ਮਾਰਕ ਲਗਾ ਦਿੰਦੇ ਆ, ਉਹ ਜਿਹੜਾ ਹੈ ਉਸ ਚੀਜ਼ ਨੂੰ ਬਦਲ ਦਿੰਦਾ ਹੈ। ਠੀਕ ਹੈ, ਅੱਗੇ ਆ ਜਾਂਦੇ ਆ ਅਨਿਸ਼ਚਿਤ ਆਕਾਰ। ਵਾਕ ਇਹ ਲੱਛਣ ਵੀ ਦੇਖਣ ਵਿੱਚ ਆਉਂਦਾ ਹੈ ਕਿ ਇਸ ਦਾ ਆਕਾਰ ਅਨਿਸ਼ਚਿਤ ਹੁੰਦਾ ਹੈ। ਇੱਕ ਪੂਰਨ ਵਾਕ ਵਿੱਚ ਘੱਟੋ ਘੱਟ 2 ਸ਼ਬਦ ਦਾ ਹੋਣਾ ਜ਼ਰੂਰੀ ਹੈ, ਪਰ ਵਾਕ ਵਿੱਚ ਵੱਧ ਤੋਂ ਵੱਧ ਕਿੰਨੇ ਸ਼ਬਦ ਆ ਸਕਦੇ ਹਨ, ਇਸ ਦੀ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਯਾਨੀ ਕਿ ਜਿੰਨੇ ਮਰਜ਼ੀ ਵਰਡਸ ਦਾ ਇੱਕ ਸੈਂਟੈਂਸ ਹੋ ਸਕਦਾ ਹੈ। ਸੌਰੀ, ਹੁਣ ਆਪਾਂ ਇਹਦਾ ਵੀ ਦੇਖ ਲੈਂਦੇ ਆ। 2 ਵਰਡਸ ਨਾਲ ਬਣਿਆ, ਮੁੰਡਾ ਹੱਸਿਆ, ਇਹਦਾ ਮਤਲਬ ਬਣਦਾ ਹੈ, ਬਿਲਕੁਲ ਬਣਦਾ ਹੈ, ਮੁੰਡਾ ਹੱਸ ਰਿਹਾ। ਤੇਰਾ ਮੁੰਡਾ ਖੂਬ ਹੱਸਿਆ, 4 ਵਰਡਸ, ਇਹਦਾ ਵੀ ਮਤਲਬ ਬਣ ਰਿਹਾ 7 8 9 10 11। ਹੁਣ ਇਹ 11 ਤੋਂ 12 ਵਰਡ ਦਾ ਹੈ, ਵਰਡਸ ਦਾ ਇੱਕ ਸੈਂਟੈਂਸ ਹੈ। ਤੇਰਾ ਸਭ ਤੋਂ ਵੱਡਾ ਮੁੰਡਾ ਮੇਰੀ ਗੱਲ ਸੁਣ ਕੇ ਖੂਬ ਹੱਸਿਆ, ਇਹਦਾ ਵੀ ਮਤਲਬ ਬਣ ਰਿਹਾ। ਕੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੁਸ਼ਿਆਰਪੁਰ ਤੋਂ ਰੋਪੜ ਜ਼ਿਲ੍ਹਿਆਂ ਦੇ ਪਿੰਡਾਂ ਜਿੱਥੇ ਬਹੁਤ ਹੜ੍ਹ ਆਏ ਸਨ ਵਿਖੇ ਹੜ੍ਹ ਪੀੜਤਾਂ ਦੀ ਹਾਲਤ ਨੂੰ ਦੇਖਣ ਜਾਂਦੇ ਹਨ, ਤਦ ਪਿੰਡਾਂ ਦੇ ਸਰਪੰਚ ਉਹਨਾਂ ਅੱਗੇ ਬੇਨਤੀ ਕੀਤੀ ਹੈ ਕਿ ਉਹ ਘਰੋਂ ਬੇਘਰ ਹੋਏ ਤੇ ਸਭ ਕੁਝ ਗੁਆ ਚੁੱਕੇ ਲੋਕਾਂ ਦੇ ਲਈ ਛੇਤੀ ਤੋਂ ਛੇਤੀ ਸਰਕਾਰੀ ਸਹਾਇਤਾ ਭੇਜਣ ਦਾ ਪ੍ਰਬੰਧ ਕਰਨ, ਤਾਂ ਜੋ ਹੁਣ ਇੰਨੇ ਸਾਰੇ ਵਰਡਸ ਆ, ਅਨਲਿਮਿਟਿਡ ਵਰਡਸ, ਇਹ ਅਨਲਿਮਿਟਿਡ ਵਰਡਸ ਹੈ। ਜਦ ਤੱਕ ਇਹਦੇ ਪਿੱਛੇ ਡੰਡੀ ਨਹੀਂ ਪੈ ਜਾਂਦੀ ਤਦ ਤੱਕ ਇਹ ਇੱਕ ਵਾਕ ਹੈ। ਤਾਂ ਉਹਨਾਂ ਦੀ ਕਹਿਣ ਦਾ ਭਾਵ ਇਹੀ ਹੈ ਕਿ ਵਾਕ 2 ਸ਼ਬਦਾਂ ਦਾ ਵੀ ਹੋ ਸਕਦਾ ਹੈ ਤੇ ਅਨਲਿਮਿਟਿਡ ਸ਼ਬਦਾਂ ਦਾ ਵੀ ਹੋ ਸਕਦਾ ਹੈ। ਇਹ ਬੇਸਿਕਲੀ ਆਪਾਂ ਜਸਟ ਇੱਕ ਵਾਕ ਦੀ ਇੰਟਰੋਡਕਸ਼ਨ ਕਰ ਰਹੇ ਹਾਂ ਕਿ ਇੱਕ ਸੈਂਟੈਂਸ ਕੀ ਹੁੰਦਾ ਹੈ। ਬਹੁਤ ਬੇਸਿਕ ਜਿਹੀਆਂ ਚੀਜ਼ਾਂ ਹੈ, ਇਹ ਛੋਟੇ ਹੁੰਦੇ ਆਪਾਂ ਕੀਤੀਆਂ ਹੋਣਗੀਆਂ, ਠੀਕ ਹੈ। ਹੁਣ ਇਹ ਟੌਪਿਕ ਆ ਜਾਂਦਾ ਹੈ ਉਦੇਸ਼ ਤੇ ਵਿਧੇਯ, ਯਾਨੀ ਕਿ ਸਬਜੈਕਟ ਪ੍ਰੈਡੀਕੇਟ। ਇਹ ਆਪਾਂ ਪੜ੍ਹਿਆ ਹੋਏਗਾ ਕਿਤੇ ਨਾ ਕਿਤੇ ਆਪਣੀ ਇੰਗਲਿਸ਼ ਵਿੱਚ। ਹੁਣ ਇਹਦਾ ਆਪਾਂ ਸਿੱਧਾ ਐਗਜ਼ਾਮਪਲ ਦੇਖਦੇ ਹਾਂ। ਹੁਣ ਇੱਕ ਵਾਕ ਵਿੱਚ ਇੱਕ ਸਬਜੈਕਟ ਹੁੰਦਾ ਹੈ ਤੇ ਇੱਕ ਪ੍ਰੈਡੀਕੇਟ ਹੁੰਦਾ ਹੈ, ਠੀਕ ਹੈ। ਵਾਕ ਕਿਸੇ ਸੰਪੂਰਨ ਭਾਵ ਨੂੰ ਕਾਲ ਸਹਿਤ ਪ੍ਰਗਟ ਕਰਦਾ ਹੈ ਅਤੇ ਇਹ ਭਾਵ ਕਿਸੇ ਖਾਸ ਚੀਜ਼ ਨਾਲ ਸੰਬੰਧਿਤ ਹੁੰਦਾ ਹੈ। ਇਸ ਪ੍ਰਕਾਰ ਵਾਕ ਦੇ 2 ਭਾਗ ਹੁੰਦੇ ਹਨ। ਇਹ 2 ਪਾਰਟਸ ਹੈ ਇੱਕ ਸੈਂਟੈਂਸ ਦੇ। ਇੱਕ ਭਾਗ ਹੁੰਦਾ ਹੈ ਜਿਸ ਵਿੱਚ ਚੀਜ਼ ਹੁੰਦੀ ਹੈ ਜਿਸ ਬਾਰੇ ਕੁਝ ਕਿਹਾ ਗਿਆ ਹੁੰਦਾ ਹੈ ਤੇ ਦੂਜੇ ਭਾਗ ਵਿੱਚ ਜੋ ਕੁਝ ਵੀ ਕਿਹਾ ਗਿਆ ਹੁੰਦਾ ਹੈ, ਯਾਨੀ ਕਿ ਸਬਜੈਕਟ ਯਾਨੀ ਕਿ ਇੱਕ ਚੀਜ਼। ਹੁਣ ਆਪਾਂ ਕੋਈ ਵੀ ਚੀਜ਼ ਲੈ ਸਕਦੇ ਹਾਂ। ਸਪੋਜ਼ ਆਪਾਂ ਇੱਕ ਬਿੱਲੀ ਦੀ ਗੱਲ ਕਰਦੇ ਹਾਂ ਜਾਂ ਆਪਾਂ ਚਲੋ ਕਿਸੇ ਵੀ ਬੰਦੇ ਦੀ ਗੱਲ ਕਰ ਲੈਂਦੇ ਹਾਂ, ਆਪਾਂ ਆਹੀ ਐਗਜ਼ਾਮਪਲ ਦੇਖਦੇ ਹਾਂ, ਠੀਕ ਹੈ। ਹੁਣ ਸਬਜੈਕਟ ਯਾਨੀ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੋਵੇ, ਕੋਈ ਵੀ ਚੀਜ਼। ਹੁਣ ਚੀਜ਼ ਦੇ ਵਿੱਚ ਇਹ ਨਹੀਂ ਕੋਈ ਨॉन ਲਿਵਿੰਗ ਥਿੰਗ ਆਣੀ, ਕੋਈ ਬੰਦਾ ਵੀ ਆ ਸਕਦਾ ਹੈ, ਯਾਨੀ ਕਿ ਜਿਸ ਬਾਰੇ ਗੱਲ ਕੀਤੀ ਹੋਵੇ। ਜਿਸ ਬਾਰੇ ਗੱਲ ਹੋਵੇ ਤੇ ਪ੍ਰੈਡੀਕੇਟ ਕੀ ਹੈ? ਉਹ ਗੱਲ, ਠੀਕ ਹੈ। ਜਸਟ ਅ ਸੈਕਿੰਡ, ਕੁਝ ਹੋ ਰਿਹਾ ਹੈ। ਹੁਣ ਆਪਾਂ ਦੇਖ ਰਹੇ ਹਾਂ ਸਬਜੈਕਟ ਤੇ ਪ੍ਰੈਡੀਕੇਟ ਆਪਾਂ ਦੇਖ ਰਹੇ ਸੀਗੇ, ਠੀਕ ਹੈ। ਯਾਨੀ ਕਿ ਸਬਜੈਕਟ ਯਾਨੀ ਕਿ ਜਿਸ ਬੰਦੇ ਬਾਰੇ ਗੱਲ ਹੋਈ ਹੋਵੇ
ਤੇ ਪ੍ਰੈਡੀਕੇਟ ਮਤਲਬ ਜੋ ਵੀ ਗੱਲ ਹੋਵੇ। ਠੀਕ ਹੈ, ਹੁਣ ਆ ਇੱਕ ਐਗਜ਼ਾਮਪਲ ਹੈ ਗੁਰਚਰਨ। ਹੁਣ ਇਹਦਾ ਸਬਜੈਕਟ ਕੀ ਹੈ? ਗੁਰਚਰਨ, ਯਾਨੀ ਕਿ ਕਿਹਦੇ ਬਾਰੇ ਗੱਲ ਹੋ ਰਹੀ ਹੈ? ਗੁਰਚਰਨ ਬਾਰੇ ਗੱਲ ਹੋ ਰਹੀ ਹੈ। ਤੇ ਕੀ ਗੱਲ ਹੋ ਰਹੀ ਹੈ? ਕਿ ਉਹ ਸਕੂਲ ਜਾ ਰਿਹਾ ਹੈ, ਇਹ ਪ੍ਰੈਡੀਕੇਟ ਹੋ ਗਿਆ। ਬਿੱਲੀ ਰਸਤੇ ਤੋਂ ਜਾ ਰਹੀ है, बिल्ली की हो गया सब्जेक्ट, रस्ते तो जा रही है प्रेडिकेट। मुंडा खांदा है, सब्जेक्ट की है मुंडा, की कर रहा है? खा रहा है, यानी कि वो प्रेडिकेट है। जिस बारे गल कीती होवे वो सब्जेक्ट ते जो गल कीती होवे वो प्रेडिकेट। ਤੇ ਇਹ ਹੁੰਦੇ ਹੈ ਵਾਕ ਦੇ ਦੋ ਭਾਗ, ਯਾਨੀ ਕਿ ਵਾਕ ਦੋ ਚੀਜ਼ਾਂ ਨਾਲ ਬਣਿਆ ਹੁੰਦਾ ਹੈ, ਸਬਜੈਕਟ ਤੇ ਪ੍ਰੈਡੀਕੇਟ। ਉੱਪਰ ਲਿਖੇ ਗਏ ਸਾਰੇ ਵਿਚਾਰਾਂ ਤੋਂ ਪਿੱਛੋਂ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿੱਚ ਯੋਗ ਸ਼ਬਦਾਂ ਦੀ ਵਰਤੋਂ ਇਹ ਕਨਕਲੂਜਨ ਹੈ। ਹੁਣ ਉੱਪਰ ਆਪਾਂ ਜੋ ਸਭ ਪੜਿਆ ਉਹਦਾ ਆਪਾਂ ਕਨਕਲੂਜਨ ਕੱਢ ਰਹੇ ਹਾਂ ਕਿ ਇੱਕ ਜਿਹੜਾ ਵਾਕ ਹੁੰਦਾ ਹੈ, ਠੀਕ ਹੈ, ਇੱਕ ਜਿਹੜਾ ਵਾਕ ਹੁੰਦਾ ਹੈ ਉਹ ਚ ਯੋਗ ਸ਼ਬਦ ਯਾਨੀ ਕਿ ਸਹੀ ਸ਼ਬਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਆਪਾਂ ਉੱਪਰ ਵੇਖਿਆ ਸੀ ਐਗਜ਼ਾਮਪਲ, ਕੁੜੀ ਚਾਹ ਪੜਦੀ ਹੈ, ਕੁੜੀ ਚਾਹ ਪੀਂਦੀ ਹੈ, ਕੁੜੀ ਚਾਹ ਪੀਂਦਾ ਹੈ। ਉਹਦੇ ਵਿੱਚ ਆਪਾਂ ਯੋਗ ਸ਼ਬਦ ਯਾਨੀ ਕਿ ਸਹੀ ਸ਼ਬਦ ਕੀ ਹੈ? ਆਬਵੀਅਸਲੀ ਪੀਂਦੀ ਹੈ। ਠੀਕ ਹੈ, ਤੇ ਤਰਤੀਬ ਯਾਨੀ ਕਿ ਉਹਦਾ ਆਰਡਰ ਸਹੀ ਹੋਣਾ ਚਾਹੀਦਾ ਹੈ ਫੁੱਟਬਾਲ ਖੇਡਦਾ ਹਰਮਨ, ਹਰਮਨ ਫੁੱਟਬਾਲ ਖੇਡਦਾ ਹੈ, ਯਾਨੀ ਕਿ ਉਹਦਾ ਆਰਡਰ ਸਹੀ ਹੋਣਾ ਚਾਹੀਦਾ ਹੈ। ਉਸਦਾ ਆਕਾਰ ਅਸੀਮਿਤ ਹੁੰਦਾ ਹੈ, ਯਾਨੀ ਕਿ ਉਹ ਕਿੰਨੇ ਵੀ ਵਰਡਸ ਤੋਂ ਬਣਿਆ ਜਾ ਸਕਦਾ ਹੈ। ਉਸ ਦਾ ਵਿਸ਼ੇਸ਼ ਉਚਾਰਨ ਲਹਿਜ਼ਾ ਹੁੰਦਾ ਹੈ ਅਤੇ ਉਸ ਦੇ ਉਦੇਸ਼ ਅਤੇ ਵਿਧੇਯ ਦਾ ਧਾਰਨੀ ਹੁੰਦਾ ਹੈ। ਉਦੇਸ਼ ਮਤਲਬ ਸਬਜੈਕਟ ਤੇ ਵਿਧੇਯ ਮਤਲਬ ਪ੍ਰੈਡੀਕੇਟ। आई होप है प्रेडिकेट ਤੇ ਸਬਜੈਕਟ ਤੁਹਾਨੂੰ ਬਹੁਤ ਈਜ਼ੀਲੀ ਸਮਝ ਆ ਗਿਆ ਹੋਊਗਾ। ਇਸੇ ਆਧਾਰ ਤੇ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਪੜ੍ਹੀਆਂ, ਕਿੰਨੀਆਂ ਸੌਖੀਆਂ ਚੀਜ਼ਾਂ ਸੀ। ਸਹੀ ਸ਼ਬਦ ਹੋਣੇ ਚਾਹੀਦੇ ਆ, ਸਹੀ ਆਰਡਰ ਚ ਹੋਣੇ ਚਾਹੀਦੇ ਆ, ਅਨਲਿਮਿਟਿਡ ਵਰਡਸ ਨਾਲ ਇੱਕ ਸੈਂਟੈਂਸ ਬਣ ਸਕਦਾ ਹੈ ਤੇ ਉਹਦੇ ਵਿੱਚ ਉਦੇਸ਼ ਤੇ ਵਿਧੇਯ ਹੁੰਦਾ ਹੈ। ਤਾਂ ਇਤੋਂ ਇੱਕ ਡੈਫੀਨੇਸ਼ਨ ਬਣਦੀ ਹੈ ਵਾਕ ਦੀ, ਵਿਸ਼ੇਸ਼ ਵਿਆਕਰਨਿਕ ਸੰਬੰਧਾਂ ਦੀ ਤਰਤੀਬ ਵਿੱਚ ਬੁੱਝੇ ਉਦੇਸ਼ ਤੇ ਵਿਧੇਯ ਅੰਗਾਂ ਦੀ ਧਾਰਨੀ ਸ਼ਬਦ ਸਮੂਹ ਸੁਤੰਤਰ ਦੇ ਸਾਰਥਕ ਇਕਾਈ ਵਾਕ ਅਖਵਾਉਂਦੀ ਹੈ। ਇਹਦੇ ਵਿੱਚ ਆਪਾਂ ਸਭ ਕੁਝ ਦੱਸਦਾ ਕਿ ਸੰਬੰਧ ਹੁੰਦਾ ਹੈ, ਆਰਡਰ ਹੁੰਦਾ ਹੈ, ਉਦੇਸ਼ ਵਿਧੇਯ ਹੁੰਦਾ ਹੈ, ਸ਼ਬਦ ਦਾ ਸਮੂਹ ਹੁੰਦਾ ਹੈ ਯਾਨੀ ਕਿ ਵਰਡਸ ਨੂੰ ਮਿਲਾ ਕੇ। ਠੀਕ ਹੈ, ਇਹਨੂੰ ਇੱਕ ਵਾਕ ਆਖਦੇ ਹਨ। ਤਾਂ ਤੁਸੀਂ ਇਹ ਵਾਲੀ ਡੈਫੀਨੇਸ਼ਨ ਵੀ ਯਾਦ ਕਰ ਸਕਦੇ ਹੋ, ਜਿਹੜੀ ਉੱਪਰ ਪਰਿਭਾਸ਼ਾ ਦਿੱਤੀ ਸੀ ਉਹ ਵੀ ਡੈਫੀਨੇਸ਼ਨ ਯਾਦ ਕਰ ਸਕਦੇ ਹੋ। ਤਾਂ ਇਹ ਸਾਡਾ ਹੋ ਗਿਆ ਵਾਕ। ਅਗੇਨ ਹੈ ਵਾਕ ਦੀ ਪਰਿਭਾਸ਼ਾ ਉਹਨਾਂ ਨੇ ਪੁੱਛੀ ਹੈ ਤਾਂ ਤੁਹਾਨੂੰ ਇਹ ਯਾਦ ਹੀ ਕਰਨੀ ਪਏਗੀ। ਓਕੇ, ਹੁਣ ਆਪਾਂ ਕਰਦੇ ਹਾਂ ਬਣਤਰ ਰੂਪ ਦੇ ਆਧਾਰ ਤੇ ਵਾਕ ਦੀ ਵੰਡ ਕਰੋ, ਯਾਨੀ ਕਿ ਇੱਕ ਸੈਂਟੈਂਸ ਕਿੰਨੇ ਤਰੀਕੇ ਦਾ ਹੁੰਦਾ ਹੈ। ਸੈਂਟੈਂਸ ਕਿੰਨੇ ਤਰੀਕੇ ਦਾ ਹੋ ਸਕਦਾ ਹੈ, ਯਾਨੀ ਕਿ ਟਾਈਪਸ ਆਪਾਂ ਬੋਲ ਸਕਦੇ ਹਾਂ। ਠੀਕ ਹੈ, ਸੈਂਟੈਂਸ ਦੀਆਂ ਟਾਈਪਸ। ਹੁਣ ਇੱਕ ਹੁੰਦਾ ਸਧਾਰਨ ਵਾਕ। ਸਧਾਰਨ ਵਾਕ ਯਾਨੀ ਕਿ ਇੱਕਦਮ ਸਿੰਪਲ ਜਿਹੜਾ ਸੈਂਟੈਂਸ ਹੁੰਦਾ ਹੈ। ਫॉर एग्जाम्पल, ਕੁੜੀ ਹੁਸ਼ਿਆਰ ਹੈ, ਮੇਰੀ ਸਾਥੀ ਬਹੁਤ ਚੁਸਤ ਹੈ, ਮੁੰਡੇ ਚਲਾਕ ਹਨ, ਸਾਡੇ ਮਕਾਨ ਪੱਕੇ ਸਨ। ਇਹ ਕੀ ਹੈ? ਇੱਕ ਸਿੰਪਲ ਸੈਂਟੈਂਸ ਹੈ, ਯਾਨੀ ਕਿ ਇੱਕ ਸਧਾਰਨ ਵਾਕ ਹੈ। ਸਿੰਪਲ ਸੈਂਟੈਂਸ ਜਿਹਦੇ ਵਿੱਚ ਕੋਈ ਵੀ ਡਿਫਿਕਲਟ ਜੀ ਚੀਜ਼ ਨਹੀਂ ਹੁੰਦੀ ਉਹਨੂੰ ਆਪਾਂ ਸਿੰਪਲ ਯਾਨੀ ਸਧਾਰਨ ਵਾਕ ਆਖਦੇ ਹਾਂ। ਇਹ ਹੋ ਗਈ ਟਾਈਪ 1। ਪੂਰਨ ਰੂਪ ਵਾਲੀ ਇੱਕੋ ਕਿਰਿਆ ਵਾਲੇ ਵਾਕ ਨੂੰ ਸਧਾਰਨ ਵਾਕ ਕਹਿੰਦੇ ਹਨ। ਪੂਰਨ ਰੂਪ ਵਾਲੀ ਇੱਕੋ ਕਿਰਿਆ ਵਾਲੇ ਵਾਕ ਨੂੰ ਯਾਨੀ ਕਿ ਜਿਹਦੇ ਵਿੱਚ ਇੱਕੋ ਵਾਰ ਚ ਸੈਂਟੈਂਸ ਖਤਮ ਹੋ ਜਾਵੇ ਉਹਨੂੰ ਆਪਾਂ ਸਧਾਰਨ ਵਾਕ ਆਖਦੇ ਹਨ। ਬਣਤਰ ਤੇ ਪੱਖ ਤੋਂ ਸਧਾਰਨ ਵਾਕ ਵਿੱਚ ਕੇਵਲ ਇੱਕ ਹੀ ਉਪਵਾਕ ਹੁੰਦਾ ਹੈ। ਉਪਵਾਕ ਆਪਾਂ ਬਾਅਦ ਚ ਪੜਾਂਗੇ। ਇਸ ਵਿੱਚ ਇੱਕੋ ਕਿਰਿਆ ਵਾਕੰਸ਼ ਹੁੰਦਾ ਹੈ ਅਤੇ ਕਿਰਿਆ ਪੂਰਨ ਰੂਪ ਵਿੱਚ ਹੁੰਦੀ ਹੈ। ਤੁਹਾਨੂੰ ਬਸ ਇਹ ਡੈਫੀਨੇਸ਼ਨ ਯਾਦ ਕਰਨੀ ਹੈ। ਇੱਕ ਸਿੰਪਲ ਸੈਂਟੈਂਸ ਯਾਨੀ ਕਿ ਇੱਕੋ ਕਿਰਿਆ ਵਾਲਾ ਵਾਕ, ਠੀਕ ਹੈ, ਜੋ ਕਿ ਕੰਪਲੀਟ ਹੁੰਦਾ ਹੈ। ਹੁਣ ਇਹਦੇ ਵਿੱਚ ਕੁਝ ਅੱਧਾ ਨਹੀਂ ਹੋਏਗਾ। ਮੈਂ ਖਾਦਾ, ਕੀ ਕੀਤਾ? ਮੈਂ ਰੋਟੀ ਖਾਦੀ। ठीक है, एक सिंपल सेंटेंस है, साधारण सेंटेंस है। मैं नहान गई, मुंडा खड़ा है, मुंडा स्कूल जाता है, यानी कि सिंपल नॉर्मल जेडे आप सेंटेंसेस बोलते हैं। ठीक है जी। अगला आंदा संयुक्त वाक यानी कि कंपलैक्स सेंटेंस, यानी कि ये थोड़ी डिफिकल्ट सेंटेंस होंगे हैं जिस वाक विच एक तो ज्यादा क्रिया यानी कि एक तो ज्यादा काम होवे
ਉਹਨਾਂ ਨੂੰ ਸੰਯੁਕਤ ਵਾਕ ਆਖਦੇ ਹਨ, ਯਾਨੀ ਕਿ ਦੋ ਕੰਮ। ਹੁਣ ਇਹਦੀ ਐਗਜ਼ਾਮਪਲ ਦੇਖ ਲੈਂਦੇ ਆ। ਵੱਡਾ ਭਰਾ ਖੂਹ ਹੱਕ ਰਿਹਾ ਸੀ ਤੇ ਛੋਟਾ ਭਰਾ ਨੱਕੇ ਮੋੜ ਰਿਹਾ ਸੀ। ਦੋ ਸੈਂਟੈਂਸ ਹੋ ਗਏ। ਕਵੀ ਦਰਬਾਰ ਹੋ ਰਿਹਾ ਸੀ ਅਤੇ ਕਵੀ ਕਵਿਤਾ ਬੋਲ ਰਹੇ ਸਨ। ਫਿਰ ਵੀ ਹਾਲ ਵਿੱਚ ਸ਼ਾਂਤੀ ਨਹੀਂ ਸੀ, ਸਗੋਂ ਰੌਲਾ ਪੈ ਰਿਹਾ ਸੀ, ਇਸੇ ਲਈ ਮੈਂ ਉੱਥੋਂ ਉੱਠ ਆਇਆ। ਫਿਰ ਵੀ ਹਾਲ ਵਿੱਚ ਸ਼ਾਂਤੀ ਨਹੀਂ ਸੀ, ਸਗੋਂ ਰੌਲਾ ਪੈ ਰਿਹਾ ਸੀ, ਇਸ ਲਈ ਮੈਂ ਉੱਠ ਆਇਆ। ਹੁਣ ਇਹਦੇ ਵਿੱਚ ਕੀ ਹੈ, ਯਾਨੀ ਕਿ ਦੋ ਚੀਜ਼ਾਂ ਕੀਤੀਆਂ ਗਈਆਂ ਹਨ। ਓਕੇ, ਮੈਂ ਤੁਹਾਨੂੰ ਇੱਕ ਬਹੁਤ ਈਜ਼ੀ ਐਗਜ਼ਾਮਪਲ ਦਿੰਦੀ ਹਾਂ। ਵੱਡਾ ਭਰਾ ਕੰਮ ਤੇ ਜਾ ਰਿਹਾ ਹੈ ਅਤੇ ਛੋਟਾ ਭਰਾ ਉਸਨੂੰ ਅਲਵਿਦਾ ਆਖ ਰਿਹਾ ਹੈ। ਠੀਕ ਹੈ, ਵੱਡਾ ਭਰਾ ਕੰਮ ਤੇ ਜਾ ਰਿਹਾ ਹੈ, ਛੋਟਾ ਭਰਾ ਉਸਨੂੰ ਬਾਏ ਕਹਿ ਰਿਹਾ ਹੈ। ਦੋ ਸੈਂਟੈਂਸ, ਦੋ ਵਾਕ। ਦੋ ਵਾਕਾਂ ਨੂੰ ਮਿਲਾ ਕੇ ਜਦੋਂ ਇੱਕ ਵਾਕ ਬਣਦਾ ਹੈ ਜਿਹਦੇ ਵਿੱਚ ਦੋ ਕੰਮ ਦਿੱਤੇ ਹੁੰਦੇ ਹਨ, ਉਹਨਾਂ ਨੂੰ ਸੰਯੁਕਤ ਵਾਕ ਆਖਿਆ ਜਾਂਦਾ, ਯਾਨੀ ਕਿ ਕੰਪਲੈਕਸ ਸੈਂਟੈਂਸ, ਯਾਨੀ ਕਿ ਜਿਹਦੇ ਵਿੱਚ ਦੋ ਸੈਂਟੈਂਸ ਹੋਣ। ਠੀਕ ਹੈ, ਇੱਕ ਤੋਂ ਜ਼ਿਆਦਾ, ਨਾਟ ਦੋ ਨਹੀਂ, 2 3 4, ਜਿੱਦੇ ਆਪਾਂ ਦੂਜੇ ਵਿੱਚ ਦੇਖਿਆ ਇਹਦੇ ਵਿੱਚ ਕਿੰਨੇ ਸਾਰੇ ਹੈ। ਕਵੀ ਦਰਬਾਰ ਹੋ ਰਿਹਾ ਸੀ, ਆ ਇੱਕ ਸੈਂਟੈਂਸ ਹੋ ਗਿਆ। ਸਧਾਰਨ ਵਾਕ, ਜੇ ਆਪਾਂ ਸਧਾਰਨ ਵਾਕ ਦੇਖੀਏ, ਕਵੀ ਦਰਬਾਰ ਹੋ ਰਿਹਾ ਸੀ, ਇਹ ਸਧਾਰਨ ਹੈ। ਅਤੇ ਕਵੀ ਬੋਲ ਰਹੇ ਸਨ, ਇਹਨਾਂ ਨੂੰ ਮਿਲਾ ਕੇ ਕੀ ਬਣਿਆ, ਇੱਕ ਕੰਪਲੈਕਸ ਯਾਨੀ ਕਿ ਸੰਯੁਕਤ ਵਾਕ ਬਣਿਆ। ਇਹ ਹੁੰਦੇ ਸੰਯੁਕਤ ਵਾਕ, ਯਾਨੀ ਕਿ ਜਿਹਦੇ ਵਿੱਚ ਦੋ ਕਿਰਿਆਵਾਂ ਨੂੰ, ਦੋ ਕਰਨ ਵਾਲੀਆਂ ਚੀਜ਼ਾਂ ਨੂੰ ਇੱਕੋ ਸੈਂਟੈਂਸ ਵਿੱਚ ਆਖ ਦਿੱਤਾ ਜਾਵੇ। ਅੱਗੇ ਆਉਂਦਾ ਮਿਸ਼ਰਿਤ ਵਾਕ। ਮਿਸ਼ਰਿਤ ਵਾਕ ਕੀ ਹੁੰਦਾ ਹੈ, ਇੱਕ ਤੋਂ ਵੱਧ ਕਿਰਿਆ ਵਾਲੇ ਉਸ ਵਾਕ ਨੂੰ ਮਿਸ਼ਰਿਤ ਵਾਕ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਮੁੱਖ ਉਪਵਾਕ ਹੁੰਦਾ ਹੈ ਤੇ ਬਾਕੀ ਸਾਰੇ ਅਧੀਨ ਵਾਕ ਹੁੰਦੇ ਹਨ। ਮੁੱਖ ਯਾਨੀ ਕਿ ਇੱਕ ਮੇਨ ਹੁੰਦਾ ਹੈ ਤੇ ਬਾਕੀ ਉਹਦੇ ਅੰਡਰ ਹੁੰਦਾ ਹੈ। ਫॉर ਐਗਜ਼ਾਮਪਲ, ਵਿਦਿਆਰਥੀ ਪਾਸ ਹੋ ਜਾਣਗੇ ਜੇ ਮਿਹਨਤ ਕਰਨਗੇ। ਹੁਣ ਗੱਲ ਮੇਨ ਕਿਹਦੀ ਗੱਲ ਹੋ ਰਹੀ ਹੈ, ਵਿਦਿਆਰਥੀਆਂ ਦੇ ਪਾਸ ਹੋਣ ਦੀ, ਤੇ ਉਹ ਕਿਹਦੇ ਅਧੀਨ ਆਏਗਾ, ਯਾਨੀ ਕਿ ਦੋ ਪਾਰਟਸ ਹੁੰਦੇ ਹੈ, ਜਿਹਦੇ ਵਿੱਚ ਜਿਹੜਾ ਫਸਟ ਵਾਲਾ ਹੁੰਦਾ ਹੈ ਉਹਨਾਂ ਦਾ ਮੁੱਖ ਆਖਦੇ ਹਨ, ਯਾਨੀ ਕਿ ਮੇਨ, ਤੇ ਜਿਹੜਾ ਸੈਕਿੰਡ ਵਾਲਾ ਹੁੰਦਾ ਉਹਦੇ ਅਧੀਨ ਹੁੰਦਾ, ਯਾਨੀ ਉਹਦੇ ਅੰਡਰ ਹੁੰਦਾ ਹੈ। ਤੇ ਉਹ ਕੀ ਹੈ ਜੀ, ਯਾਨੀ ਕਿ ਇੱਕ ਵਾਕ A ਪਲੱਸ ਆਪਾਂ ਇੱਕ ਇਹੋ ਜਿਹਾ ਵਰਡ ਲਿਖਾਂਗੇ ਜਿਹੜਾ ਉਹਨਾਂ ਨੂੰ ਜੁਆਇਨ ਕਰੇਗਾ, ਇੱਕ ਵਾਕ A। ਇਹਨੂੰ ਆਪਾਂ ਕੀ ਕਹਿੰਦੇ ਆ, ਮਿਸ਼ਰਿਤ ਵਾਕ। ਠੀਕ ਹੈ, ਹੁਣ ਕੋਈ ਵੀ ਸੈਂਟੈਂਸ, ਠੀਕ ਹੈ, ਤੇ ਉਹਨੂੰ ਕਿ, ਜੇ, ਜਿਵੇਂ, ਜਦੋਂ, ਜਿਹੜਾ, ਜਿੰਨਾ ਆਦਿ, ਜਦੋਂ ਆਪਾਂ ਇਹਨਾਂ ਚੀਜ਼ਾਂ ਨਾਲ ਐਡ ਕਰ ਦਿੰਦੇ ਆ, ਵਿਦਿਆਰਥੀ ਪਾਸ ਹੋ ਜਾਣਗੇ ਇੱਕ ਕਿਰਿਆ, ਜੇ ਮਿਹਨਤ ਕਰਨਗੇ ਦੂਜਾ ਸੈਂਟੈਂਸ, ਯਾਨੀ ਕਿ ਦੋ ਸੈਂਟੈਂਸ ਨੂੰ ਜਦੋਂ ਕੋਈ ਇੱਕ ਵਰਡ ਮਿਲਾਉਂਦਾ ਹੈ ਤਾਂ ਉਹਨੂੰ ਮਿਸ਼ਰਿਤ ਵਾਕ ਆਖਦੇ ਹਨ। ਠੀਕ ਹੈ ਜੀ, ਪੰਜਾਬੀ ਵਿੱਚ ਕੇ ਜਾਂ ਕਿਉਂਕਿ ਨਾਲ ਆਰੰਭ ਹੋਣ ਵਾਲੇ ਅਧੀਨ ਉਪਵਾਕ ਮੁੱਖ ਵਾਕ ਤੋਂ ਮਗਰੋਂ ਆਉਂਦੇ ਹਨ। ਮੈਂ ਰੋਟੀ ਖਾਧੀ ਕਿਉਂਕਿ ਮੈਨੂੰ ਭੁੱਖ ਲੱਗੀ ਸੀ। ਮੈਂ ਰੋਟੀ ਖਾਧੀ, ਹੁਣ ਕਿਉਂਕਿ ਜਿਹੜਾ ਮੇਰਾ ਹੈ ਉਹ ਮੇਰੇ ਵਾਕ ਨੂੰ ਮਿਸ਼ਰਿਤ ਬਣਾਉਣ ਵਿੱਚ ਹੈਲਪ ਕਰਦਾ ਹੈ। ਆ ਮੇਰਾ ਮੇਨ ਹੋ ਗਿਆ ਤੇ ਆ ਮੇਰਾ ਅਧੀਨ ਵਾਲਾ ਹੋ ਗਿਆ, ਯਾਨੀ ਕਿ ਅੰਡਰ ਵਾਲਾ। ਠੀਕ ਹੈ ਜੀ, ਇਹ ਹੁੰਦੇ ਹੈ ਮਿਸ਼ਰਿਤ ਵਾਕ। एक्चुअली आज मेरा लैपटॉप थोड़ा ग्लिच कर रहा है तो तुहानू थोड़ा जिहा कोऑपरेट करना पएगा। ये हुंदे मिश्रित वाक। ठीक है, यानी कि एक मेन सेंटेंस, ਉਹਨਾਂ ਨੂੰ ਜੋੜਨ ਵਾਲਾ ਇੱਕ ਸੈਂਟੈਂਸ ਤੇ ਇੱਕ ਉਹਦੇ ਅੰਡਰ ਵਾਲਾ ਸੈਂਟੈਂਸ। ਜਿਹੜਾ ਪਿੱਛੇ ਵਾਲਾ ਹੁੰਦਾ ਉਹ ਅਧੀਨ ਹੁੰਦਾ, ਯਾਨੀ ਕਿ ਉਹਦੇ ਅੰਡਰ ਹੁੰਦਾ, ਤੇ ਜਿਹੜਾ ਅੱਗੇ ਵਾਲਾ ਹੁੰਦਾ ਮੁੱਖ ਹੁੰਦਾ। ਠੀਕ ਹੈ ਜੀ, ਇਹ ਸੀਗਾ ਸਾਡਾ ਮਿਸ਼ਰਿਤ ਵਾਕ। ਅੱਗੇ ਕੁਝ ਐਗਜ਼ਾਮਪਲਸ ਦਿੱਤੀਆਂ। ਹੁਣ ਆਪਾਂ ਕਰਾਂਗੇ ਕਾਰਜ ਦੇ ਆਧਾਰ ਤੇ। ਕਾਰਜ, ਹੁਣ ਆਪਾਂ ਸਟਾਰਟਿੰਗ ਚ ਪੜਿਆ ਸੀਗਾ ਕਿ ਇੱਕ ਕੁਐਸਚਨ ਮਾਰਕ ਹੈ, ਇੱਕ ਐਕਸਕਲਾਮੇਟਰੀ ਹੈ ਤੇ ਇੱਕ ਸਿੰਪਲ ਹੈ। ਠੀਕ ਹੈ, ਉਹ ਜਿਹੀ ਕੁਝ ਇਹ ਵੀ ਹੈ, ਯਾਨੀ ਕਿ ਕਾਰਜ ਦੇ ਆਧਾਰ ਤੇ। ਹੁਣ ਜਿਵੇਂ ਬਿਆਨੀ ਵਾਕ, ਬਿਆਨੀਆਂ ਮਤਲਬ ਕੋਈ ਵੀ, ਇਹਦੇ ਵਿੱਚ ਇਹ ਸਿੰਪਲ ਵਾਕ, ਯਾਨੀ ਕਿ ਜਿਹਦੇ ਵਿੱਚ ਕੋਈ ਪ੍ਰਸ਼ਨ ਨਾ ਪੁੱਛਿਆ ਹੋਵੇ, ਕੋਈ ਬੇਨਤੀ ਨਾ ਕੀਤੀ ਹੋਵੇ ਜਾਂ ਕੋਈ ਹੁਕਮ ਨਾ ਦਿੱਤਾ ਹੋਵੇ, ਯਾਨੀ ਕਿ ਸਿੰਪਲ ਸੈਂਟੈਂਸ। ਸਿੰਪਲ ਸੈਂਟੈਂਸ ਜਿਹਦੇ ਵਿੱਚ ਨਾ ਹੀ ਕੋਈ ਕੁਐਸਚਨ ਹੋਵੇ, ਠੀਕ ਹੈ, ਨਾ ਹੀ ਕੋਈ ਰਿਕੁਐਸਟ ਹੋਵੇ,
ठीक है, ना ही कोई ऑर्डर होवे। ठीक है जी, ਇਹ ਕਿਹੜਾ ਹੁੰਦਾ ਹੈ ਸਿੰਪਲ ਵਾਲਾ। ਪ੍ਰਸ਼ਨਵਾਚਕ ਯਾਨੀ ਕਿ ਜਿਹਦੇ ਵਿੱਚ ਕੁਐਸਚਨ ਪੁੱਛਿਆ ਹੋਵੇ, ਤੇ ਹੁਕਮੀ ਵਾਕ ਜਿਹਦੇ ਵਿੱਚ ਆਰਡਰ ਦਿੱਤਾ ਗਿਆ ਹੋਵੇ। ਹੁਣ ਆਪਾਂ ਇਹਨਾਂ ਦੀਆਂ ਐਗਜ਼ਾਮਪਲਸ ਦੇਖਦੇ ਹਾਂ। ਬਿਆਨੀਆ ਵਾਕ ਮਤਲਬ ਜਿਹੜਾ ਸਿੰਪਲ ਸੈਂਟੈਂਸ। ਮੈਂ ਗੀਤ ਗਾ ਰਿਹਾ ਹਾਂ, ਸਿੰਪਲ ਸੈਂਟੈਂਸ। ਮੈਂ ਘਰ ਪਹੁੰਚਿਆ ਤੇ ਮੰਜੇ ਉੱਤੇ ਲੰਮਾ ਪੈ ਗਿਆ। ਜਿਹੜੇ ਕਿ ਸਿੰਪਲ ਵਾਕ ਹੁੰਦੇ ਹਨ ਉਹਨਾਂ ਨੂੰ ਆਪਾਂ ਬਿਆਨੀਆ ਵਾਕ ਬੋਲਦੇ ਹਨ। ਅਗਲਾ ਜਾਂਦਾ ਪ੍ਰਸ਼ਨਵਾਚਕ ਵਾਕ। ਪ੍ਰਸ਼ਨਵਾਚਕ ਮੀਨਸ ਜਿਹਦੇ ਵਿੱਚ ਕੁਐਸਚਨ ਪੁੱਛਿਆ ਜਾਵੇ ਕਿ ਤੁਸੀਂ ਸਕੂਲ ਵਿੱਚ ਪੜ੍ਹਦੇ ਹੋ, ਤੂੰ ਉੱਥੇ ਕਿਉਂ ਗਿਆ, ਤੁਸੀਂ ਕਦੋਂ ਜਲੰਧਰ ਆਓਗੇ, ਤੁਹਾਡਾ ਘਰ ਕਿੱਥੇ ਹੈ। ਯਾਨੀ ਕਿ ਜਿਹਦੇ ਪਿੱਛੇ ਕੁਐਸਚਨ ਮਾਰਕ ਲੱਭਾ ਹੋਵੇ ਤੇ ਆਪਾਂ ਕਿਸੇ ਨੂੰ ਕੁਝ ਪ੍ਰਸ਼ਨ ਆਖਦੇ ਹੋਈਏ। ਇਹ ਸੀਗਾ ਸਾਡਾ ਪ੍ਰਸ਼ਨਵਾਚੀ ਵਾਕ। ਠੀਕ ਹੈ ਜੀ, ਅੱਗੇ ਆ ਜਾਂਦਾ ਹੈ ਹੁਕਮੀ ਵਾਕ। ਹੁਕਮੀ ਵਾਕ ਮਤਲਬ ਕਿਸੇ ਨੂੰ ਆਰਡਰ ਦੇਣਾ, ਯਾਨੀ ਕਿ ਕਿਸੇ ਤੇ ਆਪਾਂ ਕਿਸੇ ਨੂੰ ਕੁਝ ਕਹਿ ਰਹੇ ਹਾਂ ਕਰਨ ਲਈ। ਠੀਕ ਹੈ, ਮਿਹਨਤ ਕਰੋ, ਤੂੰ ਕਦੇ ਮੈਨੂੰ ਧੋਖਾ ਨਾ ਦੇਈਂ। ਆਪਾਂ ਕਿਸੇ ਨੂੰ ਕੁਝ ਕਹਿ ਰਹੇ ਹਾਂ, ਮਿਹਨਤ ਕਰੋ। ਠੀਕ ਹੈ, ਧੋਖਾ ਨਾ ਦੇਈਂ। ਕਿਰਪਾ ਕਰਕੇ ਖਾਤੇ ਦਾ ਉੱਤਰ ਜਲਦੀ ਦੇਣਾ, ਯਾਨੀ ਕਿ ਕੁਝ ਕਰਨ ਲਈ ਜਦੋਂ ਆਪਾਂ ਕਹਿੰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਹੁਕਮੀ। ਠੀਕ ਹੈ, ਤੇ ਇਹ ਸੀਗੇ ਸਾਡੇ ਕਾਰਜ ਦੇ ਆਧਾਰ ਤੇ, ਯਾਨੀ ਕਿ ਕਿੱਦਾਂ ਆਪਾਂ ਇੱਕ ਚੀਜ਼ ਨੂੰ, ਇੱਕ ਸੈਂਟੈਂਸ ਨੂੰ ਐਕਸਪ੍ਰੈਸ ਕਰ ਸਕਦੇ ਹਾਂ। ਪਹਿਲਾ ਕੀ ਆ ਗਿਆ, ਬਿਆਨ ਵਾਲੇ ਜਿਹੜੇ ਕਿ ਸਿੰਪਲ ਹੁੰਦੇ, ਦੂਜਾ ਪ੍ਰਸ਼ਨਵਾਚਕ ਤੇ ਤੀਜਾ ਹੁਕਮੀ। ਹੁਣ ਆ ਗਿਆ ਅੱਗੇ ਟੌਪਿਕ ਉਦੇਸ਼ ਤੇ ਵਿਧੇਯ। ਉਦੇਸ਼ ਦੇ ਵਿੱਚ ਉਹੀ ਮੈਂ ਤੁਹਾਨੂੰ ਸਮਝਾਇਆ ਕਿ ਇੱਕ ਵਾਕ ਦੋ ਹਿੱਸੇ ਹੁੰਦੇ ਹਨ, ਉਦੇਸ਼ ਤੇ ਵਿਧੇਯ। ਉਦੇਸ਼ ਹੁੰਦਾ ਜਿਹੜਾ ਸਬਜੈਕਟ ਹੁੰਦਾ ਹੈ ਤੇ ਵਿਧੇਯ ਹੁੰਦਾ ਜਿਹੜਾ ਉਹ ਪ੍ਰੈਡੀਕੇਟ ਹੁੰਦਾ ਹੈ। ਉਦੇਸ਼ ਯਾਨੀ ਕਿ ਜਿਹਦੇ ਬਾਰੇ ਗੱਲ ਕੀਤੀ ਹੋਵੇ, ਯਾਨੀ ਕਿ ਜਿਸ ਪਰਸਨ ਬਾਰੇ ਗੱਲ ਕੀਤੀ ਹੋਵੇ ਤੇ ਜੋ ਗੱਲ ਕੀਤੀ ਹੋਵੇ ਉਹ ਵਿਧੇਯ ਹੁੰਦਾ ਹੈ। ਹੁਣ ਇੱਥੇ ਮੁੰਡੇ ਬਾਰੇ ਗੱਲ ਹੋ ਰਹੀ ਹੈ ਤੇ ਮੁੰਡੇ ਬਾਰੇ ਕੀ ਗੱਲ ਹੋ ਰਹੀ ਹੈ ਕਿ ਉਹ ਗਾਉਂਦਾ ਹੈ। ਠੀਕ ਹੈ, ਇਹ ਸੀਗਾ ਉਦੇਸ਼ ਤੇ ਵਿਧੇਯ। ਉਦੇਸ਼ ਦੀ ਡੈਫੀਨੇਸ਼ਨ ਕੀ ਹੈ, ਵਾਕ ਵਿੱਚ ਜਿਸ ਵਿਅਕਤੀ, ਇਹ ਇੰਪੋਰਟੈਂਟ ਹੈ, ਇਹਨਾਂ ਤੁਹਾਨੂੰ ਸਮਝ ਆ ਜਾਏਗਾ। ਵਾਕ ਵਿੱਚ ਜਿਸ ਵਿਅਕਤੀ ਜਾਂ ਚੀਜ਼ਾਂ ਬਾਰੇ ਕੁਝ ਕਿਹਾ ਜਾਂਦਾ ਹੈ ਉਸ ਦੀ ਸੂਚਨਾ ਇੱਕ ਸ਼ਬਦ ਨਾਲ ਵੀ ਦਿੱਤੀ ਜਾ ਸਕਦੀ ਹੈ ਤੇ ਇੱਕ ਤੋਂ ਬਹੁਤੇ ਸ਼ਬਦਾਂ ਨਾਲ ਵੀ। ਯਾਨੀ ਕਿ ਉਦੇਸ਼ ਮਤਲਬ ਜਿਸ ਚੀਜ਼ ਬਾਰੇ ਕਿਹਾ ਜਾਂਦਾ ਹੈ, ਆਪਾਂ ਸਿਰਫ ਇੰਨਾ ਯਾਦ ਕਰਾਂਗੇ। ਠੀਕ ਹੈ, ਉਦੇਸ਼ ਯਾਨੀ ਕਿ ਜਿਸ ਚੀਜ਼ ਬਾਰੇ ਕਿਹਾ ਜਾਵੇ, ਤੇ ਵਿਧੇਯ ਯਾਨੀ ਕਿ ਉੱਪਰ ਅਸੀਂ ਵਿਧੇਯ ਦੀ ਪਰਿਭਾਸ਼ਾ ਦਿੱਤੀ ਹੈ ਤੇ ਦੱਸਿਆ ਹੈ ਕਿ ਵਾਕ ਵਿੱਚ ਕਿਸੇ ਵਿਅਕਤੀ ਜਾਂ ਚੀਜ਼ ਅਰਥਾਤ ਉਦੇਸ਼ ਬਾਰੇ ਜੋ ਕੁਝ ਆਖਿਆ ਜਾਵੇ ਉਹ ਵਾਕ ਵਿੱਚ ਵਿਧੇਯ ਹੁੰਦਾ ਹੈ। ਯਾਨੀ ਕਿ ਉਸ ਸਬਜੈਕਟ ਬਾਰੇ, ਉਹ ਚੀਜ਼ ਬਾਰੇ ਜਦੋਂ ਕੁਝ ਆਖਿਆ ਜਾਂਦਾ ਹੈ ਤਾਂ ਉਹਨੂੰ ਵਿਧੇਯ ਆਖਦੇ ਹਨ। ਯਾਨੀ ਕਿ ਮੁੰਡਾ ਸਬਜੈਕਟ ਹੈ, ਉਹ ਹੱਸਦਾ ਹੈ ਪ੍ਰੈਡੀਕੇਟ ਹੈ, ਯਾਨੀ ਕਿ ਉਹ ਕੀ ਕਰ ਰਿਹਾ ਹੈ। ਤੇ ਇਹਦੇ ਨਾਲ ਹੀ ਆਪਣਾ ਫਰਸਟ ਟੌਪਿਕ ਖਤਮ ਹੋ ਜਾਂਦਾ ਹੈ। ਵਾਕ ਵਿੱਚ ਆਪਾਂ ਦੇਖਿਆ ਕਿ ਇੱਕ ਸੈਂਟੈਂਸ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਬਹੁਤ ਸਾਰੇ ਵਰਡਸ ਤੋਂ ਇੱਕ ਸੈਂਟੈਂਸ ਬਣਿਆ ਜਾਂਦਾ ਹੈ। ਉਹ ਸੈਂਟੈਂਸ ਇੱਕਦਮ ਸਹੀ ਲਿਖਿਆ ਹੋਣਾ ਚਾਹੀਦਾ ਹੈ, ਸਹੀ ਆਰਡਰ ਵਿੱਚ ਹੋਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਸਬਜੈਕਟ ਪ੍ਰੈਡੀਕੇਟ ਕੀ ਹੁੰਦੇ ਹਨ। ਕਰਤਾ, ਕਰਮ, ਕਿਰਿਆ। ਯਾਨੀ ਕਿ ਗੁਰਚਰਨ ਫੁੱਟਬਾਲ ਖੇਡਦਾ ਹੈ, ਗੁਰਚਰਨ ਕਰਤਾ ਯਾਨੀ ਕਿ ਜੋ ਕੰਮ ਕਰ ਰਿਹਾ ਹੈ, ਕਰਮ ਜਿਸ ਚੀਜ਼ ਨਾਲ ਉਹ ਕਰ ਰਿਹਾ ਯਾਨੀ ਕਿ ਫੁੱਟਬਾਲ, ਤੇ ਕਿਰਿਆ ਉਹ ਕੀ ਕਰ ਰਿਹਾ ਯਾਨੀ ਕਿ ਉਹ ਖੇਡ ਰਿਹਾ ਹੈ। ਫਿਰ ਆਪਾਂ ਸਬਜੈਕਟ ਤੇ ਪ੍ਰੈਡੀਕੇਟ ਦੇਖੇ। ਉਸ ਤੋਂ ਬਾਅਦ ਆਪਾਂ ਵੇਖਿਆ ਕਿ ਜਿਹੜੇ ਵਾਕ ਹੁੰਦੇ ਆ ਉਹਨਾਂ ਦੀ ਟਾਈਪਸ ਕੀ ਹੁੰਦੀਆਂ, ਇੱਕ ਸਿੰਪਲ ਹੁੰਦੇ ਆ, ਕੰਪਲੈਕਸ ਹੁੰਦੇ ਆ, ਤੇ ਤੀਜੇ ਜਿਨ੍ਹਾਂ ਵਿੱਚ ਜਿਹਦੇ ਵਿੱਚ ਇੱਕ ਮੇਨ ਵਾਕ ਹੁੰਦਾ ਤੇ ਇੱਕ ਉਹਦੇ ਅਧੀਨ ਹੁੰਦਾ ਹੈ। ਠੀਕ ਹੈ ਜੀ, ਇਹਨੂੰ ਆਪਾਂ ਬੋਲਦੇ ਹਾਂ ਸਧਾਰਨ, ਸੰਯੁਕਤ ਤੇ ਮਿਸ਼ਰਿਤ ਵਾਕ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਾਰਜ ਦੇ ਆਧਾਰ ਤੇ, ਯਾਨੀ ਕਿ ਜਿਹੜਾ ਬਿਆਨੀ ਹੁੰਦਾ ਹੈ, ਜਿਹੜਾ ਕਿ ਨਾਰਮਲ ਸਿੰਪਲ ਸੈਂਟੈਂਸ ਹੁੰਦਾ, ਇੱਕ ਪ੍ਰਸ਼ਨਿਕ ਹੁੰਦਾ ਹੈ ਯਾਨੀ ਕਿ ਜਿਹਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਰਿਹਾ ਹੁੰਦਾ, ਤੇ ਇੱਕ ਹੁੰਦਾ ਹੈ ਜਿਹਦੇ ਵਿੱਚ ਸਾਨੂੰ ਸਿਰਫ ਹੁਕਮ ਦਿੱਤਾ ਜਾਵੇ। ਤੇ ਇਹ ਸੀਗਾ ਸਾਡਾ ਪਹਿਲਾ ਟੌਪਿਕ ਜਿਹਦੇ ਵਿੱਚ ਆਪਾਂ ਇੱਕ ਸੈਂਟੈਂਸ ਬਾਰੇ ਸਾਰੀ ਚੀਜ਼ਾਂ ਪੜ੍ਹੀਆਂ। ਬਹੁਤ ਈਜ਼ੀ ਟੌਪਿਕ ਸੀ ਐਂਡ ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਤੇ ਹੁਣ ਆਪਾਂ ਕਰਦੇ ਹਾਂ ਨੈਕਸਟ ਟੌਪਿਕ। ਨੈਕਸਟ ਹੈ ਉਪਵਾਕ। ਹੁਣ ਇਹ ਆ ਜਾਂਦਾ ਹੈ ਅਗਲਾ ਟੌਪਿਕ, ਇਹ ਵਾਕ ਤੋਂ ਅਗਲਾ ਟੌਪਿਕ ਹੈ। ਤੇ ਹੁਣ ਆਪਾਂ ਇਹ ਸ਼ੁਰੂ ਕਰਦੇ ਹਾਂ। ਉਪਵਾਕ ਕੀ ਹੁੰਦਾ ਹੈ, ਇਸ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦਾ ਵਾਕ ਵਿੱਚ ਕਾਰਜ ਤੇ ਸਥਾਨ ਦੱਸੋ।
ਹੁਣ ਆਪਾਂ ਵਾਕ ਉਪਵਾਕ ਕੀ ਹੁੰਦਾ ਹੈ ਉਹ ਦੇਖਾਂਗੇ। ਉਪਵਾਕ ਸ਼ਬਦ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਇੱਕ ਛੋਟਾ ਵਾਕ ਹੁੰਦਾ ਹੈ। ਉਪਵਾਕ ਦਾ ਮਤਲਬ ਇੱਕ ਛੋਟਾ ਵਾਕ ਯਾਨੀ ਕਿ ਸ਼ਾਰਟ ਸੈਂਟੈਂਸ। ਇਸ ਵਿੱਚ ਵਾਕ ਦੇ ਸਾਰੇ ਤੱਤ ਤੇ ਸਮਰੱਥਾ ਹੁੰਦੀ ਹੈ, ਪਰ ਇਹ ਪੂਰੇ ਵਾਕ ਦਾ ਹਿੱਸਾ ਹੁੰਦਾ ਹੈ। ਯਾਨੀ ਕਿ ਇੱਕ ਸੈਂਟੈਂਸ ਹੈ, ਸੈਂਟੈਂਸ ਦਾ ਜਿਹੜਾ ਪਾਰਟ ਹੁੰਦਾ ਹੈ, ਇੱਕ ਹਿੱਸਾ, ਉਹਨੂੰ ਆਪਾਂ ਕਹਿੰਦੇ ਹਾਂ ਉਪਵਾਕ। ਉਪਵਾਕ ਪੂਰੇ ਵਾਕ ਵਿੱਚ ਯੋਜਕਾਂ ਦੀ ਸਹਾਇਤਾ ਨਾਲ ਜੁੜੇ ਹੁੰਦੇ ਹਨ। ਯੋਜਕ ਜਿਨ੍ਹਾਂ ਨੂੰ ਜੇਕਰ ਅਸੀਂ ਵੱਖ-ਵੱਖ ਕਰ ਲਈਏ ਤਾਂ ਹਰ ਇੱਕ ਉਪਵਾਕ ਵਿੱਚ ਪੂਰੇ ਵਾਕ ਵਾਲੇ ਸਾਰੇ ਤੱਤ ਉਦੇਸ਼ ਤੇ ਵਿਧੇय ਦਿਖਾਈ ਦੇਣਗੇ। ਉਦੇਸ਼ ਤੇ ਵਿਧੇय ਯਾਨੀ ਕਿ ਸਬਜੈਕਟ ਐਂਡ ਪ੍ਰੈਡੀਕੇਟ। ਜਿਵੇਂ ਉਹ ਸਕੂਲੋਂ ਆਇਆ ਤੇ ਉਸਨੇ ਰੋਟੀ ਖਾਧੀ। ਹੁਣ ਆਪਾਂ ਪਹਿਲੇ ਦੇਖਦੇ ਯੋਜਕ ਕੀ ਹੁੰਦੇ। ਯੋਜਕ ਯਾਨੀ ਕਿ ਜਿਹੜੇ ਦੋ ਸੈਂਟੈਂਸਸ ਨੂੰ ਜੋੜਦੇ ਆ। ਠੀਕ ਹੈ, ਇਹ ਸੈਂਟੈਂਸ 1 ਹੈ, ਇੱਥੇ ਆਪਾਂ ਯੋਜਕ ਲਗਾਵਾਂਗੇ। ਇਹ ਸੈਂਟੈਂਸ 2 ਹੈ। ਇਹ ਸੈਂਟੈਂਸ ਵੀ ਕੰਪਲੀਟ ਹੈ, ਇਹ ਸੈਂਟੈਂਸ ਵੀ ਕੰਪਲੀਟ ਹੈ ਤੇ ਇੱਕ ਪੂਰਾ ਸੈਂਟੈਂਸ ਵੀ ਕੰਪਲੀਟ ਹੈ। ਇਹਨੂੰ ਆਪਾਂ ਉਪਵਾਕ ਬੋਲਾਂਗੇ, ਇਹਨੂੰ ਵੀ ਆਪਾਂ ਉਪਵਾਕ ਬੋਲਾਂਗੇ ਤੇ ਇਹ ਸਾਰੇ ਨੂੰ ਆਪਾਂ ਵਾਕ ਬੋਲਾਂਗੇ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਏਗਾ। ਉਪਵਾਕ ਇੱਕ ਇਹੋ ਜਿਹਾ ਵਾਕ ਹੈ ਜਿਹੜਾ ਹਿੱਸਾ ਹੁੰਦਾ ਹੈ ਪੂਰੇ ਵਾਕ ਦਾ, ਪਰ ਉਹ ਆਪਣੇ ਆਪ 'ਚ ਵੀ ਇੱਕ ਵਾਕ ਹੁੰਦਾ ਹੈ। ਆਪਾਂ ਦੀ ਐਗਜ਼ਾਮਪਲ ਦੇਖਦੇ ਹਾਂ। ਉਹ ਸਕੂਲੋਂ ਘਰ ਆਇਆ, ਇੱਕ ਸੈਂਟੈਂਸ ਹੈ। ਇਹ ਸੈਂਟੈਂਸ 1 ਹੈ ਤੇ ਯਾਨੀ ਕਿ ਯੋਜਕ, ਯਾਨੀ ਕਿ ਇਹ ਸੈਂਟੈਂਸ 1 ਤੇ ਸੈਂਟੈਂਸ ਨੂੰ ਜੋੜਦਾ ਹੈ। ਉਸਨੇ ਰੋਟੀ ਖਾਧੀ। ਹੁਣ ਜੇ ਆਪਾਂ ਸੈਪਰੇਟਲੀ ਦੇਖੀਏ, ਉਹ ਸਕੂਲੋਂ ਘਰ ਆਇਆ, ਇਹਦਾ ਵੀ ਇੱਕ ਮਤਲਬ ਬਣਦਾ ਹੈ। ਉਸਨੇ ਰੋਟੀ ਖਾਧੀ, ਇਹਦਾ ਵੀ ਇੱਕ ਮਤਲਬ ਬਣਦਾ ਹੈ। ਤੇ ਇਹ ਪੂਰੇ ਸੈਂਟੈਂਸ ਦਾ ਵੀ ਇੱਕ ਮਤਲਬ ਬਣਦਾ ਹੈ। ਇਹ ਹੁੰਦਾ ਵਾਕ। ਸੈਂਟੈਂਸ 1 ਉਪਵਾਕ ਤੇ ਯੋਜਕ ਤੇ ਸੈਂਟੈਂਸ 2 ਦੂਜਾ ਉਪਵਾਕ। ਇਸ ਵਾਕ ਵਿੱਚ ਦੋ ਉਪਵਾਕ ਹਨ ਜੋ ਕਿ ਹੇਠ ਲਿਖੇ ਹਨ। ਉਹ ਸਕੂਲੋਂ ਘਰ ਆਇਆ, ਉਸਨੇ ਰੋਟੀ ਖਾਧੀ। ਇੰਜ ਇਹ ਦੋਵੇਂ ਉਪਵਾਕ ਆਪਣੇ ਆਪ ਵਿੱਚ ਹੀ ਸੁਤੰਤਰ ਵਾਕ ਹਨ, ਯਾਨੀ ਕਿ ਦੋਨਾਂ ਦਾ ਆਪਣਾ ਆਪਣਾ ਇੱਕ ਮੀਨਿੰਗ ਬਣ ਰਿਹਾ। ਪਰ ਕਿਉਂਕਿ ਇਹਨਾਂ ਨੂੰ ਯੋਜਕ ਯਾਨੀ ਕਿ ਜਿਹੜੇ ਸੈਂਟੈਂਸ ਨੂੰ ਜੋੜਦੇ ਆ ਤੇ ਦੀ ਸਹਾਇਤਾ ਨਾਲ ਜੋੜ ਕੇ ਇੱਕ ਵਾਕ ਬਣਾਇਆ ਗਿਆ ਹੈ, ਇਸ ਕਰਕੇ ਉਪਵਾਕ ਹਨ। ਇਸ ਤਰ੍ਹਾਂ ਇਹ ਵੱਡੀ ਇਕਾਈ ਵਾਕ ਦੇ ਹਿੱਸੇ ਬਣ ਗਏ। ਯਾਨੀ ਕਿ ਵਾਕ ਸਭ ਤੋਂ ਵੱਡਾ ਹੁੰਦਾ ਹੈ ਤੇ ਉਹਦੇ ਛੋਟੇ ਛੋਟੇ ਦੋ ਪਾਰਟਸ ਯਾਨੀ ਕਿ ਉਪਵਾਕ। ਕਈ ਵਾਰ ਵਾਕ ਵਿੱਚ ਅਜਿਹੀ ਸਥਿਤੀ ਵੀ ਹੁੰਦੀ ਹੈ ਕਿ ਉਸ ਵਿੱਚ ਕਾਰਜਸ਼ੀਲ ਉਪਵਾਕਾਂ ਦੀ ਬਣਤਰ ਬਹੁਤ ਸਪਸ਼ਟ ਨਹੀਂ ਹੁੰਦੀ ਅਤੇ ਇੱਕ ਉਪਵਾਕ ਦੂਸਰੇ ਆਧਾਰਿਤ ਜਾਂ ਉਸ ਦਾ ਵਿਸਤਾਰ ਹੀ ਪ੍ਰਤੀਤ ਹੁੰਦਾ ਹੈ। ਜਿਵੇਂ ਉਸ ਨੇ ਮੈਨੂੰ ਕਿਤਾਬ ਦਿੱਤੀ ਤੇ ਮੈਂ ਫੜ ਲਈ। ਤੇ ਯੋਜਕ ਹੈ ਅਤੇ ਇਸ ਦੇ ਉਪਵਾਕ ਹੇਠ ਅਨੁਸਾਰ ਹਨ। ਇੱਕ ਇਹ ਸੈਂਟੈਂਸ, ਇਹ ਵਾਲਾ ਉਪਵਾਕ ਤੇ ਇਹ ਵਾਲਾ ਉਪਵਾਕ, ਤੇ ਪੂਰਾ ਇੱਕ ਵਾਕ ਬਣ ਜਾਂਦਾ ਹੈ ਦੋ ਉਪਵਾਕ ਨੂੰ ਮਿਲਾ ਕੇ। ਠੀਕ ਹੈ ਜੀ। ਅਗਲਾ ਆਂਦਾ ਹੈ ਕਾਰਜ ਅਤੇ ਸਥਾਨ ਦੇ ਆਧਾਰ ਤੇ ਉਪਵਾਕਾਂ ਦੀ ਵੰਡ ਕਰੋ। ਉਪਵਾਕ ਦੀਆਂ ਵੰਨਗੀਆਂ ਦਾ ਉਲੇਖ ਕਰੋ। ਸਵਾਧੀਨ ਅਤੇ ਪਰਾਧੀਨ ਉਪਵਾਕ ਕੀ ਹੁੰਦੇ ਹਨ, ਇਹਨਾਂ ਦੇ ਆਧਾਰ ਤੇ ਉਪਵਾਕਾਂ ਦੀ ਵੰਡ ਕਰੋ। ਰੂਪ ਦੇ ਆਧਾਰ ਤੇ ਉਪਵਾਕਾਂ ਵਿੱਚ ਜੋ ਫਰਕ ਹੁੰਦਾ ਹੈ ਉਸ ਬਾਰੇ ਪਿੱਛੇ ਪ੍ਰਸ਼ਨ ਨੰਬਰ 3 ਵਿੱਚ ਵਿਚਾਰ ਕੀਤੀ ਗਈ ਹੈ। ਇਸ ਤੋਂ ਬਿਨਾਂ ਉਪਵਾਕਾਂ ਦੇ ਅਰਥ ਪੱਖ ਵਿੱਚ ਵੀ ਭਿੰਨਤਾ ਹੁੰਦੀ ਹੈ, ਯਾਨੀ ਕਿ ਇਹਦੇ ਮੀਨਿੰਗ ਜਿਹੜੇ ਹੁੰਦੇ ਉਹ ਥੋੜੇ ਡਿਫਰੈਂਟ ਐਕਸਪਲੇਨ ਕੀਤੇ ਗਏ ਹੈ। ਕਈ ਉਪਵਾਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਅਰਥ ਆਪਣੇ ਆਪ ਵਿੱਚ ਹੀ ਸਪਸ਼ਟ ਹੁੰਦੇ ਹਨ, ਪਰ ਕਈ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਅਰਥ ਜਾਣਨ ਲਈ ਸਾਨੂੰ ਵਾਕ ਵਿਚਲੇ ਕਿਸੇ ਹੋਰ ਉਪਵਾਕ ਦਾ ਆਸਰਾ ਲੈਣਾ ਪੈਂਦਾ ਹੈ। ਯਾਨੀ ਕਿ ਹੁਣ ਆਪਾਂ ਦੇਖਦੇ ਕਿ ਇੱਕ ਸੈਂਟੈਂਸ ਦਾ ਕੁਝ ਮਤਲਬ ਬਣ ਰਿਹਾ ਹੁੰਦਾ ਤੇ ਦੂਜੇ ਸੈਂਟੈਂਸ ਦਾ ਸਾਨੂੰ ਜਦੋਂ ਆਪਾਂ ਦੋ ਸੈਂਟੈਂਸ ਇਕੱਠੇ ਕਰਦੇ ਹਾਂ ਉਦੋਂ ਹੀ ਸਾਨੂੰ ਉਹਦਾ ਪੂਰੇ ਦਾ ਮਤਲਬ ਸਮਝ ਆਉਂਦਾ ਹੈ। ਜਿਵੇਂ ਕਿ ਜੇ ਤੂੰ ਕਹੇਂਗਾ ਤਾਂ ਮੈਂ ਕੁਲਵੰਤ ਦੀ ਸਹਾਇਤਾ ਜ਼ਰੂਰ ਕਰਾਂਗੀ। ਹੁਣ ਤੂੰ ਕਹੇਂਗਾ, ਆ ਜਿਹੜਾ ਤਾਂ ਹੈ, ਆ ਤਾਂ ਕੀ ਹੈ, ਯੋਜਕ ਹੈ। ਠੀਕ ਹੈ, ਤਾਂ ਕਿਹੜਾ ਹੈ, ਤਾਂ ਹੈ ਯੋਜਕ। ਠੀਕ ਹੈ, ਜੇ ਤੂੰ ਕਹੇਂਗਾ ਮੈਂ ਕੁਲਵੰਤ ਦੀ ਸਹਾਇਤਾ ਜ਼ਰੂਰ ਕਰਾਂਗੀ, ਆ ਸੈਂਟੈਂਸ 1 ਯਾਨੀ ਕਿ ਉਪਵਾਕ 1, ਆ ਸੈਂਟੈਂਸ 2 ਯਾਨੀ ਕਿ ਉਪਵਾਕ 2, ਆ ਯੋਜਕ ਤੇ ਯੋਜਕ ਦੇ ਨਾਲ ਮਿਲ ਕੇ ਪੂਰਾ ਵਾਕ ਬਣਿਆ। ਹੁਣ ਤੂੰ ਕਹੇਂਗਾ ਇਹਦਾ ਕੋਈ ਮਤਲਬ ਨਹੀਂ ਬਣ ਰਿਹਾ, ਪਰ ਪੂਰੀ ਲਾਈਨ ਦਾ ਮਤਲਬ ਬਣ ਰਿਹਾ ਜੇ ਤੂੰ ਕਹੇਂਗਾ ਤਾਂ ਮੈਂ ਕੁਲਵੰਤ ਦੀ ਸਹਾਇਤਾ ਜ਼ਰੂਰ ਕਰੂੰਗੀ।
ਤਾਂ ਕੁਝ ਇਹੋ ਜਿਹੇ ਐਗਜ਼ਾਮਪਲਸ ਹੁੰਦੇ ਜਿਹਦੇ ਵਿੱਚ ਸਾਨੂੰ ਦੋ ਚੀਜ਼ਾਂ ਦਾ ਯਾਨੀ ਕਿ ਦੋ ਸੈਂਟੈਂਸ ਦਾ ਇਕੱਠੇ ਮਤਲਬ ਸਮਝਣਾ ਜ਼ਰੂਰੀ ਹੁੰਦਾ ਹੈ। ਮੁੱਖ ਉਪਵਾਕ ਜਾਂ ਪ੍ਰਧਾਨ ਉਪਵਾਕ, ਅਧੀਨ ਉਪਵਾਕ। ਹੁਣ ਦੋ ਚੀਜ਼ਾਂ ਹੁੰਦੀਆਂ, ਮੁੱਖ ਤੇ ਅਧੀਨ। ਮੁੱਖ ਮਤਲਬ ਜਿਹੜਾ ਕਿ ਮੇਨ ਹੁੰਦਾ ਹੈ, ਠੀਕ ਹੈ, ਔਰ ਅਧੀਨ ਮਤਲਬ ਜਿਹਨੂੰ ਪੜ੍ਹ ਕੇ ਸਾਨੂੰ ਦੂਜੇ ਦਾ ਸਮਝ ਆਉਂਦਾ ਹੈ। ਯਾਨੀ ਕਿ ਹੁਣ ਜਿਵੇਂ ਆਪਾਂ ਉੱਪਰ ਦੇਖਿਆ, ਠੀਕ ਹੈ, ਚਲੋ ਇਹ ਐਗਜ਼ਾਮਪਲ ਲੈ ਕੇ ਦੇਖਦੇ ਹਾਂ। ਮੈਂ ਦਿੱਲੀ ਗਿਆ ਪਰ ਸਤਬੀਰ ਨੂੰ ਜਲੰਧਰ ਭੇਜਿਆ। ਹੁਣ ਮੈਂ ਦਿੱਲੀ ਗਿਆ, ਸਤਬੀਰ ਨੂੰ ਜਲੰਧਰ ਭੇਜਿਆ, ਇਹ ਦੋਵੇਂ ਕੀ ਹੈ, ਉਪਵਾਕ ਹੈ, ਠੀਕ ਹੈ। ਇਹ ਦੋਨਾਂ ਦੇ ਮਤਲਬ ਵੀ ਕਲੀਅਰ ਹੈ। ਮੈਂ ਦਿੱਲੀ ਗਿਆ, ਸਤਬੀਰ ਨੂੰ ਜਲੰਧਰ ਭੇਜਿਆ, ਇਹ ਦੋਵੇਂ ਮੁੱਖ ਉਪਵਾਕ ਹਨ। ਅਜਿਹੇ ਵਾਕਾਂ ਨੂੰ ਸਮਾਨ ਉਪਵਾਕ ਕਿਹਾ ਜਾਂਦਾ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸਮਾਨ, ਯਾਨੀ ਕਿ ਜਿਹਦੇ ਵਿੱਚ ਦੋਨਾਂ ਦਾ ਮਤਲਬ ਸਮਝ ਆਉਂਦਾ ਹੋਵੇ। ਇਹ ਉਪਵਾਕ ਕਿਸੇ ਹੋਰ ਉਪਵਾਕ ਦਾ ਅੰਗ ਨਹੀਂ ਹੁੰਦੇ, ਆਪਣੇ ਆਪ ਵਿੱਚ ਹੀ ਪੂਰਨ ਵਿਆਕਰਨਿਕ ਹੁੰਦੇ ਹਨ, ਯਾਨੀ ਕਿ ਕੰਪਲੀਟ ਹੈ, ਠੀਕ ਹੈ। ਇਹ ਕੀ ਹੋ ਗਿਆ, ਸਧਾਰਨ ਉਪਵਾਕ, ਠੀਕ ਹੈ। ਦੋ ਤਰੀਕੇ ਦੇ ਹੁੰਦੇ ਹੈ, ਸਧਾਰਨ ਤੇ ਅਧੀਨ, ਠੀਕ ਹੈ। ਹੁਣ ਆ ਗਿਆ ਅਧੀਨ ਉਪਵਾਕ। ਅਧੀਨ ਉਪਵਾਕ ਕਿਸੇ ਮੁੱਖ ਉਪਵਾਕ ਦੇ ਨਾਲ ਜੁੜੇ ਹੁੰਦੇ ਹਨ। ਇਹਨਾਂ ਵਿੱਚ ਵੀ ਇਕੱਲੀਆਂ ਆਪਣੀਆਂ ਸਾਰਥਕਾਂ ਦਰਸਾਉਣ ਦੀ ਤਾਕਤ ਨਹੀਂ ਹੁੰਦੀ, ਠੀਕ ਹੈ। ਇਸ ਵਾਕ ਵਿੱਚ ਵਿਚਲੇ ਕਿਸੇ ਹੋਰ ਉਪਵਾਕ ਦਾ ਅੰਗ ਹੁੰਦਾ ਹੈ ਤੇ ਉਹ ਨਾਂਵ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਦਾ ਕਾਰਜ ਨਿਭਾਉਂਦਾ ਹੈ। ਅਜਿਹੇ ਉਪਵਾਕ ਨੂੰ ਪ੍ਰਾਧੀਨ ਉਪਵਾਕ ਕਿਹਾ ਜਾਂਦਾ ਹੈ, ਯਾਨੀ ਕਿ ਜਿਹੜਾ ਕਿਸੇ ਦੇ ਅੰਡਰ ਹੋਵੇ, ਠੀਕ ਹੈ। ਜਿਵੇਂ ਹੁਣ ਆਪਾਂ ਇੱਥੇ ਦੇਖਿਆ ਸੀਗਾ ਆ ਵਾਲਾ, ਤੂੰ ਕਹੇਂਗਾ ਮੈਂ ਕੁਲਵੰਤ ਦੀ ਸਹਾਇਤਾ ਜ਼ਰੂਰ ਕਰੂੰਗੀ। ਹੁਣ ਇਹਦੇ ਵਿੱਚ ਤੂੰ ਕਹੇਂਗਾ ਦਾ ਕੁਝ ਮਤਲਬ ਨਹੀਂ ਬਣਦਾ ਪਿਆ, ਤਾਂ ਸਾਨੂੰ ਦੂਸਰੇ ਦੀ ਹੈਲਪ ਲੈਣੀ ਪੈ ਰਹੀ ਹੈ। ਤਾਂ ਜਿੱਦੇ ਆਪਾਂ ਹੈਲਪ ਲੈਂਦੇ ਹਾਂ ਜਿਹਦੇ ਵਿੱਚ, ਉਹਨੂੰ ਆਪਾਂ ਅਧੀਨ ਵਾਕ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਹੁਣ ਇਹਦੀ ਕੁਝ ਟਾਈਪਸ ਹੁੰਦੀਆਂ, ਠੀਕ ਹੈ। ਹੁਣ ਆਪਾਂ ਉਹ ਦੇਖਦੇ ਹਾਂ, ਅਧੀਨ ਉਪਵਾਕ ਦੀ ਕੁਝ ਟਾਈਪਸ ਹੁੰਦੀਆਂ। ਓਕੇ, ਇਹਨਾਂ ਦੇ ਨਾਲ ਜੁੜਦੇ ਹੈ ਨਾਂਵ, ਠੀਕ ਹੈ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ। ਯਾਨੀ ਕਿ ਜਿਹੜਾ ਅਧੀਨ ਉਪਵਾਕ ਹੁੰਦਾ ਹੈ ਉਹ ਤਿੰਨ ਤਰੀਕਿਆਂ ਦਾ ਅੱਗੋਂ ਪਾਇਆ ਜਾਂਦਾ ਹੈ। ਮੁੱਖ ਉਪਵਾਕ, ਉਸਨੇ ਕਿਹਾ। ਅਧੀਨ, ਹੁਣ ਉਸਨੇ ਕਿਹਾ, ਸਾਨੂੰ ਇਹਦਾ ਕੋਈ ਮਤਲਬ ਨਹੀਂ ਸਮਝ ਆ ਰਿਹਾ। ਉਸਨੇ ਕਿਹਾ, ਕੀ ਕਿਹਾ, ਆਪਾਂ ਹਮੇਸ਼ਾ ਪੁੱਛਦੇ ਨਾ ਕੀ ਕਿਹਾ, ਤਾਂ ਆਪਾਂ ਕੇ ਨੂੰ ਨਾਲ ਜੋੜਾਂਗੇ, ਮੈਂ ਅੱਜ ਬਿਮਾਰ ਹਾਂ। ਯਾਨੀ ਕਿ ਸਾਨੂੰ ਇੱਕ ਸੈਂਟੈਂਸ ਨੂੰ ਸਮਝਣ ਲਈ ਦੂਜੇ ਦੀ ਹੈਲਪ ਲੈਣੀ ਪੈ ਰਹੀ ਹੈ, ਦੈਟ ਇਜ਼ ਅਧੀਨ ਉਪਵਾਕ। ਤੇ ਇਹਦੇ ਵਿੱਚ ਜਿਹੜਾ ਹੈ ਉਹ ਨਾਂਵ ਦੀ ਵਰਤੋਂ ਕੀਤੀ ਗਈ ਹੈ। ਜੋ ਨਾਂਵ ਦਾ ਕੰਮ ਕਰੇ, ਯਾਨੀ ਕਿ ਮਨੁੱਖ ਉਪਵਾਕ ਦੇ ਅਧੀਨ ਉਹ ਉਪਵਾਕ ਜੋ ਕਿ ਨਾਂਵ ਦਾ ਕੰਮ ਕਰੇ, ਉਹਨੂੰ ਨਾਂਵ ਉਪਵਾਕ ਕਿਹਾ ਜਾਂਦਾ ਹੈ। ਪਛਾਣ ਹੈ ਕਿ ਇਹ ਪ੍ਰਧਾਨ ਵਾਕ ਦੇ ਉੱਤਰ ਵਜੋਂ ਦਿੱਤਾ ਜਾਂਦਾ ਹੈ, ਯਾਨੀ ਕਿ ਇਹ ਐਜ਼ ਅ ਆਨਸਰ, ਉੱਤਰ ਵਜੋਂ ਹੁੰਦਾ ਹੈ, ਯਾਨੀ ਕਿ ਰਿਪਲਾਈ ਆਪਾਂ ਕਹਿ ਸਕਦੇ ਹਾਂ ਬੇਸਿਕਲੀ, ਠੀਕ ਹੈ। ਨਾਂਵ ਉਪਵਾਕ ਮਤਲਬ ਜੋ ਕਿ ਜਦੋਂ ਆਪਾਂ ਕਿਸ ਨੂੰ ਰਿਪਲਾਈ ਦੇਣਾ ਹੈ। ਉਸਨੇ ਕਿਹਾ, ਕੀ ਕਿਹਾ, ਠੀਕ ਹੈ। ਕੋਈ ਕੁਐਸਚਨ ਆ ਜਾਂਦਾ ਨਾ, ਕੀ ਕਿਹਾ, ਮੈਂ ਅੱਜ ਬਿਮਾਰ ਹਾਂ, ਇਹ ਹੋ ਗਿਆ ਅਧੀਨ ਨਾਂਵ ਉਪਵਾਕ। ਕਿਰਿਆ ਵਿਸ਼ੇਸ਼ਣ, ਯਾਨੀ ਕਿ ਵਿਸ਼ੇਸ਼ਣ ਦਾ ਕੰਮ ਦੇਵੇ। ਦੇਸ਼ ਦੇ ਆਜ਼ਾਦ ਹੋਣ ਮਗਰੋਂ ਦੇਸ਼ ਭਗਤ ਗਦਰੀ ਬਾਬਿਆਂ ਦੀ ਕਿਸੇ ਨੇ ਸਾਰ ਨਾ ਲਈ, ਜਿਨ੍ਹਾਂ ਨੇ ਦੇਸ਼ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਮੁੱਖ ਉਪਵਾਕ ਕਿਹੜਾ ਹੈ, ਦੇਸ਼ ਦੇ ਆਜ਼ਾਦ ਹੋਣ ਮਗਰੋਂ ਦੇਸ਼ ਭਗਤ ਗਦਰੀ ਬਾਬਿਆਂ ਦੀ ਕਿਸੇ ਨੇ ਸਾਰ ਨਾ ਲਈ, ਜਿਨ੍ਹਾਂ ਨੇ ਦੇਸ਼ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਯਾਨੀ ਕਿ ਇਹਦੇ ਵਿੱਚ ਕੀ ਹੈ, ਇੱਥੇ ਵਿਸ਼ੇਸ਼ਣ ਦਾ ਆ ਗਿਆ। ਉਪਵਾਕ ਦੇ ਅਧੀਨ ਉਹ ਉਪਵਾਕ ਜੋ ਵਿਸ਼ੇਸ਼ਣ ਦਾ ਕੰਮ ਕਰਦੇ ਹਨ, ਯਾਨੀ ਕਿ ਜਿਹਦੇ ਵਿੱਚ ਵਿਸ਼ੇਸ਼ਣ ਦੀ ਆਪਾਂ ਹੈਲਪ ਲੈਂਦੇ ਹਾਂ। ਅੱਗੇ ਆ ਗਿਆ ਅਧੀਨ ਕਿਰਿਆ ਵਿਸ਼ੇਸ਼ਣ। ਹੁਣ ਕਿਰਿਆ ਵਿਸ਼ੇਸ਼ਣ ਯਾਨੀ ਕਿ ਕਿਰਿਆ ਵਿਸ਼ੇਸ਼ਣ ਦਾ ਕੰਮ ਕਰਦੇ ਹਨ, ਜਿਵੇਂ ਕਿ ਕਿਰਿਆ ਦੇ ਥਾਂ ਵਕਤ, ਕਾਰਨ ਅਤੇ ਢੰਗ ਦਾ ਪਤਾ ਲੱਗਦਾ ਹੈ, ਯਾਨੀ ਕਿ ਟਾਈਮ ਬਾਰੇ, ਰੀਜ਼ਨ ਬਾਰੇ ਅਤੇ ਢੰਗ ਯਾਨੀ ਕਿ ਉਹਦਾ ਤਰੀਕਾ, ਉਹਦਾ ਵੇ ਬਾਰੇ ਪਤਾ ਲੱਗਦਾ ਹੈ। ਉਸ ਦਾ ਗਾਹਕ ਬਾਰੇ ਛਮਾਹੀ ਹੀ ਉਸ ਵੱਲ
ਫੇਰਾ ਮਾਰਦਾ ਸੀ। ਉਸ ਦੇ ਬਣਾਏ ਬੂਟ ਥੋੜੇ ਕਿਤੇ ਟੁੱਟਦੇ ਨਹੀਂ ਸੀ। ਹੁਣ ਕਿਉਂਕਿ ਇਹਦੇ ਵਿੱਚ ਕੀ ਹੈ? ਯੋਜਕ। ਠੀਕ ਹੈ ਜੀ। ਆ ਹੋ ਗਿਆ ਇੱਕ ਸੈਂਟੈਂਸ, ਆ ਹੋ ਗਿਆ ਯੋਜਕ, ਆ ਹੋ ਗਿਆ ਦੂਜਾ ਸੈਂਟੈਂਸ। ਇਹ ਵਾਲਾ ਮੁੱਖ, ਇਹ ਵਾਲਾ ਅਧੀਨ, ਦੋਨੋਂ ਉਪਵਾਕ ਹੈ, ਇੱਕ ਮੁੱਖ ਹੈ ਤੇ ਇੱਕ ਅਧੀਨ ਹੈ। ਠੀਕ ਹੈ ਜੀ। ਉਹ ਕਿਉਂ ਗੇੜੇ ਮਾਰਦਾ ਸੀ, ਫੇਰੇ ਮਾਰਦਾ ਸੀ? ਕਿਉਂਕਿ ਉਸਦੇ ਬੂਟ ਥੋੜੇ ਜਿਹੇ ਟੁੱਟੇ ਹੋਏ ਸਨ। ਇਹਦਾ ਆਪਾਂ ਰੀਜ਼ਨ ਪਤਾ ਲੱਗ ਗਿਆ ਨਾ, ਕਾਰਨ। ਇਹਦੇ ਚ ਕਾਰਨ ਦੱਸਿਆ ਤਾਂ ਕਿਰਿਆ ਵਿਸ਼ੇਸ਼ਣ ਵਾਲਾ ਅਧੀਨ ਵਾਕ ਹੋ ਗਿਆ। ਠੀਕ ਹੈ। ਆਪਾਂ ਕੀ ਦੇਖਿਆ? ਆਪਾਂ ਦੇਖਿਆ ਕਿ ਜਿਹੜੇ ਉਪਵਾਕ ਹੁੰਦੇ ਉਹ ਦੋ ਤਰੀਕੇ ਦੇ ਹੁੰਦੇ। ਇੱਕ ਤਾਂ ਸਧਾਰਨ, ਯਾਨੀ ਕਿ ਜਿਨ੍ਹਾਂ ਚ ਦੋਨਾਂ ਦਾ ਮਤਲਬ ਸਮਝ ਆ ਰਿਹਾ ਹੋਵੇ। ਇੱਕ ਹੁੰਦੇ ਆ ਪ੍ਰਧਾਨ, ਯਾਨੀ ਕਿ ਜਿਹਦੇ ਵਿੱਚ ਮੁੱਖ ਵੀ ਹੋਵੇ ਤੇ ਅਧੀਨ ਵੀ ਹੋਵੇ, ਯਾਨੀ ਕਿ ਇੱਕ ਮੇਨ ਹੋਵੇ ਮੁੱਖ ਤੇ ਦੂਜੇ ਵਿੱਚ ਦੂਜਾ ਸੈਂਟੈਂਸ ਕਿਸੇ ਦੇ ਅੰਡਰ ਆਂਦਾ ਹੋਵੇ। ਠੀਕ ਹੈ ਜੀ। ਅੱਗੇ ਆ ਜਾਂਦਾ ਹੈ ਪ੍ਰਸ਼ਨ 4। ਮੁੱਖ ਉਪਵਾਕ ਕੀ ਹੁੰਦਾ ਹੈ? ਮੁੱਖ ਕੀ ਹੁੰਦਾ ਹੈ ਇਹ ਆਪਾਂ ਦੇਖ ਲਿਆ, ਅਧੀਨ ਕੀ ਹੁੰਦਾ ਹੈ ਆਪਾਂ ਉੱਪਰ ਵਾਲੇ ਕੁਐਸਚਨ 'ਚ ਦੇਖ ਲਿਆ। ਹੇਠ ਲਿਖੇ ਵਾਕਾਂ ਵਿੱਚੋਂ ਉਪਵਾਕ ਨਿਖੇੜੋ ਤੇ ਉਹਨਾਂ ਦੀਆਂ ਕਿਸਮਾਂ ਦੱਸੋ। ਹੁਣ ਆਪਾਂ ਕੀ ਕਰਨਾ ਹੈ? ਉਪਵਾਕ ਨਿਖੇੜਨੇ ਹਨ, ਯਾਨੀ ਕਿ ਉਪਵਾਕਾਂ ਬਾਰੇ ਦੱਸਣਾ ਹੈ। ਉਹ ਕੋਨਾ ਵੀ ਭਾਲਿਆ ਜਿੱਥੇ ਛੱਤ ਤੇ ਅਜੰਤਾ ਦੀ ਤਰ੍ਹਾਂ ਉਹ ਕੋਨਾ ਵੀ ਭਾਲਿਆ ਜਿੱਥੇ ਛੱਤ ਤੇ ਅਜੰਤਾ ਦੀ ਤਰ੍ਹਾਂ ਚਿੱਤਰ ਬਣੇ ਹੋਏ ਹਨ, ਜਿਹੜੇ ਦੱਸਦੇ ਹਨ ਕਿ ਪੁਰਾਣੇ ਸਮੇਂ ਵਿੱਚ ਇਹਨਾਂ ਗੁਫਾਵਾਂ ਦੀ ਕੀ ਸ਼ਾਨ ਰਹੀ ਹੋਵੇਗੀ, ਪਰ ਚੀਨੀ ਯਾਤਰੀਆਂ ਦੇ ਅੰਕਿਤ ਕੀਤੇ ਨਾਮ ਮੈਨੂੰ ਬਾਅਦ ਵਿੱਚ ਨਹੀਂ ਮਿਲੇ। ਹੁਣ ਆਪਾਂ ਕੀ ਕਰਨਾ ਹੈ? ਇਹਦੇ ਵਿੱਚ ਆਪਾਂ ਉਪਵਾਕਾਂ ਨੂੰ ਕਲਾਸੀਫਾਈ ਕਰਨਾ, ਯਾਨੀ ਕਿ ਕਿੰਨੇ ਕੁ ਉਪਵਾਕ ਇਹ 'ਚ ਦਿੱਤੇ ਹੋਏ ਆ। ਇੱਕ ਉਪਵਾਕ ਹੋ ਗਿਆ ਉਹਨਾਂ। ਹੁਣ ਪਹਿਲੇ ਆਪਾਂ ਕੀ ਕਰਾਂਗੇ? ਪਹਿਲੇ ਆਪਾਂ ਯੋਜਕ ਦੇਖਾਂਗੇ। ਠੀਕ ਹੈ। ਜਿੱਥੇ, ਠੀਕ ਹੈ। ਦੂਜਾ ਕਿਹੜਾ ਆ ਗਿਆ? ਚਲੋ ਆਪਾਂ ਡਾਇਰੈਕਟ ਸੈਂਟੈਂਸਸ ਲਿਖਦੇ ਹਾਂ। ਉਹ ਕੋਨਾ ਵੀ ਪਾਲ ਲਿਆ, ਆ ਇੱਕ ਹੋ ਗਿਆ। ਜਿੱਥੇ ਛੱਤ ਅਜੰਤਾ ਦੀ ਤਰ੍ਹਾਂ ਚਿੱਤਰ ਬਣੇ ਹੋਏ ਸਨ, ਇਹ ਦੂਜਾ। ਜਿਹੜੇ ਦੱਸਦੇ ਹਨ, ਇਹ ਤੀਜਾ। ਆ ਕੀ ਹੋ ਗਿਆ? ਯੋਜਕ। ਯੋਜਕ। ਠੀਕ ਹੈ। ਪੁਰਾਣੇ ਸਮੇਂ ਇਹਨਾਂ ਗੁਫਾਵਾਂ ਦੀ ਸ਼ਾਨ ਹੋਵੇਗੀ, ਪਰ ਯੋਜਕ। ਚੀਨੀ ਯਾਤਰੀਆਂ ਦੇ ਅੰਕਿਤ ਕੀਤੇ ਨਾਮ ਮੈਨੂੰ ਬਾਅਦ ਵਿੱਚ ਨਹੀਂ ਮਿਲੇ, ਇਹ ਇੱਕ ਵਾਕ ਹੋ ਗਿਆ। ਠੀਕ ਹੈ। ਕਿੰਨੇ ਸੈਂਟੈਂਸਸ ਹੋ ਗਏ? ਕਿੰਨੇ ਉਪਵਾਕ ਹੋ ਗਏ? 1 2 3 4 ਤੇ 5 ਉਪਵਾਕ ਹੋ ਗਏ। ਠੀਕ ਹੈ। ਹੁਣ ਆਪਾਂ ਇਹਨਾਂ ਨੂੰ ਕਲਾਸੀਫਾਈ ਕਰਨਾ ਹੈ। ਓਕੇ। ਉਹ ਕੋਨਾ ਵੀ ਪਾਲ ਲਿਆ, ਯਾਨੀ ਕਿ ਪ੍ਰਧਾਨ ਉਪਵਾਕ ਹੈ। ਜਿੱਥੇ ਛੱਤ ਦੇ ਅਜੰਤਾ ਦੀ ਤਰ੍ਹਾਂ ਚਿੱਤਰ ਬਣੇ ਹੋਏ ਹਨ, ਊੜੇ ਦਾ ਅਧੀਨ ਕਿਰਿਆ ਵਿਸ਼ੇਸ਼ਣ ਉਪਵਾਕ, ਯਾਨੀ ਕਿ ਕਿਉਂਕਿ ਇਹਦਾ ਸਾਨੂੰ ਮਤਲਬ ਨਹੀਂ ਸਮਝ ਆ ਰਿਹਾ, ਉਹ ਕੋਨਾ ਵੀ ਪਾਲ ਲਿਆ, ਇਹਦਾ ਕੁਝ ਸੈਂਸ ਨਹੀਂ ਬਣ ਰਿਹਾ, ਤਾਂ ਸਾਨੂੰ ਇਹਦੇ ਲਈ ਦੂਜਾ ਸੈਂਟੈਂਸ ਚਾਹੀਦਾ ਸਮਝਣ ਲਈ। ਉਹ ਕੋਨਾ, ਕਿਹੜਾ ਕੋਨਾ? ਇਹ ਉਹਦਾ ਜਵਾਬ ਹੈ। ਤਾਂ ਕੀ ਹੋ ਗਿਆ? ਕਿਰਿਆ ਵਿਸ਼ੇਸ਼ਣ, ਜਿਹਦਾ ਆਪਾਂ ਜਵਾਬ ਦੇਣਾ ਹੈ, ਜਿਹਦਾ ਆਪਾਂ ਰਿਪਲਾਈ ਦੇਣਾ ਹੈ। ਠੀਕ ਹੈ। ਜਿਹੜੇ ਦੱਸਦੇ ਹਨ ਪੁਰਾਣੇ ਸਮੇਂ ਵਿੱਚ ਇਹਨਾਂ ਗੁਫਾਵਾਂ ਦੀ ਕੀ ਸ਼ਾਨ ਹੋਵੇਗੀ, ਯਾਨੀ ਕਿ ਕੀ ਦੱਸਦੇ ਹਨ? ਇਹ ਵਾਲੀ ਚੀਜ਼ ਦੱਸਦੇ ਹਨ। ਠੀਕ ਹੈ। ਤੇ ਚੀਨੀ ਯਾਤਰੀਆਂ, ਯਾਨੀ ਕਿ ਈੜੀ ਵਾਲੇ ਦਾ ਜਿਹੜੇ ਦੱਸਦੇ ਹਨ, ਤੇ ਉਹਦੇ ਨਾਲ ਪਰ ਜਿਹੜਾ ਉਹ ਯੋਜਕ ਆ ਗਿਆ। ਆ ਦੇਖੋ ਆਪਾਂ ਪੜ੍ਹਿਆ ਨਾ ਕਿ ਜਿਹੜਾ ਉਹ ਯੋਜਕ ਹੈ, ਉਸ ਤੋਂ ਬਾਅਦ ਪਰ ਜਿਹੜਾ ਹੈ ਉਹ ਯੋਜਕ ਹੈ। ਠੀਕ ਹੈ। ਏਦਾਂ ਕਿਸੇ ਦੇ ਅੰਡਰ, ਯਾਨੀ ਕਿ ਜਿੱਥੇ ਸਾਨੂੰ ਕੋਈ ਕਾਰਨ ਦੱਸਣਾ ਹੋਵੇ, ਰੀਜ਼ਨ ਦੱਸਣਾ ਹੋਵੇ, ਜਿੱਥੇ ਸਾਨੂੰ ਕੋਈ ਰਿਪਲਾਈ ਦੇਣਾ ਹੋਵੇ, ਜਿੱਥੇ ਕਿਸੇ ਦਾ ਤਰੀਕਾ ਦੱਸਣਾ ਹੋਵੇ, ਉਹ ਸਾਰੇ ਕੀ ਹੁੰਦੇ ਆ? ਅਧੀਨ। ਠੀਕ ਹੈ ਜੀ। ਤੇ ਤੁਹਾਨੂੰ ਕੁਐਸਚਨ ਆਏਗਾ ਐਕਸਪਲੇਨ ਕਰਨ ਲਈ ਕਿ ਉਪਵਾਕ ਕੀ ਹੁੰਦੇ ਆ ਤੇ ਇਹਨਾਂ ਦੀ ਕਿੰਨੀ ਟਾਈਪਸ ਹੁੰਦੀਆਂ। ਤੁਸੀਂ ਦੱਸੋਗੇ ਕਿ ਉਪਵਾਕ ਕੀ ਹੁੰਦੇ ਆ। ਉਪਵਾਕ ਛੋਟਾ ਸੈਂਟੈਂਸ ਹੁੰਦਾ ਹੈ, ਦੋ ਸੈਂਟੈਂਸ ਨੂੰ ਮਿਲ ਕੇ ਇੱਕ ਸੈਂਟੈਂਸ ਬਣਾਇਆ ਜਾਂਦਾ ਹੈ।
ਦੋਨਾਂ ਸੈਂਟੈਂਸਿਸ ਨੂੰ ਉਪਵਾਕ ਬੋਲਦੇ ਹਨ ਤੇ ਜਿਹੜਾ ਵੱਡਾ ਹੁੰਦਾ ਹੈ ਯਾਨੀ ਕਿ ਦੋਨਾਂ ਨੂੰ ਇਕੱਠੇ ਮਿਲਾ ਕੇ ਉਹਨੂੰ ਆਪਾਂ ਸਿੰਪਲ ਵਾਕ ਬੋਲਦੇ ਹਨ। ਇਹ ਯੋਜਕ ਨਾਲ ਜੋੜੇ ਜਾਂਦੇ ਹਨ। ਅੱਗੋਂ ਇੱਕ ਮੁੱਖ ਹੁੰਦੇ ਆ, ਇੱਕ ਅਧੀਨ ਹੁੰਦੇ ਆ। ਅਧੀਨ ਦੇ ਵੀ ਅੱਗੋਂ ਕਿੰਨੀਆਂ ਕਿਸਮਾਂ ਹੁੰਦੀਆਂ, ਨਾਂਵ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ। ਠੀਕ ਹੈ ਜੀ, ਤੇ ਏਦਾਂ ਤੁਸੀਂ ਸਾਰਾ ਐਕਸਪਲੇਨ ਕਰਨਾ ਹੈ। ਅਗਲਾ ਸਾਡਾ ਟੌਪਿਕ ਆ ਜਾਂਦਾ ਹੈ ਵਾਕੰਸ਼। ਵਾਕੰਸ਼ ਕੀ ਹੁੰਦਾ ਹੈ, ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਵਾਕੰਸ਼ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ। ਏਦਾਂ ਹੀ ਤੁਹਾਨੂੰ ਕੁਐਸਚਨ ਵੀ ਆਏਗਾ। ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ ਨਾਂਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਦੇ ਸੂਚਕ ਸ਼ਬਦ ਜਾਂ ਸ਼ਬਦ ਸਮੂਹ ਨੂੰ ਵਾਕੰਸ਼ ਕਹਿੰਦੇ ਹਨ। ਜਰਾ ਦੇਖੋ ਹੇਠਾਂ ਦਿੱਤੇ ਵਾਕ। ਕਾਕਾ ਰੋਇਆ, ਨਿੱਕਾ ਕਾਕਾ ਰੋਇਆ, ਸਾਡਾ ਨਿੱਕਾ ਕਾਕਾ ਰੋਇਆ, ਕਾਕਾ ਬਹੁਤ ਰੋਇਆ, ਕਾਕਾ ਅੱਜ ਬਹੁਤ ਰੋਇਆ। ਯਾਨੀ ਕਿ ਆਪਾਂ ਜਦੋਂ ਡਿਫਰੈਂਟ ਵਰਡਸ ਬਣਾਉਂਦੇ ਆ, ਠੀਕ ਹੈ। ਹੁਣ ਪਹਿਲੇ ਵਾਕ ਵਿੱਚ ਦੋ ਸ਼ਬਦ ਹਨ, ਇਹਦੇ ਚ ਦੋ ਹੈ। ਕਾਕਾ ਕੀ ਹੈ, ਕਾਕਾ ਨਾਂਵ ਹੈ, ਤੇ ਰੋਇਆ ਕੀ ਹੈ, ਕਿਰਿਆ। ਯਾਨੀ ਕਿ ਜਦੋਂ ਆਪਾਂ ਨਾਂਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਇਹਨਾਂ ਨੂੰ ਜੋੜ ਕੇ ਜਦੋਂ ਆਪਾਂ ਕੋਈ ਵੀ ਸੈਂਟੈਂਸ ਬਣਾਉਂਦੇ ਆ ਉਹਨੂੰ ਆਪਾਂ ਕੀ ਬੋਲਦੇ ਆ, ਵਾਕੰਸ਼ ਬੋਲਦੇ ਆ। ਠੀਕ ਹੈ ਜੀ। ਹੁਣ ਜਿਵੇਂ ਪਹਿਲੇ ਵਿੱਚ ਕੀ ਹੈ, ਨਾਂਵ ਤੇ ਕਿਰਿਆ। ਕਾਕਾ ਨਾਂਵ ਵਾਕੰਸ਼ ਹੈ ਅਤੇ ਰੋਇਆ ਕਿਰਿਆ ਵਾਕੰਸ਼ ਹੈ। ਯਾਨੀ ਕਿ ਜਿਹੜੇ ਵਰਡਸ ਹੁੰਦੇ ਆ ਜਿਨ੍ਹਾਂ ਨੂੰ ਕੰਬਾਈਨ ਕਰਕੇ ਇੱਕ ਸੈਂਟੈਂਸ ਬਣਦਾ ਹੈ, ਤੇ ਉਹ ਜਿਹੜੇ ਵਰਡਸ ਹੈ ਉਹ ਜਾਂ ਨਾਂਵ ਹੋਣ ਜਾਂ ਵਿਸ਼ੇਸ਼ਣ ਹੋਣ ਜਾਂ ਕਿਰਿਆ ਹੋਣ ਜਾਂ ਕਿਰਿਆ ਵਿਸ਼ੇਸ਼ਣ ਹੋ, ਇਹ ਸਭ ਚੀਜ਼ਾਂ ਹੋਣ। ਠੀਕ ਹੈ, ਦੁਬਾਰਾ ਬੋਲਦੇ ਹਾਂ। ਵਾਕੰਸ਼ ਕੀ ਹੁੰਦੇ ਹੈ, ਵਾਕੰਸ਼ ਇੱਕ ਸੈਂਟੈਂਸ ਹੁੰਦਾ ਹੈ ਜਿਹੜੇ ਕਿ ਵਰਡਸ ਨੂੰ ਮਿਲਾ ਕੇ ਬਣਦਾ ਹੈ, ਤੇ ਵਰਡਸ ਜਿਹੜੇ ਕਿ ਨਾਂਵ ਹੋਣ, ਵਿਸ਼ੇਸ਼ਣ ਹੋਣ, ਕਿਰਿਆ ਹੋਣ, ਕਿਰਿਆ ਵਿਸ਼ੇਸ਼ਣ ਹੋਣ, ਸੰਬੰਧਕ ਹੋਣ, ਯੋਜਕ ਹੋਣ ਜਾਂ ਵਿਸਮਿਕ ਹੋਣ। ਹੁਣ ਆਪਾਂ ਦੁਬਾਰਾ ਡੈਫੀਨੇਸ਼ਨ ਪੜ੍ਹਦੇ ਤਾਂ ਤੁਹਾਨੂੰ ਹੋਰ ਕਲੀਅਰ ਹੋਏਗਾ। ਵਾਕ ਯਾਨੀ ਕਿ ਇੱਕ ਸੈਂਟੈਂਸ ਵਿੱਚ ਵਰਤੇ ਗਏ ਆ ਸਾਰੇ ਵਰਡਸ, ਇਹਨਾਂ ਦੀ ਕੰਬੀਨੇਸ਼ਨ ਨੂੰ ਜਦੋਂ ਆਪਾਂ ਇੱਕ ਸੈਂਟੈਂਸ ਬਣਾ ਦਿੰਦੇ ਆ ਉਹਨੂੰ ਕਹਿੰਦੇ ਆ ਵਾਕੰਸ਼। ਠੀਕ ਹੈ, ਤੁਸੀਂ ਦੁਬਾਰਾ ਇਹ ਸੁਣੋਗੇ ਵੀਡੀਓ, ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਏਗਾ। ਤਾਂ ਤੁਹਾਨੂੰ ਇੱਕ ਵਾਰ 'ਚ ਨਹੀਂ ਸਮਝ ਆਉਣੀਆਂ ਚੀਜ਼ਾਂ, ਕਿਉਂਕਿ ਪੰਜਾਬੀ ਦੀ ਗ੍ਰਾਮਰ ਥੋੜੀ ਟਿਪੀਕਲ ਹੁੰਦੀ ਹੈ, ਤਾਂ ਤੁਹਾਨੂੰ ਬਾਰ-ਬਾਰ ਉਹ ਚੀਜ਼ਾਂ ਸਮਝਣੀਆਂ ਪੈਣਗੀਆਂ। ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦੀ ਹਾਂ। ਵਾਕ ਜਿਹੜਾ ਆਪਾਂ ਸਭ ਤੋਂ ਪਹਿਲਾ ਟੌਪਿਕ ਪੜ੍ਹਿਆ ਉਹ ਵੀ ਈਜ਼ੀ ਸੀ। ਇੱਕ ਸੈਂਟੈਂਸ ਨੂੰ ਵਾਕ ਕਹਿੰਦੇ ਆ। ਉਪਵਾਕ ਯਾਨੀ ਕਿ ਛੋਟਾ ਸੈਂਟੈਂਸ, ਛੋਟੇ ਸੈਂਟੈਂਸ ਨੂੰ ਉਪਵਾਕ ਕਹਿੰਦੇ ਹਨ। ਠੀਕ ਹੈ, ਉਹ ਦੋਨੋਂ ਟੌਪਿਕ ਈਜ਼ੀ ਸੀ। ਵਾਕੰਸ਼ ਕੀ ਹੈ, ਵਾਕੰਸ਼ ਇੱਕ, ਮੈਂ ਦੁਬਾਰਾ ਦੱਸੀ, ਕਿ ਇਹੋ ਜਿਹਾ ਸੈਂਟੈਂਸ ਹੈ, ਇੱਕ ਇਹੋ ਜਿਹਾ ਵਾਕ ਹੈ ਜਿਹਦੇ ਵਿੱਚ ਜਿਹੜੇ ਸ਼ਬਦ, ਜਿਹੜੇ ਵਰਡਸ ਯੂਜ਼ ਹੁੰਦੇ ਹੈ ਉਹ ਜਾਂ ਨਾਂਵ ਹੁੰਦੇ ਹੈ, ਜਾਂ ਵਿਸ਼ੇਸ਼ਣ ਹੁੰਦੇ ਹੈ, ਜਾਂ ਕਿਰਿਆ ਹੁੰਦੀ ਹੈ, ਕਿਰਿਆ ਵਿਸ਼ੇਸ਼ਣ ਹੁੰਦੇ ਹੈ, ਸੰਬੰਧਕ ਹੁੰਦੇ ਹੈ, ਯੋਜਕ ਹੁੰਦੇ ਜਾਂ ਵਿਸਮਿਕ ਹੁੰਦੇ ਹੈ। ਇਹਨਾਂ ਨੂੰ ਵਾਕੰਸ਼ ਕਿਹਾ ਜਾਂਦਾ ਹੈ। ਹੁਣ ਦੂਜੇ ਵਾਕ ਵਿੱਚ ਰੋਇਆ ਜਿਹੜਾ ਹੈ ਉਹ ਪਹਿਲੇ ਦੋ ਸ਼ਬਦਾਂ ਤੇ, ਦੂਜੇ ਵਾਕ ਵਿੱਚ ਰੋਇਆ ਤੋਂ ਪਹਿਲਾਂ ਦੋ ਸ਼ਬਦ ਅਤੇ ਤੀਜੇ ਵਿੱਚ ਤਿੰਨ ਸ਼ਬਦ ਹਨ। ਠੀਕ ਹੈ, ਹੁਣ ਇੱਥੇ ਵੀ ਰੋਇਆ ਹੈ। ਠੀਕ ਹੈ, ਇੱਥੇ ਵੀ ਰੋਇਆ ਹੈ। ਇਹ ਤੋਂ ਪਹਿਲਾਂ ਦੋ ਸ਼ਬਦ ਹੈ, ਇਹ ਤੋਂ ਪਹਿਲਾਂ ਤਿੰਨ ਸ਼ਬਦ ਹੈ, ਉਹਨਾਂ ਨੇ ਇਹ ਕਿਹਾ ਹੈ। ਠੀਕ ਹੈ, ਜੋ ਨਾਂਵ ਵਰਗ ਦਾ ਕਾਰਜ ਨਿਭਾ ਰਹੇ ਹਨ। ਨਿੱਕਾ ਕਾਕਾ, ਸਾਡਾ ਨਿੱਕਾ ਕਾਕਾ, ਇਹ ਵੀ ਕੀ ਹੈ, ਨਾਂਵ ਹੈ। ਇਸ ਕਰਕੇ ਇਹ ਨਾਂਵ ਵਾਕੰਸ਼ ਹਨ। ਇਹ ਕੀ ਹੋ ਗਏ, ਇਹ ਦਿਨ ਹੋ ਗਏ ਨਾਂਵ ਵਾਕੰਸ਼। ਠੀਕ ਹੈ, ਚੌਥੇ ਵਾਕ ਵਿੱਚ ਦੋ ਸ਼ਬਦ ਬਹੁਤ ਰੋਇਆ ਅਤੇ ਪੰਜਵੇਂ ਵਿੱਚ ਅੱਜ ਸਵੇਰੇ ਬਹੁਤ ਰੋਇਆ ਸੀ, ਇਹ ਕਿਰਿਆ ਦਾ ਕਾਰਜ ਨਿਭਾਉਂਦੇ ਹੈ। ਇਹ ਕੀ ਹੋ ਗਏ, ਕਿਰਿਆ, ਯਾਨੀ ਕਿ ਬਹੁਤ, ਬਹੁਤ ਜ਼ਿਆਦਾ, ਅੱਜ ਬਹੁਤ ਰੋਇਆ। ਠੀਕ ਹੈ, ਇਹ ਕੀ ਹੈ, ਕਿਰਿਆ। ਇਸ ਕਰਕੇ ਇਹ ਕਿਰਿਆ ਵਾਕੰਸ਼ ਹੁੰਦੇ ਹਨ। ਯਾਨੀ ਕਿ ਜਿਹਦੇ ਵਿੱਚ ਕਿਰਿਆ ਆ ਗਈ ਉਹ ਕਿਰਿਆ ਵਾਕੰਸ਼, ਜਿਹਦੇ ਵਿੱਚ ਨਾਂਵ ਆ ਗਿਆ ਉਹ ਨਾਂਵ ਵਾਕੰਸ਼। ਠੀਕ ਹੈ ਜੀ, ਓਕੇ। ਹੁਣ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਕੀ ਹੁੰਦੇ ਆ? ਜਿਹਦੇ ਵਿੱਚ ਨਾਂਵ ਆ ਗਿਆ ਉਹ ਨਾਂਵ ਵਾਕੰਸ਼, ਜਿਹਦੇ ਵਿੱਚ ਕਿਰਿਆ ਆ ਗਈ ਉਹ ਕਿਰਿਆ ਵਾਕੰਸ਼, ਜਿਹਦੇ ਵਿੱਚ ਕਿਰਿਆ ਵਾਲੇ ਵਰਡਸ ਆ ਗਏ। ਸਿੰਪਲ। ਨਾਂਵ ਵਾਕੰਸ਼ ਦੀ ਪਰਿਭਾਸ਼ਾ ਇਉਂ ਕੀਤੀ ਜਾ ਸਕਦੀ ਹੈ, ਵਾਕ ਵਿੱਚ, ਸੈਂਟੈਂਸ ਵਿੱਚ ਨਾਂਵ ਵਰਗ ਦਾ ਕਾਰਜ ਨਿਭਾਉਣ ਵਾਲੇ ਵਾਕੰਸ਼ ਨੂੰ ਨਾਂਵ ਵਾਕੰਸ਼ ਕਿਹਾ ਜਾਂਦਾ ਹੈ। ਬੱਚੇ ਆਏ, ਬੱਚੇ ਨਾਂਵ, ਆਏ ਕਿਰਿਆ, ਨਾਂਵ ਵਾਕੰਸ਼। ਸਾਰੇ ਬੱਚੇ ਆਏ। ਠੀਕ ਹੈ, ਇਹ ਸਾਰੇ ਕੀ ਹੈ, ਨਾਂਵ ਵਾਕੰਸ਼।
ਪਛਾਣ, ਇਹਨਾਂ ਦੀ ਪਛਾਣ ਕੀ ਹੈ? ਨਾਂਵ ਵਾਕੰਸ਼ਾਂ ਦੇ ਰੂਪ ਅਤੇ ਕਾਰਜ ਦੇ ਆਧਾਰ ਤੇ ਪਛਾਣ ਹੇਠ ਅਨੁਸਾਰ ਦਿੱਤੀ ਹੋਈ ਹੈ। ਇੱਕ ਹੁੰਦੇ ਰੂਪ ਦੇ ਆਧਾਰ ਤੇ, ਇੱਕ ਹੁੰਦੇ ਸਥਾਨ ਦੇ ਆਧਾਰ ਤੇ, ਠੀਕ ਹੈ, ਤੇ ਇੱਕ ਹੁੰਦੇ ਸੰਬੰਧਕ ਤੋਂ ਨਾਂਵ ਵਾਕੰਸ਼ ਦੀ ਪਹਿਚਾਣ। ਓਕੇ, ਇਹ ਦੇਖਦੇ ਆਪਾਂ, ਯਾਨੀ ਕਿ ਆਪਾਂ ਬੇਸਿਕਲੀ ਦੇਖਣਾ ਹੈ ਕਿ ਨਾਂਵ ਵਾਕੰਸ਼ ਦੇ ਬਾਰੇ ਦੇਖਣਾ ਆਪਾਂ ਸਾਰਾ, ਠੀਕ ਹੈ। ਓਕੇ, ਆਪਾਂ ਦੇਖਦੇ ਹਾਂ ਨਾਂਵ ਵਾਕੰਸ਼ ਬਾਰੇ। ਨਾਂਵ ਵਾਕੰਸ਼ ਦੋ ਤਰੀਕੇ ਦੇ ਹੁੰਦੇ, ਇੱਕ ਤਾਂ ਰੂਪ ਦੇ ਆਧਾਰ ਤੇ ਇੱਕ ਹੁੰਦੇ ਕਾਰਜ ਦੇ ਆਧਾਰ ਤੇ, ਠੀਕ ਹੈ। ਪਹਿਲਾ ਆ ਗਿਆ ਰੂਪ ਦੇ ਆਧਾਰ ਉੱਤੇ ਨਾਂਵ ਵਾਕੰਸ਼ ਦੀ ਪਛਾਣ ਵਾਕ ਵਿਚਲੇ ਮੁੱਖ ਸ਼ਬਦ ਦੇ ਅਸਥਾਨ ਤੇ ਸੰਬੰਧਕ ਰਾਹੀਂ ਕੀਤੇ ਜਾ ਸਕਦਾ ਹੈ, ਯਾਨੀ ਕਿ ਸਥਾਨ ਤੇ ਸੰਬੰਧਕ। ਮੁੱਖ ਸ਼ਬਦ ਰਾਹੀਂ ਨਾਂਵ ਵਾਕੰਸ਼। ਭਾਰਤ ਦੀ ਰਾਜਧਾਨੀ ਦਿੱਲੀ ਇੱਕ ਪੁਰਾਣਾ ਸ਼ਹਿਰ ਹੈ। ਦਿੱਲੀ ਇੱਕ ਪੁਰਾਣਾ ਸ਼ਹਿਰ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਐੜਾ ਵਾਕ ਵਿੱਚ ਨਾਂਵ ਵਾਕੰਸ਼ ਦਿੱਲੀ ਨਾਲ ਊੜਾ ਵਾਕ ਦੇ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਉਹ ਨਾਂਵ ਵਾਕੰਸ਼ ਦਾ ਹੀ ਹਿੱਸਾ ਹਨ, ਯਾਨੀ ਕਿ ਦਿੱਲੀ। ਇਸ ਤੋਂ ਸਿੱਧ ਹੁੰਦਾ ਹੈ ਕਿ ਐੜੇ ਵਾਕ ਵਿੱਚ ਨਾਂਵ ਵਾਕੰਸ਼ ਦਿੱਲੀ ਨਾਲ, ਠੀਕ ਹੈ। ਇਹ ਕੀ ਹੈ? ਨਾਂਵ ਵਾਕੰਸ਼। ਨਾਂਵ ਆ ਗਿਆ ਨਾ, ਨਾਉਨ। ਵਾਕ ਦੇ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਉਹ ਨਾਂਵ ਵਾਕੰਸ਼ ਹਨ। ਭਾਰਤ ਦੀ ਰਾਜਧਾਨੀ ਦਿੱਲੀ, ਆ ਵੀ ਨਾਂਵ ਹੈ, ਠੀਕ ਹੈ। ਤਾਂ ਕੀ ਹੋ ਗਏ? ਨਾਂਵ ਵਾਕੰਸ਼, ਯਾਨੀ ਕਿ ਮੁੱਖ ਸ਼ਬਦਾਂ ਰਾਹੀਂ, ਸਾਨੂੰ ਮੇਨ ਸ਼ਬਦਾਂ ਰਾਹੀਂ ਪਤਾ ਲੱਗ ਜਾਂਦਾ ਹੈ। ਸਥਾਨ ਦੇ ਆਧਾਰ ਤੇ ਮੋਹਨ ਲਿਖਦਾ ਹੈ, ਆਮ ਕਰਕੇ ਸਧਾਰਨ ਬਿਆਨੀ ਵਾਕ ਪਹਿਲੇ, ਦੂਜੇ, ਤੀਜੇ ਤੇ ਚੌਥੇ ਸਥਾਨ ਉੱਤੇ ਵਰਤਿਆ ਜਾਂਦਾ ਹੈ। ਯਾਨੀ ਕਿ ਜਿਹੜਾ ਗਿਆ ਸ਼ਬਦਾਂ ਦਾ ਸਮੂਹ ਨਾਂਵ ਵਾਕੰਸ਼ ਹੁੰਦਾ ਹੈ। ਮੋਹਨ, ਭਰਾ ਮੋਹਨ। ਰਾਹ ਜਾਂਦੇ ਮੁੰਡੇ ਸ਼ਰਾਰਤਾਂ ਕਰਦੇ ਹਨ, ਮੁੰਡੇ, ਠੀਕ ਹੈ। ਰਾਹ ਜਾਂਦੇ ਮੁੰਡੇ, ਇਹ ਕੀ ਹੋ ਗਿਆ? ਯਾਨੀ ਕਿ ਜਿਹੜੇ ਮਰਜ਼ੀ ਪਲੇਸ ਦੇ ਹੋਵੇ, ਇੱਥੇ ਵੀ ਨਾਉਨ ਹੈ, ਇੱਥੇ ਨਾਉਨ ਹੈ, ਇੱਥੇ ਨਾਉਨ ਹੈ, ਠੀਕ ਹੈ। ਜ਼ਰੂਰੀ ਨਹੀਂ ਕਿ ਜਿਹੜਾ ਫਸਟ ਪਲੇਸ ਤੇ ਹੋਵੇ ਉਹੀ ਨਾਂਵ ਵਾਕੰਸ਼ ਹੋਏਗਾ, ਪਿੱਛੇ ਵੀ ਹੋ ਸਕਦਾ ਹੈ, ਠੀਕ ਹੈ। ਸੰਬੰਧਕ ਤੋਂ ਨਾਂਵ ਵਾਕੰਸ਼ ਦੀ ਪਛਾਣ। ਪਛਾਣ ਦਾ ਸੁਖ ਸਾਧਨ ਹਨ। ਪੰਜਾਬੀ ਵਿੱਚ ਸੰਬੰਧਕ ਤੋਂ ਪਹਿਲਾਂ ਹਮੇਸ਼ਾ ਨਾਂਵ ਵਾਕੰਸ਼ ਦੀ ਵਰਤੋਂ ਹੁੰਦੀ ਹੈ। ਜਿਵੇਂ ਅਧਿਆਪਕਾਂ ਨੇ ਮੁੰਡੇ ਨੂੰ ਸਬਕ ਦਿੱਤਾ, ਰਾਮ ਨੇ ਸੱਪ ਨੂੰ ਡੰਗ ਨਾਲ ਮਾਰਿਆ, ਠੀਕ ਹੈ। ਯਾਨੀ ਕਿ ਸੰਬੰਧ ਸ਼ੋ ਕੀਤਾ, ਅਧਿਆਪਕ ਨੇ ਮੁੰਡੇ ਨੂੰ ਕੁੱਟਿਆ, ਰਾਮ ਨੇ ਸੱਪ ਨੂੰ ਡੰਗ ਨਾਲ ਮਾਰਿਆ, ਠੀਕ ਹੈ। ਸੰਬੰਧ ਯਾਨੀ ਕਿ ਜਦੋਂ ਆਪਣਾ ਕਿਸੇ ਨਾਲ ਕਨੈਕਸ਼ਨ ਹੁੰਦਾ ਹੈ, ਠੀਕ ਹੈ, ਉਹ ਇਹਦੇ ਵਿੱਚ ਵੀ ਨਾਂਵ ਵਰਤੇ ਗਏ, ਠੀਕ ਹੈ। ਤੇ ਤਾਂ ਕਰਕੇ ਇਹ ਕੀ ਹੈਗਾ? ਨਾਂਵ ਵਾਕੰਸ਼। ਹੁਣ ਅਗਲਾ ਆਉਂਦਾ ਕਾਰਜ ਦੇ ਆਧਾਰ ਤੇ। ਕਿਰਿਆ ਦੇ ਕਰਤਾ ਪ੍ਰਧਾਨ ਕਰਮ ਜਾਂ ਅਪ੍ਰਧਾਨ ਕਰਮ ਵਜੋਂ ਕੰਮ ਕਰਦੇ ਹਨ। ਇਹਨਾਂ ਕਾਰਜਾਂ ਦੇ ਆਧਾਰ ਤੇ ਨਾਂਵ ਵਾਕੰਸ਼ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ। ਨਾਂਵ ਵਾਕੰਸ਼, ਕਰਤਾ ਨਾਂਵ ਵਾਕੰਸ਼, ਕਰਮ ਨਾਂਵ ਵਾਕੰਸ਼ ਅਤੇ ਅਪ੍ਰਧਾਨ ਕਰਮ ਨਾਂਵ ਵਾਕੰਸ਼। ਮੁੰਡਾ ਖੇਡਦਾ ਹੈ, ਮੁੰਡਾ ਯਾਨੀ ਕਿ ਕੰਮ ਕਰਨ ਵਾਲਾ ਬੰਦਾ, ਕਰਤਾ। ਕਿਤਾਬ, ਕੀ ਕਰ ਰਿਹਾ? ਪੜ੍ਹ ਰਿਹਾ। ਕਿਹਨੂੰ ਪੜ੍ਹ ਰਿਹਾ? ਕਿਤਾਬ ਨੂੰ, ਕਿਤਾਬ ਕਰਮ। ਇਹ ਮੈਂ ਤੁਹਾਨੂੰ ਜਦੋਂ ਫਸਟ ਵਾਕ ਵਾਲਾ ਪੜ੍ਹਾਇਆ ਸੀਗਾ ਉਹਦੇ ਚ ਮੈਂ ਤੁਹਾਨੂੰ ਪੜ੍ਹਾਇਆ ਸੀਗਾ ਕਰਤਾ ਕਰਮ ਕਿਰਿਆ। ਇਹ ਤੁਹਾਨੂੰ ਉਹ ਦੇਖਣਾ ਪਏਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਰਤਾ ਕੀ ਹੁੰਦਾ, ਕਰਮ ਕੀ ਹੁੰਦੇ ਤੇ ਕਿਰਿਆ ਕੀ ਹੁੰਦੀ ਹੈ। ਇਹ ਚ ਕਰਤਾ ਤੇ ਕਰਮ ਦੇਖ ਲਿਆ। ਸ਼ਿਕਾਰੀ ਨੇ ਸ਼ੇਰ ਨੂੰ ਗੋਲੀ ਮਾਰੀ, ਸ਼ੇਰ ਅਪ੍ਰਧਾਨ ਕਰਮ ਵਾਕੰਸ਼, ਠੀਕ ਹੈ। ਕਿਹਨੂੰ? ਸ਼ੇਰ ਨੂੰ। ਨਾਂਵ ਵਾਕੰਸ਼ ਵਿੱਚ ਨਾਂਵ ਪੜਨਾਂਵ ਵਿਸ਼ੇਸ਼ ਦਬਾਅ ਵਾਲੇ ਅੰਸ਼ ਨਕਾਰਾਤਮਕ, ਸਤਿਕਾਰ ਬੋਧਕ, ਸੰਬੰਧਕ ਤੇ ਯੋਜਕ ਹੁੰਦੇ ਹਨ, ਠੀਕ ਹੈ ਜੀ। ਹੁਣ ਅਗਲਾ ਆ ਜਾਂਦਾ ਕਿਰਿਆ ਵਾਕੰਸ਼। ਇਹ ਆਪਾਂ ਕੀ ਦੇਖਿਆ ਸੀ? ਨਾਂਵ ਵਾਕੰਸ਼। ਨਾਂਵ ਵਾਕੰਸ਼ ਆਪਾਂ ਸਾਰਾ ਪੜ੍ਹ ਲਿਆ। ਨਾਂਵ ਵਾਕੰਸ਼ ਯਾਨੀ ਕਿ ਜਿਨ੍ਹਾਂ ਸੈਂਟੈਂਸਸ ਵਿੱਚ ਨਾਂਵ ਦੀ ਵਰਤੋਂ ਹੁੰਦੀ ਹੈ ਉਹ ਨਾਂਵ ਵਾਕੰਸ਼ ਹੁੰਦੇ ਆ। ਨਾਂਵ ਵਾਕੰਸ਼ ਦੀ ਅੱਗੋਂ ਕਿਸਮਾਂ ਹੁੰਦੀਆਂ ਹਨ,
ਯਾਨੀ ਕਿ ਆਪਾਂ ਇਹਨੂੰ ਕਿੱਦਾਂ ਪਛਾਣ ਸਕਦੇ ਹਨ, ਪਹਿਲਾਂ ਤਾਂ ਰੂਪ ਦੇ ਆਧਾਰ ਤੇ ਦੂਜਾ ਕਾਰਜ ਯਾਨੀ ਕਿ ਕੋਈ ਚੀਜ਼ ਆਪਾਂ ਜਦੋਂ ਕਰਦੇ ਹਾਂ ਉਹਦੇ ਆਧਾਰ ਤੇ। ਠੀਕ ਹੈ, ਜਿਹੜੇ ਰੂਪ ਦੇ ਆਧਾਰ ਤੇ ਹੁੰਦੇ ਆ ਉਹ 3 ਤਰੀਕੇ ਨਾਲ ਪਛਾਣੇ ਜਾ ਸਕਦੇ ਆ। ਪਹਿਲਾ ਤਾਂ ਮੁੱਖ ਸ਼ਬਦ, ਯਾਨੀ ਕਿ ਮੇਨ ਜਿਹੜਾ ਸ਼ਬਦ ਹੁੰਦਾ ਹੈ ਉਹੀ ਨਾਂਵ ਹੁੰਦਾ ਹੈ। ਸਥਾਨ, ਯਾਨੀ ਕਿ ਜ਼ਰੂਰੀ ਨਹੀਂ ਕਿ ਸਭ ਤੋਂ ਪਹਿਲਾ ਵਰਡ ਹੀ ਨਾਂਵ ਹੋਵੇ, ਅੱਗੇ ਪਿੱਛੇ ਵੀ ਹੋ ਸਕਦਾ ਹੈ। ਤੇ ਤੀਜਾ, ਯਾਨੀ ਕਿ ਜਦੋਂ ਕਿਸੇ ਦਾ ਕਨੈਕਸ਼ਨ ਸ਼ੋ ਕੀਤਾ ਜਾ ਰਿਹਾ ਹੋਵੇ। ਦੂਜਾ ਕਾਰਜ ਦੇ ਆਧਾਰ ਤੇ, ਯਾਨੀ ਕਿ ਜਿਹਦੇ ਵਿੱਚ ਕਰਤਾ ਹੁੰਦਾ ਹੈ, ਯਾਨੀ ਕਿ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਹੈ। ਦੂਜਾ ਕਰਮ ਤੇ ਤੀਜਾ ਅਪ੍ਰਧਾਨ। ਹੁਣ ਆਪਾਂ ਕਰਦੇ ਹਾਂ ਕਿਰਿਆ ਵਿਸ਼ੇਸ਼ਣ। ਕਿਰਿਆ ਵਿਸ਼ੇਸ਼ਣ ਵਾਕਾਂਸ਼ ਦਾ ਇੱਕ ਪ੍ਰਮੁੱਖ ਅੰਗ ਹੈ। ਕਿਰਿਆ ਵਿਸ਼ੇਸ਼ਣ ਵਿੱਚ 6-7 ਕਿਰਿਆਵਾਂ ਰੂਪ ਸ਼ਾਮਿਲ ਹੋ ਜਾਂਦੀਆਂ ਹਨ। ਵਾਕ ਦੀ ਕਿਸਮ ਭਾਵੇਂ ਕੋਈ ਵੀ ਹੋਵੇ, ਕਿਰਿਆ ਵਾਕਾਂਸ਼ ਦਾ ਬਣਤਰ ਸਮਾਨ ਹੀ ਰਹਿੰਦਾ ਹੈ। ਦੋ ਤਰ੍ਹਾਂ ਦੇ ਹੁੰਦੇ ਕਿਰਿਆ ਵਾਕਾਂਸ਼। ਕਿਰਿਆ ਵਾਕਾਂਸ਼ ਯਾਨੀ ਕਿ ਜਦੋਂ ਨਾਂਵ ਵਿੱਚ ਕੋਈ ਕੰਮ ਸ਼ੋ ਕੀਤਾ ਜਾਵੇ, ਠੀਕ ਹੈ, ਉਹਨੂੰ ਕਹਿੰਦੇ ਕਿਰਿਆ ਵਾਕਾਂਸ਼। ਇਹ ਦੋ ਤਰੀਕੇ ਦੇ ਹੁੰਦੇ ਹੈ, ਸੀਮਾ ਮੁਕਤ ਤੇ ਸੀਮਾ ਯੁਕਤ। ਸੀਮਾ ਮੁਕਤ ਕਿਹੜੇ ਹੁੰਦੇ ਆ? ਕਿਰਿਆ ਦਾ ਅਪੂਰਨ ਰੂਪ ਪੇਸ਼ ਕੀਤਾ ਜਾਂਦਾ ਹੈ। ਅਪੂਰਨ ਯਾਨੀ ਕਿ ਇਨਕੰਪਲੀਟ ਹੁੰਦਾ ਹੈ। ਤੇ ਸੀਮਾ ਯੁਕਤ ਵਿੱਚ ਘੱਟ ਤੋਂ ਘੱਟ ਇੱਕ ਪੂਰਨ ਕਿਰਿਆ ਦਾ, ਯਾਨੀ ਕਿ ਪੂਰਨ ਕਿਰਿਆ ਜਿਹਦੇ ਵਿੱਚ ਯਾਨੀ ਕਿ ਕੰਪਲੀਟ ਕਿਰਿਆ ਸ਼ੋ ਹੁੰਦੀ ਹੈ। ਠੀਕ ਹੈ, ਇਹ ਵਾਕਾਂਸ਼ ਆਮ ਕਰਕੇ ਉਪਵਾਕ ਦੇ ਅੰਤ ਵਿੱਚ ਆਉਂਦੇ ਹਨ, ਯਾਨੀ ਕਿ ਐਂਡ ਵਿੱਚ ਆਉਂਦੇ ਹਨ। ਕਿਰਿਆ ਵਾਕਾਂਸ਼ ਵਿੱਚ ਕਿਰਿਆ ਰੂਪ ਦਾ ਵਰਤਾਰਾ ਹੇਠ ਲਿਖੀ ਤਰਤੀਬ ਵਿੱਚ ਹੁੰਦਾ ਹੈ। ਮੁੱਖ ਸੰਚਾਲਕ ਸਹਾਇਕ। ਮੁੰਡਾ ਖੇਡਦਾ ਹੈ। ਮੱਝ ਦਾ ਦੁੱਧ ਚੋ ਲਿਆ ਹੈ। ਖੇਡਦਾ, ਚੋ ਲਿਆ। ਬਿੱਲੂ ਸਾਰਾ ਦਿਨ ਆਪਣਾ ਕੰਮ ਕਰਦਾ ਰਹਿੰਦਾ ਹੁੰਦਾ ਸੀ। ਯਾਨੀ ਕਿ ਜਿਹਦੇ ਵਿੱਚ ਕੋਈ ਵੀ ਕੰਮ ਆਵੇ, ਠੀਕ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਕਿਰਿਆ ਵਾਕਾਂਸ਼। ਤੇ ਇਹ ਸੀਗਾ ਸਾਡਾ ਪੂਰਾ ਵਾਕਾਂਸ਼ ਦਾ ਟੌਪਿਕ। ਹੁਣ ਆਪਾਂ ਕਰਾਂਗੇ ਵਿਆਕਰਨ ਦਾ ਅਗਲਾ ਟੌਪਿਕ, ਜਿਹਦਾ ਨਾਮ ਹੈ ਸ਼ਬਦ। ਸ਼ਬਦ ਮਤਲਬ ਵਰਡ। ਆਪਾਂ ਇੰਗਲਿਸ਼ 'ਚ ਇੱਕ ਵਰਡ ਦੇਖਦੇ ਹਾਂ। ਹੁਣ ਕੀ ਇੱਕ ਸ਼ਬਦ ਹੈ, ਹੁੰਦਾ ਇੱਕ ਸ਼ਬਦ ਹੈ, ਯਾਨੀ ਕਿ ਵਰਡਸ। ਸ਼ਬਦ ਕੀ ਹੁੰਦਾ ਹੈ, ਇਸ ਦੀ ਪਰਿਭਾਸ਼ਾ ਲਿਖੋ। ਸ਼ਬਦ ਭਾਸ਼ਾ ਦੀ ਇੱਕ ਇਕਾਈ ਹੈ, ਯਾਨੀ ਕਿ ਭਾਸ਼ਾ, ਲੈਂਗੁਏਜ ਦੀ ਇੱਕ ਯੂਨਿਟ ਹੈ ਸ਼ਬਦ। ਪਰ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨਹੀਂ, ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਭਾਵੰਸ਼ ਹੈ। ਇੱਥੇ ਆਪਾਂ ਵੰਸ਼ ਬਾਰੇ ਦੱਸਦੇ, ਹਲੇ ਉਹਨਾਂ ਨੇ ਵਰਡ ਬਾਰੇ ਨਹੀਂ ਦੱਸਿਆ। ਭਾਵੰਸ਼ ਸਾਡਾ ਅਗਲਾ ਟੌਪਿਕ ਹੈ, ਇਹ ਲਾਸਟ ਟੌਪਿਕ ਹੋਏਗਾ ਸਾਡਾ ਭਾਵੰਸ਼, ਤੇ ਇਹਨੂੰ ਆਪਾਂ ਉਦੋਂ ਡਿਟੇਲ 'ਚ ਦੇਖਾਂਗੇ। ਇਹ ਦੋ ਪ੍ਰਕਾਰ ਦੇ ਹੁੰਦੇ ਹਨ, ਸੁਤੰਤਰ ਤੇ ਜੁੜਵੇਂ। ਘਰਾਂ, ਘਰੋਂ, ਘਰੋਂ, ਹੱਥੋਂ, ਹੱਥੀ, ਹੱਥੋਂ, ਸਿਰ, ਸਿਰਾ, ਸਿਰੋਂ, ਸਿਰੇ ਆਦਿ ਸ਼ਬਦਾਂ ਵਿੱਚ ਘਰ, ਹੱਥ, ਸਿਰ ਨਾਲ ਜੁੜੇ ਮਾਤਰਾਵਾਂ ਅੰਸ਼ ਘਰ, ਹੱਥ ਤੇ ਸਿਰ ਦੇ ਅਰਥਾਂ ਵਿੱਚ ਕੁਝ ਨਾ ਕੁਝ ਵਿਕਾਰ ਪੈਦਾ ਕਰ ਰਹੇ ਹਨ। ਉਹ ਬੋਲ ਰਹੇ ਹੈ ਕਿ ਜਿਵੇਂ ਹੁਣ ਆਪਾਂ ਫॉर एग्जाम्पल ਆਪਾਂ ਦੇਖਦੇ ਹਾਂ ਆਪਾਂ ਦੇਖਦੇ ਹਾਂ ਹੱਥ, ਠੀਕ ਹੈ। ਹੁਣ ਇੱਕ ਆਪਾਂ ਵਰਡ ਦੇਖਿਆ ਹੱਥ। ਹੁਣ ਹੱਥ ਦਾ ਜਦੋਂ ਆਪਾਂ ਹੱਥੀ ਬਣਾਤਾ, ਹੱਥ ਦਾ ਜਦੋਂ ਆਪਾਂ ਹੱਥੋਂ ਬਣਾਤਾ, ਤਾਂ ਇਹਦਾ ਮੀਨਿੰਗ ਡਿਫਰੈਂਟ ਹੋ ਗਿਆ, ਠੀਕ ਹੈ। ਤੇ ਇਹੀ ਉਹ ਕਹਿ ਰਿਹਾ ਹੈ ਕਿ ਜਿਹੜੀ ਆਪਾਂ ਮਾਤਰਾਵਾਂ ਲਗਾ ਦਿੰਦੇ ਹਾਂ ਕਿਸੇ ਵੀ ਵਰਡ ਦੇ ਨਾਲ, ਉਹ ਮਾਤਰਾਵਾਂ ਪੂਰੀ ਚੇਂਜ ਕਰ ਦਿੰਦੀ ਹੈ, ਠੀਕ ਹੈ। ਇਸ ਦਾ ਅਰਥ ਇਹ ਹੋਇਆ ਕਿ ਆ, ਓ, ਈ, ਔ ਭਾਵੇਂ ਸ਼ਬਦ ਨਹੀਂ, ਪਰ ਇਹ ਸਾਰਥਕ ਇਕਾਈ ਹਨ। ਪਰ ਇਹ ਸੁਤੰਤਰ ਰੂਪ ਵਿੱਚ ਨਹੀਂ, ਸਗੋਂ ਸ਼ਬਦਾਂ ਨਾਲ ਮਿਲ ਕੇ ਅਰਥ ਹਨ। ਇੱਥੇ ਆਪਾਂ ਵੰਸ਼ ਦੱਸਦੇ ਹਾਂ, ਯਾਨੀ ਕਿ ਇਹ ਵਾਲੀ ਮਾਤਰਾ, ਈਡੀ ਦੀ ਮਾਤਰਾ, ਇਹ ਮਾਤਰਾ, ਠੀਕ ਹੈ। ਉਹ ਕੀ ਕਹਿੰਦੇ, ਇਹ ਸ਼ਬਦ ਨਹੀਂ ਹੈਗੇ, ਪਰ ਇਹ ਸਭ ਤੋਂ ਛੋਟਾ ਯੂਨਿਟ ਹੈ, ਠੀਕ ਹੈ, ਸਭ ਤੋਂ ਛੋਟੀ ਇਕਾਈ ਹੈ। ਜੇ ਆਪਾਂ ਇਕੱਲਾ ਕੰਨਾ ਦੇਖੀਏ ਤਾਂ ਇਹਦਾ ਕੋਈ ਮਤਲਬ ਬਣਦਾ ਨਹੀਂ। ਜੇ ਆਪਾਂ ਕੰਨਾਂ ਦੇ ਨਾਲ ਇਹੀ ਕੋਈ ਅੱਗੇ ਵਰਡ ਲਗਾ ਦਈਏ, ਕੋਈ ਪੰਜਾਬੀ ਦਾ ਅੱਖਰ ਲਾ ਦਈਏ, ਜੇ ਆਪਾਂ ਲਗਾ ਦਈਏ
हाँ लगा दिया आप, ठीक है। हाँ ठीक है, ਤਾਂ ਇਹਦਾ ਮਤਲਬ ਬਣ ਜਾਏਗਾ। ਠੀਕ ਹੈ, ਹੁਣ ਜੇ ਆਪਾਂ ਕੰਨਾਂ ਦੇ ਅੱਗੇ, ਅੱਛਾ ਚਲੋ ਮੈਂ ਤੁਹਾਨੂੰ ਇਹ ਦੱਸਦੀ ਹਾਂ। ਹੁਣ ਜੇ ਆਪਾਂ ਆਦਿ ਮਾਤਰਾ ਲਗਾਈ ਹੈ, ਠੀਕ ਹੈ, ਉਹ ਕੀ ਕਹਿਣਾ ਚਾਹ ਰਿਹਾ ਹੈ ਕਿ ਇਹ ਆਦਿ ਮਾਤਰਾ, ਠੀਕ ਹੈ, ਇਹ ਸਭ ਤੋਂ ਛੋਟਾ ਯੂਨਿਟ ਹੈ ਪੰਜਾਬੀ ਦਾ। ਪਰ ਕੀ ਇਹਦਾ ਕੋਈ ਮਤਲਬ ਹੈ? ਨਹੀਂ। ਹੁਣ ਜੇ ਇਹੀ ਇਹਦੇ ਅੱਗੇ ਆਪਾਂ ਨੰਨਾ ਲਗਾ ਦਈਏ ਤਾਂ ਇਹ ਕੀ ਬਣ ਗਿਆ? ਨਾ। ਹੁਣ ਇਹਦਾ ਮਤਲਬ ਹੈ ਬਿਲਕੁਲ ਹੈ। ਤਾਂ ਉਹ ਇਹੀ ਬੋਲ ਰਿਹਾ ਹੈ ਕਿ ਭਾਵੇਂ ਇਹ ਮਾਤਰਾਵਾਂ ਸਭ ਤੋਂ ਛੋਟੀ ਇਕਾਈ ਹੈ ਪਰ ਇਹਦਾ ਕੋਈ ਆਪਣਾ ਮਤਲਬ ਨਹੀਂ ਹੈ। ਇਹਦਾ ਮਤਲਬ ਤਾਈਓ ਬਣਦਾ ਜਦੋਂ ਆਪਾਂ ਕੋਈ ਕੁਝ ਅੱਗੇ ਨਾਲ ਲਗਾ ਦਿੰਦੇ ਹਾਂ। ਇਸ ਤੋਂ ਬਿਨਾਂ ਘਰ, ਹੱਥ ਤੇ ਸਿਰ ਵੀ ਭਾਵਅੰਸ਼ ਹਨ। ਬੇਸ਼ੱਕ ਇਹਨਾਂ ਦੇ ਆਪਣੇ ਆਪ ਅਰਥ ਹਨ ਪਰ ਵਿਆਕਰਣ ਦ੍ਰਿਸ਼ਟੀਕੋਣ ਤੋਂ ਇਹੀ ਭਾਵਅੰਸ਼ੀ ਹਨ। ਹੁਣ ਜੇ ਆਪਾਂ ਘਰ ਦੇਖੀਏ, ਠੀਕ ਹੈ, ਹੁਣ ਘਰ ਦੇ ਨਾਲ ਕੋਈ ਵੀ ਮਾਤਰਾ ਨਹੀਂ ਲੱਗੀ ਪਰ ਇਹ ਵੀ ਸਭ ਤੋਂ ਛੋਟਾ ਹੈ, ਯਾਨੀ ਕਿ ਇਹ ਵੀ ਭਾਵਅੰਸ਼ ਹੈ। ਇਹਨੂੰ ਵੀ ਆਪਾਂ ਭਾਵਅੰਸ਼ ਬੋਲਦੇ ਹਾਂ। ਇਹ ਸੁਤੰਤਰ ਰੂਪ ਵਿੱਚ ਸਾਰਥਕ ਹੈ। ਹੁਣ ਘਰ ਦਾ ਮਤਲਬ ਪਤਾ ਹੈ ਸਾਨੂੰ, ਘਰ ਕੀ ਹੁੰਦਾ? ਸਾਡਾ ਹਾਊਸ, ਸਾਡਾ ਹੋਮ, ਠੀਕ ਹੈ। ਹੁਣ ਕੰਨਾ ਹੈ, ਕੰਨਾ ਦਾ ਕੋਈ ਮਤਲਬ ਹੈ? ਨਹੀਂ। ਪਰ ਇਹ ਵੀ ਕੀ ਹੈ? ਇਹ ਵੀ ਭਾਵਅੰਸ਼ ਹੈ। ਘਰ ਵੀ ਭਾਵਅੰਸ਼ ਹੈ, ਕੰਨਾ ਵੀ ਭਾਵਅੰਸ਼ ਹੈ, ਪਰ ਘਰ ਦਾ ਮਤਲਬ ਹੈਗਾ, ਇਹਦਾ ਮਤਲਬ ਨਹੀਂ ਹੈ। ਅਜਿਹੇ ਭਾਵਅੰਸ਼ ਨੂੰ ਸੁਤੰਤਰ ਭਾਵਅੰਸ਼ ਕਿਹਾ ਜਾਂਦਾ ਹੈ। ਜਿਹੜੇ ਭਾਵਅੰਸ਼ ਇਕੱਲੇ ਨਾ ਹੋਣ ਸਗੋਂ ਕਿਸ ਨਾਲ ਜੁੜੇ ਹੋਣ ਉਹ ਜੁੜਵੇਂ ਜਾਂ ਬੰਦੇਜੀ ਭਾਵਅੰਸ਼ ਕਹਾਉਂਦੇ ਹਨ, ਠੀਕ ਹੈ। ਹੁਣ ਜਿਹੜਾ ਆਪਾਂ ਘਰ ਦੇਖਿਆ, ਘਰ ਕੀ ਹੈ? ਸੁਤੰਤਰ ਭਾਵਅੰਸ਼। ਤੇ ਕੰਨਾ ਕੀ ਹੈ? ਕੰਨਾ ਹੈ ਜੁੜਵੇਂ ਭਾਵਅੰਸ਼, ਯਾਨੀ ਕਿ ਕੰਨਾ ਦਾ ਆਪਣੇ ਆਪ 'ਚ ਕੋਈ ਮਤਲਬ ਨਹੀਂ ਹੈ। ਮੈਂ ਅਗੇਨ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ। ਹਾਲੇ ਆਪਾਂ ਭਾਵਅੰਸ਼ ਦੇਖ ਰਹੇ ਹਾਂ। ਇਹ 'ਚੋਂ ਦੱਸ ਰਿਹਾ ਹੈ ਕਿ ਜੇ ਆਪਾਂ ਸਪੋਜ਼ ਘਰ ਦੇਖਦੇ ਹਾਂ, ਠੀਕ ਹੈ, ਇਹ ਵੀ ਸਭ ਤੋਂ ਛੋਟਾ ਵਰਡ ਹੈ, ਇਹਨੂੰ ਵੀ ਆਪਾਂ ਭਾਵਅੰਸ਼ ਬੋਲਦੇ ਹਾਂ, ਠੀਕ ਹੈ। ਪਰ ਇਹਦਾ ਇੱਕ ਮਤਲਬ ਹੈ, ਤਾਂ ਇਹਨੂੰ ਆਪਾਂ ਕੀ ਬੋਲਦੇ? ਸੁਤੰਤਰ। ਯਾਨੀ ਕਿ ਜੇ ਆਪਾਂ ਇਕੱਲਾ ਘਰ ਬੋਲੀਏ, ਉਹਦੇ ਨਾਲ ਕੋਈ ਮਾਤਰਾ ਨਾ ਵੀ ਲਗਾਈਏ ਤਾਂ ਇਹਦਾ ਮਤਲਬ ਸਾਨੂੰ ਸਮਝ ਆਉਂਦਾ ਹੈ। ਪਰ ਜਦੋਂ ਆਪਾਂ ਇਕੱਲਾ ਕੰਨਾ ਦੇਖਦੇ ਹਾਂ, ਇਹ ਵੀ ਭਾਵਅੰਸ਼ ਹੈ, ਪਰ ਕੀ ਇਹਦਾ ਕੋਈ ਮਤਲਬ ਹੈ? ਨਹੀਂ। ਇਹਦਾ ਕੋਈ ਵੀ ਆਪਣੇ ਆਪ 'ਚ ਮਤਲਬ ਨਹੀਂ ਹੈ, ਤਾਂ ਕਰਕੇ ਇਹਨੂੰ ਆਪਾਂ ਕੀ ਬੋਲਦੇ ਹਾਂ? ਜੁੜਵੇਂ ਭਾਵਅੰਸ਼। ਇਹ ਸੁਤੰਤਰ ਭਾਵਅੰਸ਼, ਇਹ ਜੁੜਵਾਂ ਭਾਵਅੰਸ਼। ਕਈ ਵਾਰ ਸ਼ਬਦ ਨਿਰੇ ਜੁੜਵੇਂ ਭਾਵਅੰਸ਼ ਦੇ ਸੰਯੋਗ ਨਾਲ ਬਣੇ ਹੁੰਦੇ ਹਨ, ਜਿਵੇਂ ਘੋੜਾ, ਮੁੰਡਾ, ਸੋਟਾ, ਬਿੱਲਾ ਆਦਿ। ਇਹਨਾਂ ਸ਼ਬਦਾਂ ਦੇ ਅੰਤ ਵਿੱਚ ਲੱਗਾ ਜੁੜਵਾਂ ਭਾਵਅੰਸ਼ ਕੰਨਾ ਵਿੱਚ ਇੱਕ ਵਚਨ ਪੁਲਿੰਗ ਦਾ ਚਿੰਨ੍ਹ ਹੈ। ਘੋੜਾ ਯਾਨੀ ਕਿ ਇੱਕ ਘੋੜਾ, ਮੁੰਡਾ ਇੱਕ ਮੁੰਡਾ, ਸੋਟਾ ਇੱਕ ਸੋਟਾ, ਬਿੱਲਾ ਇੱਕ ਬਿੱਲਾ, ਯਾਨੀ ਕਿ ਸਿੰਗੂਲਰ, ਠੀਕ ਹੈ, ਇੱਕ ਵਚਨ ਪੁਲਿੰਗ, ਠੀਕ ਹੈ। ਇਸ ਨੂੰ ਹਟਾਉਣ ਨਾਲ ਘੋੜ, ਮੁੰਡ, ਸੋਟ, ਬਿੱਲ ਹੀ ਰਹਿ ਜਾਂਦੇ ਹਨ, ਜਿਨ੍ਹਾਂ ਦਾ ਸੁਤੰਤਰ ਰੂਪ ਵਿੱਚ ਕੋਈ ਅਰਥ ਨਹੀਂ ਜਾਪਦਾ। ਹੁਣ ਘੋੜ ਦਾ ਕੋਈ ਮਤਲਬ ਹੈ? ਨਹੀਂ ਹੈ। ਪਰ ਜੁੜੇ ਭਾਵਅੰਸ਼ ਆ ਕੰਨਾਂ ਦੀ ਨਾਲ ਇਹ ਅਰਥਾਤ ਪ੍ਰਗਟ ਕਰਦੇ ਹਨ। ਹੁਣ ਜੇ ਆਪਾਂ ਇਕੱਲਾ ਘੋੜ ਲਿਖੀਏ, ਠੀਕ ਹੈ, ਘੋੜ ਦਾ ਕੋਈ ਮਤਲਬ ਨਹੀਂ ਹੈ। ਪਰ ਜੇ ਇਹੀ ਆਪਾਂ ਘੋੜਾ ਲਿਖ ਦਈਏ, ਠੀਕ ਹੈ, ਇਕੱਲੇ ਕੰਨੇ ਦੀ ਮਾਤਰਾ ਪਾ ਦੀ ਤੇ ਇਹਦਾ ਮਤਲਬ ਬਣ ਜਾਂਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਈ ਸ਼ਬਦ ਅਜਿਹੇ ਹੁੰਦੇ ਹਨ ਕਿ ਉਹਨਾਂ ਤੋਂ ਕੋਈ ਸੁਤੰਤਰ ਭਾਵਅੰਸ਼ ਨਹੀਂ ਹੁੰਦਾ, ਸਗੋਂ ਉਹ ਜੁੜਵੇਂ ਭਾਵਅੰਸ਼ ਦੇ ਸਹਿਯੋਗ ਨਾਲ ਹੀ ਬਣਦੇ ਹਨ। ਇਹਨਾਂ ਦਾ ਇਕੱਲੇ ਕੋਈ ਮਤਲਬ ਨਹੀਂ ਹੈ। ਘੋੜ, ਮੁੰਡ, ਸੁੱਟ, ਬਿੱਲ ਆਦਿ ਭਾਵਅੰਸ਼ ਦੇ ਜੇ ਸ਼ਬਦ ਨਿਰਜਨਾ ਲਈ ਹੋਰਨਾਂ ਭਾਵਅੰਸ਼ਾਂ ਤੋਂ ਪਹਿਲਾਂ ਲੱਗਦੇ ਹਨ ਨੂੰ ਮੁੜ ਜੁੜਵੇਂ ਸ਼ਬਦਾਂ ਜਾਂ ਮੂਲ ਸ਼ਬਦ ਕਿਹਾ ਜਾਂਦਾ ਹੈ। ਕਈ ਵਿਦਵਾਨ ਮੂਲ ਸ਼ਬਦ ਨੂੰ ਧਾਤੂ ਵੀ ਕਹਿੰਦੇ ਹਨ, ਜਦਕਿ ਸੰਸਕ੍ਰਿਤ ਵਿੱਚ ਧਾਤੂ ਕੇਵਲ ਹੀ ਕਿਰਿਆ ਮੂਲ, ਇਹ ਤੁਹਾਡੇ ਮਤਲਬ ਦਾ ਨਹੀਂ ਹੈ, ਠੀਕ ਹੈ। ਹੁਣ ਇੱਥੇ ਆਪਾਂ ਬੇਸਿਕਲੀ ਭਾਵਅੰਸ਼ ਦੇ ਬਾਰੇ ਦੇਖਿਆ। ਉਪਰੋਕਤ ਚਰਚਾ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ਼ਬਦ ਸੁਤੰਤਰ ਭਾਵਅੰਸ਼ ਦੇ ਰੂਪ ਵਿੱਚ ਹੀ ਹੁੰਦੇ ਹਨ ਤੇ ਜੁੜਵੇਂ ਭਾਵਅੰਸ਼ ਦੇ ਰੂਪ ਵਿੱਚ ਵੀ, ਪਰ ਉਹ ਭਾਸ਼ਾ ਦੀ ਸਾਰਥਕ ਇਕਾਈ ਉਦੋਂ ਬਣਦੇ ਹਨ ਜਦੋਂ ਸੁਤੰਤਰ ਰੂਪ ਵਿੱਚ ਆਪਣੇ ਅਰਥ ਪ੍ਰਗਟ ਕਰਨ। ਉਪਰੋਕਤ ਚਰਚਾ ਦਾ ਅਸੀਂ ਸ਼ਬਦ ਦੀ ਹੇਠ ਲਿਖੀ ਪਰਿਭਾਸ਼ਾ ਨਿਸ਼ਚਿਤ ਕਰ ਸਕਦੇ ਹਨ। ਹੁਣ ਉਹਨਾਂ ਨੇ ਭਾਵਅੰਸ਼ ਦੇ ਥਰੂ ਸ਼ਬਦ ਨੂੰ ਦੱਸਿਆ। ਸ਼ਬਦ ਭਾਸ਼ਾ ਦੀ ਉਹ ਛੋਟੀ ਤੋਂ ਛੋਟੀ ਸੁਤੰਤਰ ਸਾਰਥਕ ਇਕਾਈ, ਇੱਕ ਸੁਤੰਤਰ ਹੁੰਦੇ, ਇੱਕ ਜੁੜਵੇਂ ਹੁੰਦੇ, ਪਰ ਇੱਥੇ ਉਹਨਾਂ ਨੇ ਕੀ ਕਿਹਾ? ਸੁਤੰਤਰ। ਜਿਵੇਂ ਕਿ ਘਰ,
ਜੋ ਸੁਤੰਤਰ ਭਾਵ-ਅੰਸ਼ ਦੇ ਰੂਪ ਵਿੱਚ ਵੀ ਹੁੰਦੇ ਹੈ ਅਤੇ ਜੁੜਵੇਂ ਭਾਵ-ਅੰਸ਼ ਦੇ ਸਹਿਯੋਗ ਨਾਲ ਵੀ ਬਣਦੇ ਹੈ। ਜੇ ਆਪਾਂ ਘੋੜ ਦੇਖੀਏ ਤਾਂ ਘੋੜ ਦਾ ਕੋਈ ਮਤਲਬ ਨਹੀਂ ਹੈ, ਪਰ ਘੋੜਾ ਯਾਨੀ ਕਿ ਇਹ ਵੀ ਸ਼ਬਦ ਹੈ ਤੇ ਇਹ ਵੀ ਸ਼ਬਦ ਹੈ। ਇਹਦੇ ਵਿੱਚ ਨਾਲ ਐਡ ਕੀਤਾ ਗਿਆ ਹੈ, ਇਹਦੇ ਵਿੱਚ ਐਡ ਨਹੀਂ ਕੀਤਾ ਗਿਆ ਤਾਂ ਵੀ ਇਹਦਾ ਮਤਲਬ ਬਣਦਾ ਹੈ। ਤੇ ਇਹਨੂੰ ਆਪਾਂ ਕੀ ਕਹਿੰਦੇ ਹਾਂ, ਸ਼ਬਦ। ਠੀਕ ਹੈ ਜੀ। ਤਾਂ ਇਹ ਸੀ ਕਿ ਬੇਸਿਕ ਡੈਫੀਨੇਸ਼ਨ ਸ਼ਬਦ ਦੀ। ਹੁਣ ਤੁਸੀਂ ਇਹ 'ਚੋਂ ਕੁਛ ਨਹੀਂ ਕਰਨਾ, ਤੁਸੀਂ ਬਸ ਸ਼ਬਦ ਦੀ ਪਰਿਭਾਸ਼ਾ ਯਾਦ ਕਰਨੀ ਹੈ। ਤੇ ਤੁਸੀਂ ਥੋੜ੍ਹਾ ਜਿਹਾ ਵੀ ਐਕਸਪਲੇਨ ਕਰ ਸਕਦੇ ਹੋ ਕਿ ਇਹ ਭਾਵ-ਅੰਸ਼ ਤੋਂ ਬਣੀ ਹੁੰਦੀ ਹੈ ਤੇ ਭਾਵ-ਅੰਸ਼ ਦੋ ਤਰੀਕੇ ਦੇ ਹੁੰਦੇ ਆ। ਸੁਤੰਤਰ ਭਾਵ-ਅੰਸ਼। ਤੁਸੀਂ ਜੇ ਬਾਈ ਚਾਂਸ ਤੁਹਾਨੂੰ ਐਕਸਪਲੇਨ ਕਰਨ ਲਈ ਆ ਜਾਏ, ਤੁਸੀਂ ਕੀ ਕਰੋਗੇ, ਤੁਸੀਂ ਸ਼ਬਦ ਦੀ ਪਹਿਲੇ ਪਰਿਭਾਸ਼ਾ ਲਿਖੋਗੇ, ਫਿਰ ਲਿਖੋਗੇ ਕਿ ਸ਼ਬਦ ਕਿੱਥੋਂ ਬਣਿਆ ਹੁੰਦਾ, ਭਾਵ-ਅੰਸ਼ ਤੋਂ ਬਣਿਆ ਹੁੰਦਾ ਹੈ। ਫਿਰ ਤੁਸੀਂ ਭਾਵ-ਅੰਸ਼ ਦੀ ਡੈਫੀਨੇਸ਼ਨ ਲਿਖ ਦੋਗੇ। ਠੀਕ ਹੈ। ਫਿਰ ਭਾਵ-ਅੰਸ਼ ਦੋ ਤਰੀਕੇ ਦੇ ਹੁੰਦੇ ਹਨ, ਸੁਤੰਤਰ ਤੇ ਜੁੜਵੇਂ। ਤੁਸੀਂ ਅੱਗੋਂ ਇਹਨਾਂ ਦੀ ਵੀ ਡੈਫੀਨੇਸ਼ਨ ਲਿਖ ਦੋਗੇ। ਫਿਰ ਅੱਗੇ ਤੁਸੀਂ ਇਹਨਾਂ ਦੇ ਪ੍ਰਕਾਰ ਲਿਖ ਦੋਗੇ, ਕਿਸਮ। ਠੀਕ ਹੈ। ਤੇ ਇਦਾਂ ਤੁਸੀਂ ਇਹ ਕੁਐਸਚਨ ਸਾਰਾ ਕੰਪਲੀਟ ਕਰੋਗੇ। ਤੇ ਇਹ ਸੀਗੀ ਸਾਡੀ ਸ਼ਬਦ ਦੀ ਪਰਿਭਾਸ਼ਾ। ਹੁਣ ਅੱਗੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਹੁਣ ਆਪਾਂ ਇਹ ਵੇਖਦੇ ਹਾਂ। ਉਤਪत्ति ਅਨੁਸਾਰ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ, ਸੁਤੰਤਰ ਤੇ ਯੋਗਿਕ। ਜਿਹੜੇ ਵਰਡਸ ਹੁੰਦੇ ਉਹ ਦੋ ਤਰੀਕੇ ਦੇ ਹੁੰਦੇ ਆ। ਜੋ ਸ਼ਬਦ ਸੁਤੰਤਰ ਭਾਵ-ਅੰਸ਼ ਦੇ ਰੂਪ ਵਿੱਚ ਹਨ, ਉਹਨਾਂ ਨੂੰ ਸੁਤੰਤਰ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਹੱਥ, ਸਿਰ, ਪੈਰ, ਹਿਰਨ, ਸ਼ੇਰ, ਘਰ, ਹੋ, ਰਹਿ, ਜਾ ਆਦਿ। ਪਰ ਜੋ ਸ਼ਬਦ ਜੁੜਵੇਂ ਭਾਵ-ਅੰਸ਼ ਦੇ ਸਹਿਯੋਗ ਨਾਲ ਬਣੇ ਜਾਂਦੇ ਹਨ ਜਾਂ ਸਮਾਸ ਬਣਨ ਦੀ ਸੂਰਤ ਵਿੱਚ ਸੁਤੰਤਰ ਭਾਵ-ਅੰਸ਼ ਦੇ ਨਾਲ ਜੋੜਨੀ ਲਾ ਕੇ ਇੱਕ ਸੁਤੰਤਰ ਭਾਵ-ਅੰਸ਼ ਜੋੜ ਨਾਲ ਬਣਾਏ ਜਾਂਦੇ ਹਨ, ਉਹਨਾਂ ਨੂੰ ਯੋਗਿਕ ਕਿਹਾ ਜਾਂਦਾ ਹੈ। ਜਿਵੇਂ ਚੰਗ ਆ, ਚੰਗ ਏ, ਚੰਗਿਆਈ, ਘੋੜਾ, ਘੋੜੇ, ਘੋੜ ਦੌੜ। ਹੁਣ ਇਹਦੇ ਵਿੱਚ ਉਹ ਕੀ ਕਹਿ ਰਹੇ ਕਿ ਸ਼ਬਦ ਦੋ ਤਰੀਕੇ ਦੇ ਹੁੰਦੇ ਆ। ਇੱਕ ਤਾਂ ਸੁਤੰਤਰ, ਜੋ ਆਪਾਂ ਸੁਤੰਤਰ ਭਾਵ-ਅੰਸ਼ ਪੜ੍ਹੇ ਨਾ, ਘਰ, ਇਹਦੇ ਨਾਲ ਸਾਨੂੰ ਕੁਝ ਲਗਾਉਣ ਦੀ ਲੋੜ ਨਹੀਂ, ਇਹਦਾ ਮਤਲਬ ਸਭ ਖੁਦ ਬ ਖੁਦ ਹੀ ਸਮਝ ਆ ਰਿਹਾ ਹੈ। ਯੋਗਿਕ ਯਾਨੀ ਕਿ ਜੁੜਵੇਂ, ਯਾਨੀ ਕਿ ਘੋੜ, ਘੋੜਾ। ਠੀਕ ਹੈ। ਯੋਗਿਕ ਨੂੰ ਆਪਾਂ ਜੁੜਵੇਂ ਭਾਵ-ਅੰਸ਼ ਵੀ ਕਹਿ ਸਕਦੇ ਆ। ਜਿਵੇਂ ਆਪਾਂ ਜੁੜਵੇਂ ਭਾਵ-ਅੰਸ਼ ਦੀ ਡੈਫੀਨੇਸ਼ਨ ਦੇਖੀ ਸੀ ਨਾ, ਜੋ ਕਿਸੇ ਦੇ ਨਾਲ ਮਿਲ ਕੇ ਉਹਨੂੰ ਇੱਕ ਵਰਡ ਬਣਾ ਦੇ, ਉਹ ਹੁੰਦੇ ਯੋਗਿਕ। ਯਾਨੀ ਕਿ ਜੋ ਆਪਾਂ ਭਾਵ-ਅੰਸ਼ ਵਿੱਚ ਪੜ੍ਹਿਆ ਉਹਨੂੰ ਹੀ ਆਪਾਂ ਦੇਖੋ। ਹੁਣ ਉਹਨਾਂ ਨੇ ਭਾਵ-ਅੰਸ਼ ਕਿੰਨੀ ਸਮਝਦਾਰੀ ਕੀਤੀ ਉਹਨਾਂ ਨੇ, ਕਿ ਉਹਨਾਂ ਨੇ ਪਹਿਲੇ ਭਾਵ-ਅੰਸ਼ ਸਮਝਾਇਆ ਤਾਂ ਕਿ ਸਾਡੇ ਲਈ ਸ਼ਬਦ ਨੂੰ ਸਮਝਣਾ ਹੋਰ ਜ਼ਿਆਦਾ ਈਜ਼ੀ ਹੋ ਜਾਵੇ। ਇੱਥੋਂ ਤੁਹਾਨੂੰ ਕਲੀਅਰ ਹੋ ਜਾਏਗਾ ਸ਼ਬਦ ਸੁਤੰਤਰ ਸ਼ਬਦ ਕਿਹੜਾ ਹੁੰਦਾ। ਤੁਹਾਨੂੰ ਐਗਜ਼ਾਮਪਲਸ ਤੋਂ ਹੀ ਈਜ਼ੀਲੀ ਕਲੀਅਰ ਹੋ ਜਾਣਾ ਚਾਹੀਦਾ ਹੈ। ਹੱਥ ਦਾ ਇੱਕ ਇਕੱਲਾ ਮਤਲਬ ਹੈ, ਭਾਵੇਂ ਉਹਦੇ ਨਾਲ ਕੋਈ ਵੀ ਮਾਤਰਾ ਨਹੀਂ ਲਗਾਈ ਹੋਈ। ਸਿਰ ਦਾ ਵੀ ਮਤਲਬ ਹੈ, ਭਾਵੇਂ ਪਿੱਛੇ ਉਹਦੇ ਨਾਲ ਕੋਈ ਮਾਤਰਾ ਨਹੀਂ ਲਗਾਈ ਹੋਈ। ਠੀਕ ਹੈ। ਪਰ ਜਦੋਂ ਆਪਾਂ ਚੰਗ ਦੇਖਦੇ ਹਾਂ, ਹੁਣ ਚੰਗ ਦਾ ਕੋਈ ਵੀ ਮਤਲਬ ਨਹੀਂ ਹੈ, ਜਦ ਤੱਕ ਆਪਾਂ ਉਹਦੇ ਪਿੱਛੇ ਕੰਨਾ ਨਾ ਲਗਾ ਦਈਏ ਤਾਂ ਉਹ ਚੰਗਾ ਬਣ ਜਾਏਗਾ। ਠੀਕ ਹੈ ਜੀ। ਰਚਨਾ ਦੇ ਆਧਾਰ ਤੇ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ, ਮੂਲ ਸ਼ਬਦ ਤੇ ਸਾਧਿਤ ਸ਼ਬਦ। ਹੁਣ ਦੇਖੋ ਇਹ ਟਾਈਪਸ ਕੀ ਹੈ। ਸ਼ਬਦ ਬੇਸਿਕਲੀ ਠੀਕ ਹੈ ਜੀ। ਸੋ ਬੇਸਿਕਲੀ ਚਾਰ ਤਰੀਕੇ ਦੇ ਹੁੰਦੇ ਹਨ। ਇਹਨਾਂ ਦੀ ਕਿਸਮਾਂ ਕਿੰਨੀਆਂ ਹੁੰਦੀਆਂ, ਚਾਰ। ਅੱਗੋਂ ਚਾਰ ਦੇ ਵੀ ਦੋ ਦੋ ਕਿਸਮਾਂ ਹੈਗੀਆਂ। ਜੇ ਆਪਾਂ ਉਤਪत्ति ਅਨੁਸਾਰ ਦੇਖੀਏ, ਜਦੋਂ ਆਪਾਂ ਉਤਪत्ति ਅਨੁਸਾਰ ਦੇਖਦੇ ਹਾਂ ਜਦੋਂ ਆਪਾਂ ਇਹਨੂੰ ਉਤਪत्ति ਅਨੁਸਾਰ ਦੇਖਦੇ ਹਾਂ ਤਾਂ ਇਹਦੇ ਦੋ ਨਿਕਲ ਕੇ ਆਉਂਦੇ ਹਨ, ਸੁਤੰਤਰ ਅਤੇ ਯੋਗਿਕ। ਠੀਕ ਹੈ ਜੀ। ਇਹ ਹੋ ਗਿਆ ਉਤਪत्ति ਅਨੁਸਾਰ, ਯਾਨੀ ਉਹ ਕਿੱਦਾਂ ਉਤਪੰਨ ਹੋਇਆ, ਕਿੱਦਾਂ ਬਣਿਆ। ਜੇ ਆਪਾਂ ਰਚਨਾ ਦੇ ਆਧਾਰ ਤੇ ਦੇਖੀਏ, ਰਚਨਾ ਦੇ ਆਧਾਰ ਤੇ ਵੀ ਇਹਦੇ ਦੋ ਪ੍ਰਕਾਰ ਹੁੰਦੇ ਹਨ, ਸ਼ਬਦ ਅਤੇ ਸਾਧਿਤ ਸ਼ਬਦ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਦੇਖਦੇ ਹਾਂ। ਮੂਲ ਸ਼ਬਦ ਸੁਤੰਤਰ ਭਾਵ-ਅੰਸ਼ ਦੇ ਮੂਲ ਜੁੜਵੇਂ ਭਾਵ-ਅੰਸ਼ ਦੇ ਰੂਪ ਹੁੰਦੇ ਹਨ, ਜਿਵੇਂ ਘਰ, ਹੱਥ, ਪੈਰ, ਸਿਰ, ਸੱਪ, ਮੋਰ, ਸੁੰਦਰ, ਤੇਜ, ਲਾਲ, ਚੰਗ, ਘੋੜ ਆਦਿ। ਸਾਧਿਤ ਤੇ
ਵਿਉਤਪਤ ਸ਼ਬਦ ਉਹ ਹੁੰਦੇ ਹਨ ਜੋ ਮੂਲ ਸ਼ਬਦਾਂ ਨਾਲ ਵਿਉਤਪਤ ਅਗੇਤਰ ਜਾਂ ਪਿਛੇਤਰ ਜੋੜ ਕੇ ਬਣਾਏ ਜਾਂਦੇ ਹਨ, ਜਿਵੇਂ ਘਰੇਲੂ, ਬੇਘਰ। ਹੁਣ ਆਪਾਂ ਅਗੇਤਰ ਪਿਛੇਤਰ ਪੜ੍ਹੇ ਹੋਊਗੇ। ਘਰ ਦੇ ਅੱਗੇ ਬੇ ਲਗਾ ਦਿੱਤਾ, ਠੀਕ ਹੈ। ਹੱਥ ਦੇ ਨਾਲ ਲਾ ਲਗਾ ਦਿੱਤਾ, ਸੱਪ ਦੇ ਨਾਲ ਣੀ ਲਗਾ ਦਿੱਤਾ, ਮੋਰ ਦੇ ਨਾਲ ਨੀ ਲਗਾ ਦਿੱਤਾ, ਠੱਗ ਦੇ ਨਾਲ ਨੀ ਲਗਾ ਦਿੱਤਾ, ਸੁੰਦਰ ਦੇ ਨਾਲ ਤਾ ਲਗਾ ਦਿੱਤਾ, ਤੇਜ ਨਾਲ ਤੇਜੀ, ਲਾਲ ਨਾਲ ਲਾਲੀ, ਠੀਕ ਹੈ। ਤੇ ਇਹ ਉਹਨਾਂ ਨੇ ਕੀ ਕੀਤਾ ਹੈ, ਅੱਗੇ ਅਗੇਤਰ ਜਾਂ ਪਿਛੇਤਰ ਲਗਾ ਦਿੱਤੇ ਹੈ। ਜਦੋਂ ਆਪਾਂ ਅਗੇਤਰ ਜਾਂ ਪਿਛੇਤਰ ਲਗਾ ਦਿੰਦੇ ਹਾਂ, ਜਦੋਂ ਆਪਾਂ ਜਾਂ ਕੁਝ ਅੱਗੇ ਤੇ ਜਾਂ ਕੁਝ ਪਿੱਛੇ ਲਗਾ ਦਿੱਤੇ ਆ, ਇਹਨੂੰ ਆਪਾਂ ਅਗੇਤਰ ਬੋਲਦੇ ਆ, ਇਹਨੂੰ ਆਪਾਂ ਪਿਛੇਤਰ ਬੋਲਦੇ ਆ। ਤਾਂ ਉਹਨੂੰ ਕੀ ਕਹਿੰਦੇ ਆ, ਸਾਧਿਤ ਜਾਂ ਵਿਉਤਪਤ। ਪਰ ਜਿਹੜੇ ਮੂਲ ਸ਼ਬਦ ਹੁੰਦੇ ਹਨ, ਮੂਲ ਸ਼ਬਦ ਯਾਨੀ ਕਿ ਨਾਰਮਲ ਵਰਡਸ, ਭਾਵੇਂ ਉਹਦਾ ਕੋਈ ਮਤਲਬ ਹੋਵੇ ਭਾਵੇਂ ਨਾ ਹੋਵੇ। ਜਿਵੇਂ ਲਾਲ ਦਾ ਮਤਲਬ ਹੈ ਲਾਲ ਰੰਗ, ਚੰਗ ਦਾ ਕੋਈ ਮਤਲਬ ਨਹੀਂ ਹੈ, ਪਰ ਤਾਂ ਵੀ ਇਹ ਕੀ ਹੈ, ਇਹ ਮੂਲ ਸ਼ਬਦ ਹੈ, ਠੀਕ ਹੈ ਜੀ। ਹੁਣ ਅੱਗੇ ਆਪਾਂ ਦੇਖਦੇ ਹਾਂ ਰੂਪ ਦੇ ਆਧਾਰ ਤੇ। ਰੂਪ ਦੇ ਆਧਾਰ ਤੇ ਵੀ ਦੋ ਹੁੰਦੇ ਹਨ, ਵਿਕਾਰੀ ਤੇ ਅਵਿਕਾਰੀ। ਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਰੂਪ ਲਿੰਗ, ਵਚਨ, ਕਾਰਕ, ਪੁਰਖ ਤੇ ਕਾਲ ਦੇ ਰਪਾਂਤਰੀ ਪਿਛੇਤਰ ਲੱਗਣ ਨਾਲ ਪਰਿਵਰਤਨ ਆਉਂਦਾ ਹੈ। ਜਿਵੇਂ ਘਰ ਸ਼ਬਦ ਤੋਂ ਘਰਾਂ, ਘਰੋਂ, ਘਰੇ, ਘਰੀ, ਘਰੋ ਆਦਿ ਸ਼ਬਦ ਬਣਦੇ ਹਨ। ਵਿਕਾਰੀ ਸ਼ਬਦ ਮਤਲਬ ਜਿਨ੍ਹਾਂ ਦੇ ਨਾਲ ਕੁਝ ਲੱਗ ਕੇ ਹੋਰ ਅਨੇਕ ਸ਼ਬਦ ਬਣ ਜਾਂਦੇ ਹਨ। ਅਵਿਕਾਰੀ ਜਿਨ੍ਹਾਂ ਦੇ ਰੂਪ ਵਿੱਚ ਲਿੰਗ, ਵਚਨ, ਪੁਰਖ, ਕਾਲ ਕਰਕੇ ਹੋਈ ਕੋਈ ਪਰਿਵਰਤਨ ਨਹੀਂ ਆਉਂਦਾ, ਕੋਈ ਚੇਂਜ ਨਹੀਂ ਆਉਂਦਾ। ਜਿਵੇਂ ਨੇ, ਨਹੀਂ, ਸ਼ਾਬਾਸ਼, ਜੋ ਆਦਿ। ਪੰਜਾਬੀ ਵਿੱਚ ਸੰਬੋਧਕ, ਯੋਜਕ, ਕਿਰਿਆ ਵਿਸ਼ੇਸ਼ਣ ਤੇ ਯੋਜਕ ਸ਼ਬਦ ਅਵਿਕਾਰੀ ਮੰਨੇ ਜਾਂਦੇ ਹਨ। ਹੁਣ ਜੇ ਆਪਾਂ ਜੋ ਸ਼ਬਦ ਦੇਖੀਏ, ਠੀਕ ਹੈ। ਹੁਣ ਘਰ ਦੇ ਨਾਲ ਆਪਾਂ ਲਗਾਤਾ ਘਰੋਂ, ਠੀਕ ਹੈ। ਆਪਾਂ ਘਰੋਂ ਲਗਾਤਾ, ਇੱਕ ਮਾਤਰ ਲਗਾਤੀ ਤਾਂ ਉਹਦਾ ਮੀਨਿੰਗ ਬਣ ਗਿਆ। ਹੁਣ ਜੋ ਦੇ ਨਾਲ ਆਪਾਂ ਇਹੋ ਜਿਹੀ ਕਿਹੜੀ ਮਾਤਰਾ ਲਗਾਈਏ ਕਿ ਉਹਦਾ ਮਤਲਬ ਬਣ ਜੇ। ਜੋਈ ਕੋਈ ਮਤਲਬ ਨਹੀਂ ਹੁੰਦਾ, ਠੀਕ ਹੈ। ਜੋਆ ਕੋਈ ਮਤਲਬ ਨਹੀਂ ਹੁੰਦਾ। ਜੋ ਔ ਕੋਈ ਵੀ ਮਾਤਰਾ ਲਗਾ ਦਈਏ, ਜੋਈ, ਠੀਕ ਹੈ, ਕੋਈ ਮਤਲਬ ਨਹੀਂ ਹੁੰਦਾ। ਯਾਨੀ ਕਿ ਇਹਦਾ ਆਪਣੇ 'ਚ ਕੋਈ ਮਤਲਬ ਨਹੀਂ ਨਿਕਲਦਾ। ਵਿਕਾਰੀ ਮਤਲਬ ਜਿਨ੍ਹਾਂ ਨੂੰ ਲਗਾ ਕੇ ਕੋਈ ਮਤਲਬ ਨਿਕਲ ਆਵੇ, ਤੇ ਅਵਿਕਾਰੀ ਮਤਲਬ ਇਹਨਾਂ ਨੂੰ ਲਗਾ ਕੇ ਕੋਈ ਵੀ ਮਤਲਬ ਨਹੀਂ ਬਣਦਾ। ਹੁਣ ਜੇ ਆਪਾਂ ਨਹੀਂ ਦੇਖੀਏ, ਨਹੀਂ ਦੇ ਪਿੱਛੇ ਆਪਾਂ ਆ ਲਗਾ ਦਈਏ, ਨਹੀਂ ਆ, ਕੋਈ ਮਤਲਬ ਬਣਿਆ, ਕੋਈ ਮਤਲਬ ਨਹੀਂ ਬਣਿਆ। ਤੇ ਨਹੀਂ ਤੇ ਪਿੱਛੇ ਕੋਈ ਓ ਲਗਾ ਦਈਏ, ਕੋਈ ਮਤਲਬ ਬਣੇਗਾ, ਕੋਈ ਮਤਲਬ ਨਹੀਂ ਬਣੇਗਾ। ਯਾਨੀ ਕਿ ਵਿਕਾਰੀ ਮਤਲਬ ਜਿਨ੍ਹਾਂ ਦੇ ਪਿੱਛੇ ਲਗਾ ਕੇ ਕੋਈ ਮਤਲਬ ਬਣ ਜਾਵੇ। ਘਰ ਦੇ ਅੱਗੇ ਆਪਾਂ ਕੰਨਾ ਲਗਾਤਾ ਘਰਾਂ, ਉਹ ਲਗਾਤੀ ਘਰੋਂ, ਇਹ ਲਗਾਤੀ ਘਰੇ, ਘਰੀ, ਠੀਕ ਹੈ। ਇਹਨਾਂ ਦੇ ਮਤਲਬ ਨਿਕਲ ਕੇ ਆਏ। ਪਰ ਨੇ, ਨਹੀਂ, ਸ਼ਾਬਾਸ਼, ਜੋ ਆਦਿ ਇਹਨਾਂ ਦੇ ਅੱਗੇ ਆਪਾਂ ਕੁਝ ਵੀ ਲਗਾਵਾਂਗੇ ਤਾਂ ਉਹਦਾ ਮਤਲਬ ਨਹੀਂ ਨਿਕਲ ਕੇ ਆਏਗਾ, ਤਾਂ ਉਹ ਕੀ ਹੋ ਜਾਂਦੇ, ਅਵਿਕਾਰੀ। ਅਰਥਾਂ ਦੇ ਆਧਾਰ ਤੇ ਯਾਨੀ ਕਿ ਉਹਦੇ ਮਤਲਬ ਦੇ ਨਾਲ, ਜਦੋਂ ਆਪਾਂ ਕਿਸੇ ਦਾ ਅਰਥ ਦੇਖਦੇ ਹਾਂ। ਅਰਥ ਦੇ ਆਧਾਰ ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ, ਸਮਾਨਾਰਥੀ, ਵਿਰੋਧਾਰਥੀ, ਵਰਗਾਰਥੀ। ਓਕੇ। ਸਮਾਨਾਰਥੀ, ਸਮਾਨਾਰਥੀ ਮਤਲਬ ਸਮਾਨ ਅਰਥਾਂ ਵਾਲੇ ਸ਼ਬਦ। ਯਾਨੀ ਕਿ ਚੰਗਾ ਦਾ ਮਤਲਬ ਅੱਛਾ, ਯਾਨੀ ਕਿ ਜਿਹਨਾਂ ਦਾ ਸਮਾਨ ਅਰਥ ਹੋਵੇ, ਸੇਮ ਮੀਨਿੰਗ। ਚੰਗਾ, ਅੱਛਾ, ਵਧੀਆ, ਖਰਾ, ਢੁਕਵਾਂ, ਯਾਨੀ ਕਿ ਇੱਕ ਵਰਡ ਦੇ ਜਿਹੜੇ ਮੀਨਿੰਗਸ ਨਿਕਲ ਕੇ ਆ ਰਹੇ ਆ। ਸਮਾਨਾਰਥੀ ਯਾਨੀ ਕਿ ਸੇਮ ਮੀਨਿੰਗ, ਠੀਕ ਹੈ। ਸੇਮ ਮੀਨਿੰਗ ਮਤਲਬ ਸਮਾਨਾਰਥੀ। ਵਿਰੋਧਾਰਥੀ ਯਾਨੀ ਕਿ ਡਿਫਰੈਂਟ ਮੀਨਿੰਗ, ਠੀਕ ਹੈ। ਪਸ਼ੂ ਜਗਤ, ਬਨਸਪਤੀ ਜਗਤ, ਸਾਕਾ ਆਦਿ ਲਈ ਵਰਤੇ ਜਾਣ ਵਾਲੇ ਸਾਂਝੇ ਸ਼ਬਦ ਆਉਂਦੇ ਹਨ। ਜਿਵੇਂ ਪਸ਼ੂ, ਹੁਣ ਪਸ਼ੂ ਕੋਈ ਵੀ ਹੋ ਸਕਦਾ ਹੈ, ਮੱਝ, ਗਾਂ, ਕੁੱਤਾ, ਭੇਡ, ਬੱਕਰੀ,
ਪੰਛੀ ਕੋਈ ਵੀ ਹੋ ਸਕਦਾ ਹੈ, ਇੱਲ, ਕਾਂ, ਘੁੱਗੀ, ਚਿੜੀ। सक्कादारी, साकादारी, चाचा, सक्केदारी यानी कि ओके, यानी कि रिश्तेदारी, चाचा, ताया, भैन, भरा, यानी कि ਉਹਦੀ ਕੈਟੇਗਰੀ। ਪਸ਼ੂ ਦੇ ਅੰਡਰ ਕੀ ਆਉਂਦਾ ਹੈ? ਐਨੀਮਲਸ ਆਉਂਦੇ ਹੈ। ਪੰਛੀ ਦੇ ਅੰਡਰ ਕੀ ਆਉਂਦਾ ਹੈ? ਬਰਡਸ ਆਉਂਦੇ, ਉਹਨਾਂ ਦੇ ਵੱਖਰੇ ਵੱਖਰੇ ਨਾਮ। ਦਿਸ ਇਜ਼ ਵਿਰੋਧਾਰਥੀ, ਯਾਨੀ ਕਿ ਜਿਨ੍ਹਾਂ ਤੇ ਬਹੁਤ ਸਾਰੇ ਮੀਨਿੰਗ ਹੋਵੇ। ਆਪੋਜ਼ਿਟ ਨਹੀਂ, ਮੈਨੀ, ਮੈਨੀ ਅੰਡਰ ਇਟ, ਠੀਕ ਹੈ। ਅੱਗੇ ਆ ਜਾਂਦਾ ਲਾਸਟ ਵਰਗਾਰਥੀ। ਹੁਣ ਵਰਗਾਰਥੀ ਕੀ ਹੁੰਦਾ ਹੈ? ਇੱਥੇ ਉਹਨਾਂ ਨੇ ਕਿਹਾ ਹੈ, ਵਿਆਕਰਣ ਦ੍ਰਿਸ਼ਟੀ ਤੋਂ ਸ਼ਬਦਾਂ ਦੇ ਹੇਠ ਲਿਖੇ ਵਰਗ ਮੰਨੇ ਜਾਂਦੇ ਹਨ: ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਇਹਨੇ ਵਰਗਾਰਥੀ ਨੂੰ ਪੂਰਾ ਐਕਸਪਲੇਨ ਨਹੀਂ ਕੀਤਾ, ਜਿਵੇਂ ਇਹਨਾਂ ਦੀ ਐਗਜ਼ਾਮਪਲਸ ਦਿੱਤੀਆਂ। ਇਹ ਤਰੀਕਾ ਵਧੀਆ ਐਗਜ਼ਾਮਪਲਸ ਦੇ ਨਾਲ। ਚਲੋ, ਤੇ ਵਰਗਾਰਥੀ ਇਹੀ ਹੋ ਸਕਦਾ ਜਿਵੇਂ ਉਹਨਾਂ ਨੇ ਨਾਂਵ ਪੜਨਾਂਵ ਬਾਰੇ ਗੱਲ ਕੀਤੀ ਹੋਵੇ। ਤੇ ਹੁਣ ਆਪਾਂ ਕੀ ਦੇਖਿਆ? ਆਪਾਂ ਕਿਸਮਾਂ ਦੇਖੀਆਂ। ਕਿਸਮਾਂ ਸ਼ਬਦ ਦੀਆਂ 4 ਕਿਸਮਾਂ ਹੁੰਦੀਆਂ। ਪਹਿਲੇ ਉਤਪੱਤੀ ਅਨੁਸਾਰ, ਯਾਨੀ ਕਿ ਉਹ ਕਿੱਦਾਂ ਪ੍ਰੋਡਿਊਸ ਹੁੰਦਾ ਸ਼ਬਦ, ਉਹਦੀ ਰਚਨਾ ਅਨੁਸਾਰ, ਰੂਪ ਅਨੁਸਾਰ, ਅਰਥਾਂ ਅਨੁਸਾਰ ਅਤੇ ਵਿਆਕਰਣ ਦੀ ਦ੍ਰਿਸ਼ਟੀ ਅਨੁਸਾਰ। 3 ਕਿਸਮਾਂ ਹੁੰਦੀਆਂ ਹਨ: ਸਮਾਨਾਰਥੀ, ਵਿਰੋਧਾਰਥੀ ਅਤੇ ਵਰਗਾਰਥੀ। ਵਿਆਕਰਣ ਦੀ ਦ੍ਰਿਸ਼ਟੀ ਤੋਂ ਸ਼ਬਦ ਹੇਠ ਲਿਖੇ ਵਰਗ ਮੰਨੇ ਜਾਂਦੇ ਹਨ। ਇਹਦੀਆਂ 5 ਕਿਸਮਾਂ ਹੋ ਗਈਆਂ। ਇਹ ਸਾਡਾ ਟੌਪਿਕ ਕੰਪਲੀਟ ਹੋ ਗਿਆ ਸ਼ਬਦ ਵਾਲਾ, ਠੀਕ ਹੈ। ਅਗਲਾ ਆਪਾਂ ਟੌਪਿਕ ਦੇਖਦੇ ਹਾਂ ਭਾਵੰਸ਼। ਇਹ ਸਾਡਾ ਲਾਸਟ ਟੌਪਿਕ ਹੈ ਗ੍ਰਾਮਰ ਦਾ, ਠੀਕ ਹੈ ਜੀ। ਭਾਵੰਸ਼ ਕੀ ਹੁੰਦਾ ਹੈ? ਉੱਪਰ ਆਪਾਂ ਆਲਮੋਸਟ ਸਾਰੀ ਡਿਟੇਲਸ ਭਾਵੰਸ਼ ਦੀ ਪੜ੍ਹ ਚੁੱਕੇ ਹਾਂ। ਭਾਵੰਸ਼ ਦੀ ਕੀ ਮੀਨਿੰਗ ਹੁੰਦਾ, ਭਾਵੰਸ਼ ਸਭ ਤੋਂ ਛੋਟੀ ਤੋਂ ਹੁਣ ਜੋ ਮੈਂ ਉੱਪਰ ਵਾਲੇ ਕੁਐਸਚਨ ਪੜ੍ਹਿਆ ਮੈਂ ਉਹੀ ਤੁਹਾਨੂੰ ਦੱਸ ਰਹੀ ਹਾਂ। ਛੋਟੀ ਤੋਂ ਛੋਟੀ ਇਕਾਈ ਹੁੰਦੀ ਹੈ। ਇਹ 2 ਤਰੀਕੇ ਦੀ ਹੁੰਦੀ ਹੈ, ਸੁਤੰਤਰ ਤੇ ਜੁੜਵੇਂ। ਸੁਤੰਤਰ ਯਾਨੀ ਕਿ ਜੇ ਆਪਾਂ ਸਪੋਜ਼ ਘਰ ਲਿਖ ਰਹੇ ਹਾਂ, ਠੀਕ ਹੈ ਜੀ, ਤਾਂ ਇਹਦਾ ਆਪਣਾ ਮਤਲਬ ਹੈ। ਪਰ ਜੇ ਆਪਾਂ ਕੰਨਾ ਕੱਲਾ ਦੇਖਦੇ ਹਾਂ ਤਾਂ ਇਹਦਾ ਕੋਈ ਵੀ ਮਤਲਬ ਨਹੀਂ ਹੈ। ਇਹ ਦੋਨੋਂ ਹੀ ਭਾਵੰਸ਼ ਹਨ, ਠੀਕ ਹੈ ਜੀ। ਤੇ ਇਹ ਘਰ ਜਿਹੜਾ ਹੈ ਇਹ ਕਿਹੜਾ ਹੈ? ਸੁਤੰਤਰ ਭਾਵੰਸ਼। ਤੇ ਜੇ ਹੁਣ ਆਪਾਂ ਘੋੜ ਦੇਖਦੇ ਹਾਂ, ਠੀਕ ਹੈ ਜੀ, ਘੋੜ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਜਦੋਂ ਆਪਾਂ ਘੋੜਾ ਲਿਖ ਦਿੰਦੇ ਹਾਂ, ਠੀਕ ਹੈ, ਤਾਂ ਉਹਦਾ ਮਤਲਬ ਬਣ ਜਾਂਦਾ ਹੈ। ਤੇ ਇਹ ਕੀ ਹੋ ਜਾਂਦਾ? ਜੁੜਵਾਂ ਭਾਵੰਸ਼। ਸੌਰੀ, ਇਹ ਕੀ ਹੋ ਜਾਂਦਾ ਹੈ? ਜੁੜਵਾਂ ਭਾਵੰਸ਼। ਇਹ ਸੁਤੰਤਰ ਭਾਵੰਸ਼ ਤੇ ਇਹ ਜੁੜਵਾਂ ਭਾਵੰਸ਼, ਠੀਕ ਹੈ। ਇਹ ਆਪਾਂ ਦੇਖੀ ਸੀ ਸਾਰੀ ਡਿਟੇਲ ਭਾਵੰਸ਼ ਬਾਰੇ। ਇਹਨੂੰ ਹੀ ਹੁਣ ਆਪਾਂ ਡਿਟੇਲ 'ਚ ਕਰਾਂਗੇ, ਹੋਰ ਇਸ ਤੋਂ ਜ਼ਿਆਦਾ ਕੁਛ ਨਹੀਂ ਹੈ। ਭਾਵੰਸ਼ ਕੀ ਹੁੰਦਾ ਹੈ? ਇਸ ਦੀ ਸਥਾਪਤੀ ਤੇ ਆਧਾਰ ਤੇ ਵਰਣਨ ਕਰਦੇ ਹੋਏ ਇਸ ਦੀ ਪਰਿਭਾਸ਼ਾ ਲਿਖੋ। ਧੁਨੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ, ਪਰ ਇਹ ਨਿਰਾਰਥਕ ਹੈ। ਪੁਰਾਤਨ ਵਿਆਕਰਨਾਂ ਨੇ ਸ਼ਬਦ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਮੰਨਿਆ ਹੈ, ਪਰ ਇਹ ਠੀਕ ਨਹੀਂ ਹੈ। ਜਿਹੜਾ ਆਪਾਂ ਉੱਪਰ ਸ਼ਬਦ ਪੜ੍ਹਿਆ ਨਾ, ਸ਼ਬਦ ਯਾਨੀ ਕਿ ਵਰਡ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਵਰਡ ਹੈ ਨਾ ਇਹ ਛੋਟੀ ਤੋਂ ਛੋਟੀ ਇਕਾਈ ਹੈ। ਨਹੀਂ, ਉਹ ਕਹਿੰਦੇ ਪਰ ਇਹ ਗਲਤ ਹੈ। ਜਿਹੜੀ ਆਧੁਨਿਕ ਭਾਸ਼ਾ ਵਿਆਕਰਨੀਆਂ ਨੇ ਇਹ ਸਿੱਧ ਕੀਤਾ ਹੈ ਕਿ ਭਾਸ਼ਾ ਦੇ ਕੁਝ ਅਜਿਹੇ ਸਾਰਥਕ ਅੰਸ਼ ਹਨ ਜੋ ਸ਼ਬਦ ਨਾਲੋਂ ਛੋਟੇ ਹੁੰਦੇ ਹਨ। ਘੋੜਾ ਸ਼ਬਦ ਦੇ ਅੰਤ ਵਿੱਚ ਲੱਗਾ ਕੰਨਾ ਇੱਕ ਵਚਨ ਪੁਲਿੰਗ ਦਾ ਚਿੰਨ੍ਹ ਹੈ, ਯਾਨੀ ਕਿ ਘੋੜਾ ਮਤਲਬ ਇੱਕ ਘੋੜਾ, ਠੀਕ ਹੈ। ਤੇ ਉਹ ਕੀ ਕਹਿੰਦੇ? ਇੱਕ ਵਚਨ ਪੁਲਿੰਗ ਹੈ। ਪਰੰਤੂ ਘੋੜੀ ਸ਼ਬਦ ਦੇ ਅੰਤ ਵਿੱਚ ਲੱਗੀ ਬਿਹਾਰੀ ਇਸਤਰੀ ਲਿੰਗ ਹੈ। ਹੁਣ ਘੋੜੀ ਮਤਲਬ ਇਸਤਰੀ ਲਿੰਗ ਹੋ ਗਈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦੋਹਾਂ ਸ਼ਬਦਾਂ ਦੇ ਅੰਤ ਵਿੱਚ ਲੱਗੇ ਕੰਨਾ ਤੇ ਈੜੀ ਸਾਰਥਕ ਅੰਸ਼ ਹਨ, ਯਾਨੀ ਕਿ ਬਿਹਾਰੀ ਲਗਾਉਣ ਨਾਲ ਡਿਫਰੈਂਟ ਮੀਨਿੰਗ, ਕੰਨਾ ਲਗਾਉਣ ਨਾਲ ਡਿਫਰੈਂਟ ਮੀਨਿੰਗ। ਇਹ ਤੇ ਇਹ ਵੀ ਇਹ ਭਾਵੰਸ਼ ਹਨ। ਇਹ ਸਭ ਤੋਂ ਛੋਟੀ ਇਕਾਈ ਹੈ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਘਰ ਹੈ ਨਾ ਜਾਂ ਜਿਹੜਾ ਘੋੜਾ ਹੈ, ਠੀਕ ਹੈ, ਇਹ ਛੋਟੀ ਇਕਾਈ ਹੈ। ਪਰ ਉਹ ਕਹਿੰਦੇ ਨਹੀਂ, ਇਹ ਛੋਟੀ ਇਕਾਈ ਨਹੀਂ ਹੈ। ਸਭ ਤੋਂ ਛੋਟੀ ਇਕਾਈ ਇਹ ਵਾਲੀ ਹੈ, ਕਿਉਂਕਿ ਇਹਦੇ ਨਾਲ ਵੀ ਸਾਨੂੰ ਡਿਫਰੈਂਟ ਮੀਨਿੰਗਸ ਮਿਲਦੇ ਹਨ।
ਇਸੇ ਤਰ੍ਹਾਂ ਸਾਰਥਕ ਅੰਸ਼ ਕਈ ਵਾਰੀ ਸ਼ਬਦਾਂ ਦੇ ਆਰੰਭ ਵਿੱਚ ਹੁੰਦੇ ਹਨ, ਜਿਵੇਂ ਇਕੱਠ, ਅਜਿੱਤ ਆਦਿ ਵਿੱਚ ਜੇ ਕੱਟ ਅਤੇ ਜਿੱਤ ਦੇ ਅਰਥ ਨੂੰ ਉਲਟਾ ਦਿੰਦਾ ਹੈ। ਹੁਣ ਜੇ ਆਪਾਂ ਕੱਟ ਦੇਖੀਏ ਤੇ ਉਹਦੇ ਕਿ ਲਗਾ ਦਈਏ, ਯਾਨੀ ਕਿ ਉਹ ਇਕੱਠ ਬਣ ਗਿਆ, ਆਪੋਜ਼ਿਟ ਬਣ ਗਿਆ। ਹੁਣ ਜਿੱਤ, ਜਿੱਤ ਮਤਲਬ ਸਾਡੀ ਜਿੱਤ ਹੋਣਾ। ਅਜਿੱਤ ਨੂੰ ਪੂਰਾ ਹੀ ਆਪੋਜ਼ਿਟ ਬਣਾ ਕੇ ਹਾਰ ਦੱਸ ਦਿੰਦਾ ਹੈ, ਯਾਨੀ ਕਿ ਜਿਹੜਾ ਹੈ ਇਹਦਾ ਵੀ ਆਪਣਾ ਮੀਨਿੰਗ ਹੈ। ਇਹ ਕੀ ਕਰ ਦਿੰਦਾ, ਇਹ ਵੀ ਆਪੋਜ਼ਿਟ ਬਣਾ ਦਿੰਦਾ ਹੈ, ਆਪੋਜ਼ਿਟ ਮੀਨਿੰਗ ਬਣਾ ਦਿੰਦਾ ਹੈ। ਤਾਂ ਇਹ ਵੀ ਕੀ ਹੈ, ਇਹ ਵੀ ਇੱਕ ਇਕਾਈ ਹੈ। ਭਾਸ਼ਾ ਦੇ ਅਜਿਹੇ ਅੰਸ਼ਾਂ ਨੂੰ ਪਵੰਸ਼ ਕਿਹਾ ਜਾਂਦਾ ਹੈ, ਇਹਨਾਂ ਨੂੰ ਹੀ ਪਵੰਸ਼ ਕਿਹਾ ਜਾਂਦਾ ਹੈ। ਆਈ ਹੋਪ ਹੁਣ ਤੁਹਾਨੂੰ ਇਹ ਚੀਜ਼ਾਂ ਸਮਝ ਆਣ ਗਿਆ ਹੋਣਗੀਆਂ। ਠੀਕ ਹੈ, ਜੇ ਆਪਾਂ ਘੋੜ ਦੇ ਨਾਲ ਘੋੜਾ ਲਗਾ ਦਈਏ ਤਾਂ ਮਤਲਬ ਇੱਕ ਘੋੜਾ, ਜੇ ਘੋੜੀ ਲਗਾ ਦਈਏ ਯਾਨੀ ਕਿ ਫੀਮੇਲ ਘੋੜੀ। ਤੇ ਆ ਤੇ ਈ ਦਾ ਵੀ ਬਹੁਤ ਜ਼ਿਆਦਾ ਫਰਕ ਹੈ। ਠੀਕ ਹੈ, ਪੂਰਾ ਮੀਨਿੰਗ ਹੀ ਡਿਫਰੈਂਟ ਕਰ ਦਿੰਦੇ ਹੋ। ਤਾਂ ਮਤਲਬ ਇਹਦਾ ਕੀ ਹੈ, ਇਹ ਵੀ ਇੱਕ ਇਕਾਈ ਹੈ, ਯਾਨੀ ਕਿ ਪਵੰਸ਼ ਹੈ। ਜੇ ਆਪਾਂ ਜਿੱਤ ਦੇ ਅੱਗੇ ਲਗਾ ਦਈਏ ਅਜਿੱਤ, ਯਾਨੀ ਕਿ ਉਹ ਹਾਰ ਗਿਆ, ਅਜਿੱਤ ਹੋ ਗਈ ਉਹਦੀ, ਯਾਨੀ ਕਿ ਕੱਲਾ ਦਾ ਵੀ ਉਹ ਪੂਰਾ ਮੀਨਿੰਗ ਚੇਂਜ ਕਰ ਦਿੰਦਾ ਹੈ। ਤਾਂ ਆਪਾਂ ਉਹਨੂੰ ਉਹ ਵੀ ਪਵੰਸ਼ ਕਹਿੰਦੇ ਹਨ। ਠੀਕ ਹੈ, ਹੁਣ ਇਹਦੀਆਂ ਕਿਸਮਾਂ ਆਪਾਂ ਦੇਖਿਆ ਸੀਗੀਆਂ, ਇੱਕ ਤਾਂ ਸੁਤੰਤਰ ਤੇ ਇੱਕ ਜੁੜਵੇਂ। ਠੀਕ ਹੈ, ਆਮ ਕਰਕੇ ਪਵੰਸ਼ ਇਕੱਲੇ ਨਹੀਂ ਵਰਤੇ ਜਾਂਦੇ, ਸਗੋਂ ਜੁੜਵੇਂ ਆਉਂਦੇ ਹਨ, ਜਿਵੇਂ ਆ, ਈ, ਓ, ਆ ਆਦਿ। ਪਰੰਤੂ ਕਈ ਪਵੰਸ਼ ਇਕੱਲੇ ਵੀ ਵਰਤੇ ਜਾਂਦੇ ਹਨ, ਜਿਵੇਂ ਘਰ, ਹੱਥ, ਪਿੰਡ, ਅੱਖ, ਮੱਝ, ਗਾਂ। ਹੁਣ ਜੇ ਇਹਨਾਂ ਅੱਗੇ ਆਪਾਂ ਕੁਛ ਨਾ ਵੀ ਲਗਾਈਏ ਤਾਂ ਵੀ ਇਹਦਾ ਡਿਫਰੈਂਟ ਮੀਨਿੰਗ ਬਣ ਜਾਂਦਾ ਹੈ। ਠੀਕ ਹੈ, ਘਰ ਦਾ ਆਪਣਾ ਮਤਲਬ ਹੈ, ਹੱਥ ਦਾ ਆਪਣਾ ਮਤਲਬ ਹੈ। ਜੇ ਉਹਦੇ ਅੱਗੇ ਆਪਾਂ ਆ, ਓ, ਈ ਨਾ ਵੀ ਲਗਾਈਏ ਤਾਂ ਵੀ ਇਹਦਾ ਇੱਕ ਆਪਣਾ ਮਤਲਬ ਬਣਦਾ ਹੈ। ਠੀਕ ਹੈ, ਤਾਂ ਇਹ ਕੀ ਹੋ ਜਾਂਦੇ, ਸੁਤੰਤਰ। ਤੇ ਜਿਨ੍ਹਾਂ ਦੇ ਨਾਲ ਲੱਗਦਾ, ਜਿਵੇਂ ਸੂਟ ਦੇ ਨਾਲ ਸੋਟਾ ਲੱਗਿਆ, ਘੋੜ ਦੇ ਨਾਲ ਘੋੜੇ ਲੱਗੇ, ਸੋਟ ਦੇ ਨਾਲ ਈ ਲੱਗੀ ਸੋਟੀ, ਘੋੜ ਦੇ ਨਾਲ ਈਆਂ ਲੱਗੀਆਂ ਸੋਟੀਆਂ। ਇਹ ਕੀ ਹੋ ਜਾਂਦੇ, ਇਹ ਜੁੜਵਾ ਪਵੰਸ਼ ਹੋ ਜਾਂਦੇ ਆ। ਤੇ ਇਹ ਕਿਹੜੇ ਹੈ, ਇਹ ਸੁਤੰਤਰ ਪਵੰਸ਼। ਇਹਨਾਂ ਨੂੰ ਸੁਤੰਤਰ ਕਿਹਾ ਜਾਂਦਾ ਹੈ। ਠੀਕ ਹੈ, ਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਜੁੜਵਾ ਪਵੰਸ਼। ਮੂਲ ਜਾਂ ਧਾਤੂ। ਮੂਲ ਜਾਂ ਧਾਤੂ ਪਵੰਸ਼ ਉਹ ਹੁੰਦੇ ਹਨ ਜਿਨ੍ਹਾਂ ਨਾਲ ਹੋਰ ਪਵੰਸ਼ਾਂ ਦੇ ਜੁੜਨ ਨਾਲ ਸ਼ਬਦ ਦੀ ਰਚਨਾ ਹੁੰਦੀ ਹੈ। ਘੋੜ, ਸੋਟ, ਮੁੰਡਾ ਆਦਿ ਇਹੋ ਜਿਹੇ ਮੂਲ ਜਾਂ ਧਾਤੂ ਹਨ ਜਿਹਦਾ ਕੋਈ ਆਪਣਾ ਮੀਨਿੰਗ ਨਹੀਂ ਹੈ, ਮੀਨਿੰਗਲੈਸ ਆਪਾਂ ਕਹਿ ਸਕਦੇ ਹਾਂ। ਜਿਹੜੇ ਮੀਨਿੰਗਲੈਸ ਵਰਡ ਹੁੰਦੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਮੂਲ ਜਾਂ ਧਾਤੂ। ਇਹਨਾਂ ਤੋਂ ਬਿਨਾਂ ਉਹ ਪਵੰਸ਼ ਵੀ ਮੂਲ ਜਾਂ ਧਾਤੂ ਹੁੰਦੇ ਹਨ ਜੋ ਸੁਤੰਤਰ ਹੁੰਦੇ ਹਨ, ਜਿਵੇਂ ਘਰ, ਸਿਰ। ਠੀਕ ਹੈ, ਵਧੇਤਰ। ਮੂਲ ਜਾਂ ਧਾਤੂ ਦੇ ਅੱਗੇ ਪਿੱਛੇ ਜਾਂ ਮੱਧ ਵਿੱਚ ਜੁੜ ਕੇ ਸ਼ਬਦ ਦੀ ਸਿਰਜਣਾ ਕਰਨ ਵਾਲੇ ਪਵੰਸ਼ ਨੂੰ ਵਿਧੇਤਰ ਕਹਿੰਦੇ ਹਨ, ਯਾਨੀ ਕਿ ਸੈਂਟਰ ਵਿੱਚ ਕੁਛ ਲਗਾਤਾ। ਇਹ 3 ਪ੍ਰਕਾਰ ਦੇ ਹੁੰਦੇ ਹਨ। ਹੁਣ ਵਿਧੇਤਰ 3 ਤਰੀਕੇ ਦੇ ਹੁੰਦੇ ਹਨ, ਅੱਗੇ, ਪਿੱਛੇ ਜਾਂ ਮਿਡਲ 'ਚ। ਅੱਗੇ ਆਪਾਂ ਦੇਖ ਲਿਆ, ਅੱਗੇ ਜਿਵੇਂ ਘਰ ਦੇ ਅੱਗੇ ਬੇ ਲਗਾਤਾ, ਬੇਘਰ, ਇਹ ਹੋ ਗਿਆ ਅਗੇਤਰ। ਇਹਨੂੰ ਲਗਾਉਣ ਨਾਲ ਉਹਦਾ ਮਤਲਬ ਬਣ ਗਿਆ ਬੇਘਰ, ਮਤਲਬ ਡਿਫਰੈਂਟ ਮੀਨਿੰਗ ਬਣ ਗਿਆ, ਉਹ ਹੋ ਗਿਆ ਅਗੇਤਰ। ਮਧੇਤਰ ਜੋ ਕਿ ਮਿਡਲ ਵਿੱਚ ਲੱਗੇ, ਪਿਛੇਤਰ ਜੋ ਕਿ ਪਿੱਛੇ ਲੱਗੇ। ਠੀਕ ਹੈ ਜੀ, ਮੁੰਡ ਦੇ ਅੱਗੇ ਆ ਲਗਾਤਾ, ਮੁੰਡਾ। ਠੀਕ ਹੈ, ਤੇ ਇਹ ਹੈਗੇ ਸਾਡੇ ਵਧੇਤਰ। ਪਵੰਸ਼ ਅਤੇ ਸ਼ਬਦ ਵਿੱਚ ਅੰਤਰ ਦੱਸੋ। ਓਕੇ, ਹੁਣ ਜਿਹੜੀਆਂ ਉਹਨਾਂ ਨੇ ਮੂਲ ਸ਼ਬਦ ਪਵੰਸ਼ ਦੀ ਸ਼੍ਰੇਣੀ ਦੀ ਵੰਡ ਕਰੋ, ਯਾਨੀ ਕਿ ਪਵੰਸ਼ ਦੇ ਕੀ ਸ਼੍ਰੇਣੀ ਹੁੰਦੀ ਉਹਨਾਂ ਦੀ ਵੰਡ ਕਰੋ। ਮੂਲ ਸ਼ਬਦ ਅਤੇ ਵਧੇਤਰ ਕੀ ਹੁੰਦੇ ਹਨ, ਏਦਾਂ ਵੀ ਪੁੱਛ ਸਕਦੇ, ਧਾਤੂ, ਮੂਲ ਸ਼ਬਦ ਤੇ ਵਧੇਤਰ, ਜਾਂ ਉਹਨਾਂ ਦੀ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਲਿਖੋ, ਜਾਂ ਉਹਨਾਂ ਦੀ ਕਿਸਮਾਂ ਵੀ ਹੋ ਸਕਦੀਆਂ। ਠੀਕ ਹੈ, ਆਪਾਂ ਦੇਖ ਲਿਆ ਧਾਤੂ ਕੀ ਹੁੰਦੇ ਹਨ, ਯਾਨੀ ਕਿ ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ। ਤੇ ਮੂਲ ਸ਼ਬਦ, ਠੀਕ ਹੈ, ਉਹ ਵੀ ਧਾਤੂ ਹੀ ਹੁੰਦੇ ਹਨ। ਅਤੇ ਵਧੇਤਰ 3 ਤਰੀਕੇ ਦੇ ਹੁੰਦੇ ਹਨ, ਅਗੇਤਰ, ਮਧੇਤਰ ਤੇ ਪਿਛੇਤਰ। ਅਗੇਤਰ ਮਤਲਬ ਕੋਈ ਵਰਡ ਅੱਗੇ ਲੱਗ ਜਾਣਾ, ਮਧੇਤਰ ਕੋਈ ਵਰਡ ਸੈਂਟਰ 'ਚ ਲੱਗ ਜਾਣਾ, ਪਿਛੇਤਰ ਕੋਈ ਪਿੱਛੇ ਲੱਗ ਜਾਣਾ। ਇਹ ਆਪਾਂ
बचपन च कीते होगे, ਆਪਾਂ 10th ਕਲਾਸ ਜਦੋਂ ਹੋਵਾਂਗੇ ਨਾ ਉਦੋਂ ਕਰਾਉਂਦੇ ਹੁੰਦੇ ਆ ਅਗੇਤਰ ਪਿਛੇਤਰ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਪਵੰਸ਼ ਤੇ ਸ਼ਬਦ ਵਿੱਚ ਅੰਤਰ ਦੱਸੋ। ਪਵੰਸ਼ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕਹਿੰਦੇ ਹਨ, ਪਰ ਸ਼ਬਦ ਛੋਟੀ ਤੋਂ ਛੋਟੀ ਸਾਰਥਕ ਤੇ ਸੁਤੰਤਰ ਇਕਾਈ ਹੁੰਦੀ ਹਨ। ਇਹ ਇੰਨਾ ਇੰਪੋਰਟੈਂਟ ਨਹੀਂ ਹੈ, ਤੁਹਾਨੂੰ ਨਹੀਂ ਆਏਗਾ। ਠੀਕ ਹੈ, ਆਪਾਂ ਹੁਣ ਮੇਨ ਇਹ ਵਾਲਾ ਕੁਐਸਚਨ ਦੇਖਣਾ ਹੈ, 5th ਵਾਲਾ। ਠੀਕ ਹੈ, ਸ਼ਬਦ ਰਚਨਾ ਦੇ ਮੁੱਢਲੇ ਸੰਕਲਪਾਂ ਤੇ ਵਿਧੀਆਂ ਬਾਰੇ ਜਾਣਕਾਰੀ ਦਿਓ। ਸ਼ਬਦ ਰਚਨਾ ਦੇ ਮੂਲ ਆਧਾਰ ਕੀ ਹਨ? ਸ਼ਬਦ ਰਚਨਾ ਦੀ ਪਰਿਭਾਸ਼ਾ ਅਤੇ ਮੁੱਢਲੇ ਸੰਕਲਪ ਉੱਤੇ ਨੋਟ ਲਿਖੋ। ਪੰਜਾਬੀ ਭਾਸ਼ਾ ਸ਼ਬਦ ਰਚਨਾ ਬਾਰੇ ਬੇਸਿਕਲੀ ਆਪਾਂ ਦੱਸਣਾ ਹੈ। ਠੀਕ ਹੈ, ਸ਼ਬਦ ਰਚਨਾ ਯਾਨੀ ਕਿ ਇੱਕ ਜਿਹੜਾ ਸ਼ਬਦ ਹੈ ਉਹ ਕਿੱਦਾਂ ਬਣਦਾ ਹੈ, ਪਵੰਸ਼ਾ ਤੋਂ ਬਣਦਾ ਹੈ। ਠੀਕ ਹੈ, ਆਪਾਂ ਉੱਪਰ ਹੀ ਪੜਿਆ। ਸ਼ਬਦ ਰਚਨਾ ਤੋਂ ਭਾਵ ਧਾਤੂ ਜਾਂ ਮੂਲ ਨਾਲ ਵਧੇਤਰ ਜੋੜ ਕੇ ਨਵੇਂ ਸ਼ਬਦ ਬਣਾਉਣਾ। ਹੁਣ ਆਪਾਂ ਧਾਤੂ ਵੀ ਦੇਖ ਲਿਆ, ਧਾਤੂ ਮਤਲਬ ਜਿਹੜੀ ਕਿ ਮੀਨਿੰਗਲੈਸ ਹੁੰਦੇ ਆ। ਠੀਕ ਹੈ, ਵਧੇਤਰ ਜਾਂ ਅੱਗੇ ਕੋਈ ਵਰਡ ਲਗਾ ਦੇਣਾ, ਜਾਂ ਸੈਂਟਰ 'ਚ ਲਗਾ ਦੇਣਾ, ਜਾਂ ਪਿੱਛੇ ਲਗਾ ਦੇਣਾ। ਇਹਨਾਂ ਨੂੰ ਮਿਲਾ ਕੇ ਕੀ ਬਣਦਾ, ਇੱਕ ਸ਼ਬਦ ਬਣ ਜਾਂਦਾ ਹੈ। ਅੰਨ ਦੇ ਅੱਗੇ ਪੜ ਲਗਾਤਾ, ਅਨਪੜ੍ਹ। ਅਨਪੜ੍ਹਤਾ, ਤਾ ਲਗਾਤਾ, ਅਨਪੜ੍ਹਤਾ। ਠੀਕ ਹੈ, ਇੱਦਾਂ ਕੀ ਬਣਦੀ ਹੈ, ਸ਼ਬਦ ਦੀ ਰਚਨਾ ਹੁੰਦੀ ਹੈ। ਇਹਦਾ ਆਧਾਰ ਕੀ ਹੈ? ਇਹਦੇ ਦੋ ਪ੍ਰਕਾਰ ਹਨ, ਸੰਯੁਕਤ ਤੇ ਮਿਸ਼ਰਿਤ। ਸੰਯੁਕਤ ਮਤਲਬ ਰਚਨਾ ਜਾਂ ਵਧੇਰੇ ਸੁਤੰਤਰ ਸ਼ਬਦ ਬੰਦੇਜੀ ਮੂਲ ਸ਼ਬਦ ਜੁੜ ਕੇ ਨਵੇਂ ਅਰਥ ਦੀ ਰਚਨਾ ਹੁੰਦੇ ਹਨ, ਜਿਵੇਂ ਲੋਕ ਸਭਾ, ਲੋਕ ਸਭਾ, ਰਾਜ ਸਭਾ, ਰਾਜ ਸਭਾ। ਦੇਖੋ ਹੁਣ ਲੋਕ ਦਾ ਡਿਫਰੈਂਟ ਮਤਲਬ ਹੈ, ਸਭਾ ਦਾ ਡਿਫਰੈਂਟ ਮਤਲਬ ਹੈ, ਤੇ ਲੋਕ ਸਭਾ ਦਾ ਡਿਫਰੈਂਟ ਮਤਲਬ ਹੈ। ਰਾਜ ਯਾਨੀ ਕਿਸੇ ਤੇ ਰਾਜ ਕਰਨਾ, ਸਭਾ ਯਾਨੀ ਕਿ ਲੋਕਾਂ ਦਾ ਇਕੱਠ, ਸਭਾ, ਤੇ ਇਹਨੂੰ ਬਣਾਤਾ ਰਾਜ ਸਭਾ। ਠੀਕ ਹੈ, ਸਵੈ ਮਤਲਬ ਆਪਣੇ ਆਪ, ਵਿਸ਼ਵਾਸ ਮਤਲਬ ਯਕੀਨ ਯਾਨੀ ਕਿ ਸਵੈ ਵਿਸ਼ਵਾਸ, ਆਪਣੇ ਆਪ ਤੇ ਯਕੀਨ ਰੱਖਣਾ। ਇਹਨਾਂ ਨੂੰ ਕੀ ਕਹਿੰਦੇ, ਸੰਯੁਕਤ ਸ਼ਬਦ। ਠੀਕ ਹੈ ਜੀ, ਓਕੇ। ਹੁਣ ਅੱਗੇ ਆ ਜਾਂਦਾ ਮਿਸ਼ਰਿਤ। ਮਿਸ਼ਰਿਤ ਸ਼ਬਦ ਰਚਨਾ ਮੂਲ ਸ਼ਬਦ ਜਾਂ ਧਾਤੂ ਨਾਲ ਅਗੇਤਰ ਪਿਛੇਤਰ ਲਾਉਣ ਨਾਲ ਆਉਂਦੀ ਹਨ। ਹੁਣ ਇਹ ਕਿੰਨਾ ਲਾਉਂਦੀ ਆ, ਅਗੇਤਰ ਤੇ ਪਿਛੇਤਰ ਲਗਾਉਣ ਨਾਲ। ਉੱਪਰ ਵਾਲਾ ਕਿੱਦਾਂ ਸੀ, ਇਹਦੇ ਵਿੱਚ ਆਪਾਂ ਦੋ ਵਰਡਸ ਜਿਨ੍ਹਾਂ ਦੇ ਖੁਦ ਵਿੱਚ ਮਤਲਬ ਹੈ। ਠੀਕ ਹੈ, ਇਹਦਾ ਵੀ ਮਤਲਬ ਹੈ, ਇਹਦਾ ਵੀ ਮਤਲਬ ਹੈ, ਤੇ ਇਹਦਾ ਵੀ ਮਤਲਬ ਹੈ। ਇਹਨੂੰ ਕਹਿੰਦੇ ਸੰਯੁਕਤ। ਮਿਸ਼ਰਿਤ, ਮਿਸ਼ਰਿਤ ਵਿੱਚ ਕੀ ਹੈ, ਮਿਸ਼ਰਿਤ ਵਿੱਚ ਆਪਾਂ ਅਗੇਤਰ ਪਿਛੇਤਰ ਲਗਾਉਂਦੇ ਹਾਂ। ਠੀਕ ਹੈ, ਜਿਵੇਂ ਘਰ, ਘਰ ਦੇ ਨਾਲ ਆਪਾਂ ਬੇ ਲਗਾ ਦਿੱਤਾ ਤੇ ਕੀ ਬਣ ਗਿਆ, ਬੇਕਾਰ। ਠੀਕ ਹੈ ਜੀ, ਇਹ ਹੁੰਦੇ ਅਗੇਤਰ ਪਿਛੇਤਰ। ਵਿਦਿਆ, ਵਿਧੀਆਂ ਯਾਨੀ ਕਿ ਵਿਧੀ ਕਿੱਦਾਂ ਲਗਾਈਦੇ ਹੁੰਦੇ। ਠੀਕ ਹੈ, ਅਗੇਤਰ ਦੀ ਵਰਤੋਂ ਨਾਲ ਸ਼ਬਦ ਰਚਨਾ। ਹੁਣ ਆਪਾਂ ਅਗੇਤਰ ਲਗਾਉਣੇ ਹੈ। ਠੀਕ ਹੈ, ਪੰਜਾਬੀ ਵਿੱਚ ਅਗੇਤਰ ਦੀ ਵਰਤੋਂ ਸ਼ਬਦ ਨਾਲ ਰੂਪਾਂਤਰੀ ਤਬਦੀਲੀ ਨਹੀਂ ਲਿਆਉਂਦੀ, ਸਗੋਂ ਵਿਉਤਪਤਾ ਤਬਦੀਲੀ ਲਿਆਉਂਦੀ ਹੈ ਅਤੇ ਇਸ ਤਰ੍ਹਾਂ ਨਵੇਂ ਸ਼ਬਦ ਦੀ ਰਚਨਾ ਹੁੰਦੀ ਹੈ। ਯਾਨੀ ਕਿ ਇਹਦੇ ਨਾਲ ਇੱਕ ਨਵਾਂ ਸ਼ਬਦ ਬਣਦਾ ਹੈ। ਠੀਕ ਹੈ, ਹੁਣ ਚਲ ਠੀਕ ਹੈ, ਹੁਣ ਆਪਾਂ ਇਹ ਵਰਡ ਦੇਖਦੇ ਹਾਂ, ਰਾਸ਼ਟਰਪਤੀ। ਰਾਸ਼ਟਰਪਤੀ ਦਾ ਆਪਣਾ ਮਤਲਬ ਹੈ, ਇਹਦੇ ਕਿ ਉਪ ਲਗਾਤਾ, ਉਪ ਰਾਸ਼ਟਰਪਤੀ। ਬੇ ਦਾ ਦੇਖਦੇ ਹਾਂ। ਠੀਕ ਹੈ, ਦਰਦ, दर्द मतलब पेन होना। ठीक है, दर्द होना। बेदर्द यानी कि दर्द ना होना। अकल, अकल मतलब समझ होनी, बेअकल मतलब समझ ना होनी। शर्म, शर्म मतलब शर्म होनी, बेशरम जिन्हों कोई शर्म नहीं है। दिल, ਜਿਹੜਾ ਆਪਣਾ ਦਿਲ ਹੁੰਦਾ ਹੈ, ਬੇਦਿਲ ਯਾਨੀ ਕਿ ਜਿਹਦੇ ਕੋਲ ਦਿਲ ਹੀ ਨਾ ਹੋਵੇ। ਠੀਕ ਹੈ ਜੀ, ਇਹ ਹੋ ਜਾਂਦੇ ਹੈ ਅਗੇਤਰ। ਅਗੇਤਰ ਨਾਲ ਬਹੁਤ ਡਿਫਰੈਂਟ ਮਤਲਬ ਬਣ ਕੇ ਨਿਕਲ ਜਾਂਦਾ ਹੈ। ਠੀਕ ਹੈ, ਏਦਾਂ ਹੀ ਪਿਛੇਤਰ ਹੁੰਦੇ ਹਨ। ਹੁਣ ਜੇ ਆਪਾਂ ਲਗਾ ਦਈਏ ਝੂਠ, ਝੂਠ ਦਾ ਵੱਖਰਾ ਮਤਲਬ ਹੈ, ਝੂਠ ਯਾਨੀ ਕਿ ਕੁਝ ਗਲਤ ਬੋਲਣਾ। ਜੇ ਇਹਦੇ ਅੱਗੇ ਆਪਾਂ ਆ ਲਗਾ ਦਈਏ ਯਾਨੀ ਕਿ ਝੂਠਾ, ਯਾਨੀ ਕਿ ਆਪਾਂ ਕਿਸੇ ਬੰਦੇ ਨੂੰ ਝੂਠਾ ਬੋਲ ਰਹੇ ਹਾਂ। ਠੀਕ ਹੈ, ਪਿਛੇਤਰ ਨੇ ਉਹਦਾ ਮਤਲਬ ਡਿਫਰੈਂਟ ਹੀ ਚੇਂਜ ਕਰਤਾ, ਯਾਨੀ ਕਿ ਇੱਕ ਬੰਦੇ ਨੂੰ ਝੂਠਾ ਬੋਲਦਾ। ਝੂਠ ਯਾਨੀ ਕਿ ਕੁਝ ਗਲਤ ਬੋਲਣਾ, ਤੇ ਝੂਠਾ ਯਾਨੀ ਕਿ ਉਹ ਬੰਦਾ ਕੁਝ ਗਲਤ ਬੋਲ ਰਿਹਾ ਹੈ। ਦੋਨਾਂ ਦੇ ਡਿਫਰੈਂਟ ਮਤਲਬ ਹੋ ਗਏ। ਠੀਕ ਹੈ, ਇਹ ਸੀਗੇ ਸਾਡੇ ਪਿਛੇਤਰ। ਅਗੇਨ ਮੈਂ ਤੁਹਾਨੂੰ ਦੱਸਿਆ ਅਗੇਤਰ ਪਿਛੇਤਰ ਸਾਨੂੰ ਬਚਪਨ 'ਚ ਕਰਾਏ ਜਾਂਦੇ ਸੀ, ਤੁਹਾਨੂੰ ਬੇਸਿਕ ਕਨਸੈਪਟਸ ਪਤਾ ਹੋਣੇ ਚਾਹੀਦੇ ਹੈ।
ਤੇ ਪੰਜਾਬੀ ਬਹੁਤ ਸੌਖੀ ਬਣ ਜਾਂਦੀ ਹੈ। ਤੇ ਇਹ ਹੁੰਦੇ ਆ ਅਗੇਤਰ ਪਿਛੇਤਰ। ਆਪਾਂ ਇਹਦੇ ਨਾਲ ਨਵਾਂ ਵਰਡ ਬਣਾ ਸਕਦੇ ਹਾਂ ਤੇ ਇਹਨੂੰ ਹੀ ਆਪਾਂ ਬੋਲਦੇ ਹਾਂ ਸ਼ਬਦ ਰਚਨਾ। ਹੁਣ ਇਹਦੇ ਵਿੱਚ ਆਪਾਂ ਕੀ ਦੇਖਿਆ, ਭਾਵੰਸ਼ ਦੇ ਵਿੱਚ ਆਪਾਂ ਦੇਖਿਆ ਕਿ ਭਾਵੰਸ਼ ਛੋਟੀ ਤੋਂ ਛੋਟੀ ਇਕਾਈ ਹੁੰਦੀ ਹੈ। ਠੀਕ ਹੈ, ਇਹ ਸੁਤੰਤਰ ਵੀ ਹੁੰਦੀ ਹੈ, ਇਹ ਜੁੜਵਾ ਵੀ ਹੁੰਦੀ ਹੈ। ਠੀਕ ਹੈ, ਅੱਗੇ ਇਹਦੀ ਆਪਾਂ ਕਿਸਮਾਂ ਦੇਖੀਆਂ। ਕਿਸਮਾਂ ਜਾਂ ਜੇ ਆਪਾਂ ਕਹਿ ਸਕਦੇ ਹਾਂ ਮੂਲ ਜਾਂ ਧਾਤੂ ਸ਼ਬਦ ਆਪਾਂ ਦੇਖੇ। ਠੀਕ ਹੈ, ਤੇ ਵਧੇਤਰ ਦੇਖੀਏ। ਮੂਲ ਜਾਂ ਧਾਤੂ ਮਤਲਬ ਕੋਈ ਜਿਹਦਾ ਵੀ ਕੋਈ ਮਤਲਬ ਨਹੀਂ ਹੁੰਦਾ, ਤੇ ਵਧੇਤਰ ਯਾਨੀ ਕਿ ਅਗੇਤਰ ਲਗਾ ਦੇਣਾ, ਪਿਛੇਤਰ ਲਗਾ ਦੇਣਾ ਜਾਂ ਮਿਡਲ ਵਿੱਚ ਕੁਝ ਵਰਡ ਲਗਾ ਦੇਣਾ। ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਸ਼ਬਦ ਰਚਨਾ ਕਿੱਦਾਂ ਕੀਤੀ ਜਾਂਦੀ ਹੈ। ਸ਼ਬਦ ਰਚਨਾ ਦੋ ਤਰੀਕਿਆਂ ਨਾਲ ਹੁੰਦੀ ਹੈ। ਪਹਿਲਾਂ ਇੱਕ ਤਾਂ ਸੰਯੁਕਤ ਸ਼ਬਦ ਹੁੰਦੇ ਹਨ, ਇੱਕ ਮਿਸ਼ਰਿਤ ਹੁੰਦੇ ਹਨ। ਸੰਯੁਕਤ ਯਾਨੀ ਕਿ ਦੋਨੋਂ ਵਰਡ ਦਾ ਕੋਈ ਮਤਲਬ ਹੈ ਤੇ ਉਹ ਇੱਕ ਵਰਡ ਨੂੰ ਬਣਾ ਰਹੇ ਆ। ਮਿਸ਼ਰਿਤ ਯਾਨੀ ਕਿ ਇੱਕ ਵਰਡ ਹੈ ਤੇ ਉਹਦੇ ਅੱਗੇ ਆਪਾਂ ਅਗੇਤਰ ਲਗਾ ਰਹੇ ਹਾਂ, ਪਿਛੇਤਰ ਲਗਾ ਦਿੰਦੇ ਹਾਂ ਉਹਨੂੰ ਮੀਨਿੰਗਫੁਲ ਬਣਾਉਣ ਲਈ। ਤੇ ਇਹ ਸੀਗਾ ਸਾਡਾ ਭਾਵੰਸ਼ ਵੀ ਖਤਮ ਹੋ ਗਿਆ। ਇਹ ਸੀ ਸਾਡੀ ਸਾਰੀ ਗ੍ਰਾਮਰ। ਇਹਦੇ ਵਿੱਚ ਆਪਾਂ ਦੇਖੇ ਡਿਫਰੈਂਟ ਟੌਪਿਕਸ। ਵਿਆਕਰਨ ਦੇ ਵਿੱਚ ਆਪਾਂ 5 ਟੌਪਿਕ ਦੇਖੇ। ਵਾਕ, ਉਪਵਾਕ, ਵਾਕੰਸ਼, ਸ਼ਬਦ ਅਤੇ ਭਾਵੰਸ਼। ਠੀਕ ਹੈ ਜੀ, ਤੇ ਇਹ ਨਹੀਂ ਕਿ ਸਾਡੀ ਗ੍ਰਾਮਰ ਸੀਗੀ, ਇਹ ਸਾਰੀ ਸੈਕਸ਼ਨ ਡੀ ਦੇ ਵਿੱਚ ਆਏਗੀ। ਐਂਡ ਤੁਸੀਂ ਇਹਨੂੰ ਬਾਰ-ਬਾਰ ਇਹੀ ਵੀਡੀਓ ਸੁਣੋ ਦੁਬਾਰਾ। ਇਹਨੂੰ ਇਹ ਵੀਡੀਓ ਬਹੁਤ ਲੰਬੀ ਹੈ ਬਟ ਇਹਦੇ ਵਿੱਚ ਪੂਰਾ ਸੈਕਸ਼ਨ ਡੀ ਕਵਰ ਹੋ ਰਿਹਾ ਤੁਹਾਡਾ। ਐਂਡ ਬਹੁਤ ਜ਼ਰੂਰੀ ਹੈ ਤੁਹਾਡੇ ਲਈ, ਕਿਉਂਕਿ ਜੇ ਤੁਸੀਂ ਚੰਗੀ ਤਰ੍ਹਾਂ ਬਸ ਇਹ 5 ਚੀਜ਼ਾਂ ਵੀ ਕਰ ਜਾਓਗੇ ਐਂਡ ਤੁਸੀਂ ਦੋਨੋਂ ਕੁਐਸਚਨ ਇਹ ਤੋਂ ਅਟੈਂਪਟ ਕਰ ਦੋਗੇ ਤਾਂ ਤੁਹਾਡੇ 40 ਨੰਬਰ ਇੱਕਦਮ ਸਿਕਿਉਰ ਹੋ ਚੁੱਕੇ। ਠੀਕ ਹੈ ਜੀ, ਤੇ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਈ ਹੋਏਗੀ ਗ੍ਰਾਮਰ। ਐਂਡ ਇਹਦੇ ਨਾਲ ਸਾਡੀ ਪੰਜਾਬੀ ਵੀ ਖਤਮ ਹੋ ਜਾਂਦੀ ਹੈ।